जी दोस्तों, पंजाब ਸਾਹਿਤ ਅਕਾਦਮੀ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ। ਸੰਕਟ ਕਾਲ ਤੇ ਅਸੀਂ ਦੀ 35ਵੀਂ ਲੜੀ ਦੇ ਵਿੱਚ ਅੱਜ ਆਪਾਂ ਪ੍ਰਵੇਸ਼ ਕਰ ਚੁੱਕੇ ਹਾਂ। ਅੱਜ ਦੀ ਇਸ ਲੜੀ ਦੇ ਵਿੱਚ ਆਪਾਂ ਪੰਜਾਬ ਦੇ ਇੱਕ ਮਹੱਤਵਪੂਰਨ ਕਿੱਤੇ ਦੀ ਗੱਲ ਕਰਾਂਗੇ। ਜਿਵੇਂ ਆਪਾਂ ਪਹਿਲਾਂ ਮਾਲਵੇ ਦੇ ਸੰਕਟਾਂ ਤੇ ਗੱਲ ਕੀਤੀ ਹੈ, ਮਾਲਵੇ ਦੀਆਂ ਚੁਣੌਤੀਆਂ ਤੇ ਗੱਲ ਕੀਤੀ ਹੈ, ਉਸੇ ਤਰ੍ਹਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਦੇਸ਼ ਦੁਆਬਾ, ਪਛਾਣ ਤੇ ਮਸਲੇ। ਵੈਸੇ ਤਾਂ ਬਹੁਤ ਸਾਰੇ ਦੁਆਬੇ ਨੇ, ਪਰ ਜਿਹੜੇ ਦੁਆਬੇ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਦੁਆਬਾ ਬਿਆਸ ਤੇ ਸਤਲੁਜ ਦੇ ਵਿਚਕਾਰਲਾ ਇਲਾਕਾ ਜਿਹਨੂੰ ਬਿਸਤ ਦੁਆਬਾ ਕਿਹਾ ਜਾਂਦਾ ਹੈ। ਉਹ ਦੁਆਬਾ ਜਿਹਦੇ ਬਾਰੇ ਕਿਹਾ ਜਾਂਦਾ ਕਿ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾ। ਤੇ ਸਾਡੀ ਲੋਕ ਧਾਰਾ ਦੇ ਵਿੱਚ ਦੁਆਬੇ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ ਕਿ ਦੁਆਬੇ ਦੀ ਮੈਂ ਜੰਮੀ ਜਾਈ ਜੰਗਲ ਵਿੱਚ ਵਿਆਹੀ, ਡਾਰ ਬਿਸ਼ੁੰਨੀ ਮੈਂ ਹਾਂ ਅੜਿਓ ਜੰਗ ਨੂੰ ਕਿਆ ਮੇਰਾ ਮਾਹੀ, ਹਰਦਮ ਨੀਰ ਵਗੇ ਮੇਰੀ ਅੱਖੀ ਆਉਣ ਦੀ ਚਿੱਠੀ ਪਾਈ, ਆਜਾ ਸਿਪਾਹੀਆ ਵੇ ਮੈਂ ਜਿੰਦੜੀ ਘੋਲ ਘੁਮਾਈ, ਆਜਾ ਸਿਪਾਹੀਆ ਵੇ ਮੈਂ ਜਿੰਦੜੀ ਘੋਲ ਘੁਮਾਈ। ਇਹਦੇ ਵਿੱਚੋਂ ਬਹੁਤ ਕੁਝ ਦੁਆਬੇ ਦੇ ਸਿਮਟਮ ਕਲੀ ਇਸ ਬੋਲੀ ਦੇ ਵਿੱਚੋਂ ਸਾਨੂੰ ਦਿਖਾਈ ਦਿੰਦੇ ਨੇ, ਕਿਉਂਕਿ ਲੋਕ ਧਾਰਾ ਦੇ ਵਿੱਚ ਉਹ ਸਾਰੇ ਪਛਾਣ ਚਿੰਨ੍ਹ ਪਏ ਹੁੰਦੇ ਨੇ ਜਿਹੜੇ ਕਿਸੇ ਖਿੱਤੇ ਨੂੰ ਰਿਫਲੈਕਟ ਕਰਦੇ ਨੇ। ਉਸ ਖਿੱਤੇ ਦੀਆਂ ਮਹੱਤਵਪੂਰਨ ਗੱਲਾਂ ਬਹੁਤ ਸਾਰੀਆਂ ਬੋਲੀਆਂ ਦੇ ਵਿੱਚ, ਬਹੁਤ ਸਾਰੇ ਗੀਤਾਂ ਦੇ ਵਿੱਚ ਅਕਸਰ ਆਉਂਦੀਆਂ ਨੇ। ਸੋ ਦੁਆਬੇ ਦੀ ਧਰਤੀ ਦੇ ਮਸਲੇ, ਦੁਆਬੇ ਦੀ ਧਰਤੀ ਦੀਆਂ ਪ੍ਰਾਪਤੀਆਂ, ਦੁਆਬੇ ਦੀ ਧਰਤੀ ਦੀਆਂ ਚੁਣੌਤੀਆਂ ਤੇ ਆਪਾਂ ਅੱਜ ਗੱਲ ਕਰਾਂਗੇ। ਤੇ ਸਾਡੇ ਨਾਲ ਨੇ ਇਸ ਮਸਲੇ ਤੇ ਚਰਚਾ ਕਰਨ ਲਈ ਡਾਕਟਰ ਦਵਿੰਦਰ ਕੁਮਾਰ, ਜੋ ਸਾਡੇ ਪੰਜਾਬ ਸਾਹਿਤ ਅਕਾਦਮੀ ਦੀ ਟੀਮ ਦੇ ਬਹੁਤ ਮਹੱਤਵਪੂਰਨ ਮੈਂਬਰ ਨੇ। ਕਿੱਤੇ ਵਜੋਂ ਐਸੋਸੀਏਟ ਪ੍ਰੋਫੈਸਰ ਨੇ ਅੱਜ ਕੱਲ੍ਹ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ। ਪੰਜਾਬੀ ਦੇ ਬਹੁਤ ਅੱਛੇ ਨਾਟਕਕਾਰ ਨੇ, ਇਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨਾਟਕਾਂ ਦੀਆਂ ਆਈਆਂ ਨੇ। ਵਿਹੜਾ ਆਪਣਾ ਧਰਤ ਪਰਾਈ, ਪਿੰਜਰੇ ਦੇ ਆਰ ਪਾਰ, ਦਲਦਲ, ਕਾਲੀ ਰਾਤ ਦਾ ਚੰਨ, ਪਰਚਮ, ਦਿਨ ਚੜ੍ਹਦੇ ਤਰਕਾਲਾਂ ਢਲੀਆਂ, ਨਿਰਤ ਤੋਂ ਤਾਂਡਵ ਤੱਕ, ਬਿਕੋ ਲਿਤਰੇ ਨਾਟਕ, ਕੂੰਜਾਂ ਕਵਣ ਦੇਸ਼ ਤੋਂ ਆਈਆਂ, ਅੰਨੀ ਜੂ ਦਾ ਚਾਨਣ ਤੇ ਰਿਸ਼ਤੇ ਜ਼ਖਮ, ਤੇ ਇਸ ਤਰ੍ਹਾਂ ਹੀ ਆਲੋਚਨਾ ਦੀਆਂ ਇਹਨਾਂ ਦੀਆਂ ਕਈ ਕਿਤਾਬਾਂ ਨੇ। ਬਹੁਤ ਸਾਰੇ ਬੱਚਿਆਂ ਨੂੰ PhDਆਂ ਕਰਾ ਰਹੇ ਨੇ। 45 ਸਾਲਾਂ ਤੋਂ ਨਾਟਕ ਤੇ ਰੰਗਮੰਚ ਨਾਲ ਜੁੜੇ ਹੋਏ ਨੇ। ਸੋ ਦੁਆਬੇ ਦੇ ਵਿੱਚ ਬਹੁਤ ਵੱਡਾ ਨਾਂ ਹੈ ਡਾਕਟਰ ਦਵਿੰਦਰ ਕੁਮਾਰ ਹੋਰਾਂ ਦਾ। ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਜੀ, ਸਾਡੇ ਦੂਜੇ ਮਹਿਮਾਨ ਨੇ ਅਜਮੇਰ ਸਿੱਧੂ ਜੀ। ਅਜਮੇਰ ਸਿੱਧੂ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਅਜਮੇਰ ਸਿੱਧੂ ਪੰਜਾਬੀ ਦੇ ਬਹੁਤ ਅੱਛੇ ਕਹਾਣੀਕਾਰ ਨੇ, ਰਾਗ ਮੈਗਜ਼ੀਨ ਦੇ ਸੰਪਾਦਕ ਨੇ। ਇਹਨਾਂ ਦੀਆਂ ਬਹੁਤ ਸਾਰੀਆਂ ਕਹਾਣੀ ਦੀਆਂ ਕਿਤਾਬਾਂ ਆਈਆਂ ਨੇ। ਨਚੀਕੇਤਾ ਦੀ ਮੌਤ, ਖੂਹ ਗਿੜਦਾ ਹੈ, ਖੁਸ਼ਕ ਅੱਖ ਦਾ ਖਾਬ, ਰੰਗ ਦੀ ਬਾਜੀ, ਸ਼ਾਇਦ ਬੰਦੀ ਮਨ ਜਾਏ ਤੇ ਹੋਰ ਕਹਾਣੀਆਂ। ਜੀਵਨੀਆਂ ਦੇ ਵਿੱਚ ਤੁਰਦੇ ਪੈਰਾਂ ਦੀ ਦਾਸਤਾਨ, ਬਾਬਾ ਬੂਝਾ ਸਿੰਘ ਗਦਰ ਤੋਂ ਨਕਸਲਵਾੜੀ ਤੱਕ। ਇਸ ਤਰ੍ਹਾਂ ਹੀ ਤਰਕਸ਼ੀਲਤਾ ਦੇ ਖੇਤਰ ਦੇ ਵਿੱਚ ਇਹਨਾਂ ਦਾ ਬਹੁਤ ਸਾਰਾ ਕੰਮ ਹੈ। ਚਮਤਕਾਰਾਂ ਦੀ ਦੁਨੀਆ, ਨਰਕ ਕੁੰਡ ਤੇ ਪਾਸ਼ ਦੀ ਚੋਣਵੀਂ ਕਵਿਤਾ, ਸੰਤਰਾਮ ਉਦਾਸੀ, ਸ਼ਖਸੀਅਤ ਤੇ ਸਮੁੱਚੀ ਰਚਨਾ, ਤੇ ਬਹੁਤ ਸਾਰੇ ਇਨਾਮ ਸਨਮਾਨ ਮਿਲੇ ਨੇ ਅਜਮੇਰ ਸਿੱਧੂ ਹੋਰਾਂ ਨੂੰ। ਅਜਮੇਰ ਸਿੱਧੂ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਡਾਕਟਰ ਸਾਹਿਬ, ਧੰਨਵਾਦ ਬਹੁਤ-ਬਹੁਤ ਤੁਹਾਡਾ ਜੀ। ਅਜਮੇਰ ਸਿੱਧੂ ਹੋਰਾਂ ਦੇ ਨਾਲ ਦੁਆਬੇ ਤੋਂ ਇੱਕ ਹੋਰ ਵਿਦਵਾਨ ਚਿੰਤਕ ਸਾਡੇ ਨਾਲ ਨੇ, ਡਾਕਟਰ ਜਸਵੰਤ ਰਾਏ, ਜਿਨ੍ਹਾਂ ਦਾ ਸਾਰਾ ਕੰਮ ਦੁਆਬੇ ਤੇ ਹੈ। ਇਹਨਾਂ ਦੀ PhD ਵੀ ਦੁਆਬੇ ਤੇ ਹੈ। ਦੁਆਬੇ ਦੀਆਂ ਕਥਾਵਾਂ ਦਾ ਬਿਰਤਾਂਤ ਸ਼ਾਸਤਰੀ ਅਧਿਐਨ। ਇਹਨਾਂ ਦੀਆਂ ਕਿਤਾਬਾਂ ਨੇ ਪੰਜਾਬੀ ਲੋਕ ਕਥਾਵਾਂ ਦਾ ਬਿਰਤਾਂਤ ਸ਼ਾਸਤਰ, ਕਥਾਵਾਂ ਬਿਸਤ ਦੁਆਬ ਦੀਆਂ, ਕੌਮ ਦਾ ਸਿਤਾਰਾ ਸ਼ਹੀਦ ਬਾਬੂ ਹਰਨਾਮ ਸਿੰਘ ਸਾਰੀ, ਬਾਬੂ ਮੰਗੂ ਰਾਮ ਮੂਗੋਵਾਲੀਆ, ਦੁਆਬੀ ਦਾ ਦਸਤਾਵੇਜ਼ ਡਾਕਟਰ ਕਰਨਜੀਤ ਸਿੰਘ, ਇੱਕ ਸੀ ਸੰਤ, ਇੱਕ ਸੀ ਡਾਕਟਰ, ਤੇ ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਨੇ। ਕੇਂਦਰੀ ਪੰਜਾਬੀ ਲੇਖ ਸਭਾ ਦੇ ਕਾਰਜਕਾਰਨੀ ਮੈਂਬਰ ਨੇ ਤੇ ਚਿਰਾਗ ਮੈਂਬਰ ਦੇ ਸੰਪਾਦਕੀ ਬੋਰਡ ਦੇ ਮੈਂਬਰ ਨੇ। ਡਾਕਟਰ ਜਸਵੰਤ ਰਾਏ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਡਾਕਟਰ ਜਸਵੰਤ ਰਾਏ ਜੀ। ਥੈਂਕ ਯੂ, ਸ਼ੁਕਰੀਆ ਡਾਕਟਰ ਸਾਹਿਬ, ਸ਼ੁਕਰੀਆ ਜੀ, ਥੈਂਕ ਯੂ। ਤੇ ਸਿਰਜਣਾ ਦੇ ਪਲਾਂ ਦੇ ਵਿੱਚ ਅਸੀਂ ਦੁਆਬੇ ਦੇ ਸ਼ਾਇਰ ਲਏ ਨੇ ਬੀਬਾ ਕੁਲਵੰਤ। ਬੀਬਾ ਕੁਲਵੰਤ ਵੀ ਚਰਚਿਤ ਨਾਂ ਨੇ ਦੁਆਬੇ ਦਾ, ਕਵਿਤਾ ਦੇ ਖੇਤਰ ਦੇ ਵਿੱਚ ਵੀ, ਕਹਾਣੀਆਂ ਦੇ ਖੇਤਰ ਦੇ ਵਿੱਚ ਵੀ, ਨਾਟਕ ਤੇ ਰੰਗਮੰਚ ਦੇ ਖੇਤਰ ਵਿੱਚ ਵੀ। ਜੇ ਆਪਾਂ ਕਹੀਏ ਕਿ ਉਹ ਕਿਹੜੀ ਗਲੀ ਜਿੱਥੇ ਭਾਗੋ ਨਿਕਲੀ, ਭਾਵ ਉਹ ਕਿਹੜਾ ਪੰਜਾਬੀ ਦਾ ਏਰੀਆ ਜਿੱਥੇ ਬੀਬਾ ਕੁਲਵੰਤ ਹੋਰਾਂ ਦਾ ਕੰਮ ਨਹੀਂ ਹੈਗਾ। ਇਹਨਾਂ ਦੀ ਕਿਤਾਬ ਹੈ ਹਯਾਤੀ ਨਾਲੋਂ ਟੁੱਟੀ ਕੁੜੀ, ਕਹਾਣੀਆਂ ਦੀ, ਪੈਰਾਂ 'ਚ ਸੁਲਗਦਾ ਸਫ਼ਰ, ਕਵਿਤਾਵਾਂ ਦੀ, ਹਾਦਸੇ ਦਰ ਹਾਦਸੇ ਵਾਰਤਕ ਦੀ। 200 ਦੇ ਕਰੀਬ ਨਾਟਕਾਂ ਦੇ ਵਿੱਚ ਰੋਲ ਕਰ ਚੁੱਕੇ ਨੇ। ਬਹੁਤ ਸਾਰੇ ਨਾਟਕਾਂ ਦੇ ਸਕ੍ਰਿਪਟ ਰਾਈਟਰ ਨੇ, ਡਾਇਰੈਕਟਰ ਨੇ। ਆਜ਼ਾਦ ਰੰਗਮੰਚ ਫਗਵਾੜਾ ਚਲਾ ਰਹੇ ਨੇ।
ਲੋਹਾ ਕੁੱਟ ਬਲਵੰਤ ਗਾਰਗੀ ਦਾ ਬਹੁਤ ਚਰਚਿਤ ਨਾਟਕ ਹੈ ਤੇ ਉਹਦਾ ਇੱਕ ਕਰੈਕਟਰ ਸੀ ਸੰਤੀ। ਉਸ ਸੰਤੀ ਦੇ ਰੋਲ ਨੂੰ ਨਿਭਾਉਣ ਲਈ ਇਹਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਬੈਸਟ ਐਕਟਰੈਸ ਦਾ ਅਵਾਰਡ ਮਿਲ ਚੁੱਕਿਆ ਹੈ। ਸੋ ਬੀਬਾ ਕੁਲਵੰਤ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ। ਇਸ ਤੋਂ ਪਹਿਲਾਂ ਕਿ ਆਪਾਂ ਬੀਬਾ ਕੁਲਵੰਤ ਹੋਰਾਂ ਤੋਂ ਇਹਨਾਂ ਦੀ ਸਿਰਜਣਾ ਦੇ ਰੰਗਾਂ ਨੂੰ ਸੁਣੀਏ, ਮੈਂ ਬੇਨਤੀ ਕਰੂੰਗਾ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ, ਜੋ ਸਾਡੇ ਅਕਾਦਮੀ ਦੇ ਪ੍ਰਧਾਨ ਨੇ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਸੀਰੀਜ਼ ਚੱਲ ਰਹੀ ਹੈ ਤੇ ਇਸ ਤੋਂ ਪਹਿਲਾਂ ਕਈ ਸੀਰੀਜ਼ ਅਸੀਂ ਮੁਕੰਮਲ ਕੀਤੀਆਂ ਨੇ। ਡਾਕਟਰ ਸਰਬਜੀਤ ਕੌਰ ਸੋਹਲ ਤੇ ਡਾਕਟਰ ਸਤੀਸ਼ ਕੁਮਾਰ ਵਰਮਾ ਹੋਰਾਂ ਦੀ ਗਤੀਸ਼ੀਲ ਅਗਵਾਈ ਦੇ ਵਿੱਚ ਇਸ ਵਰਚੁਅਲ ਦੁਨੀਆ ਰਾਹੀਂ ਅਸੀਂ ਸੰਕਟ ਕਾਲ ਤੇ ਅਸੀਂ ਦੀਆਂ 34 ਲੜੀਆਂ ਕਰ ਚੁੱਕੇ ਹਾਂ ਤੇ 35ਵੀਂ ਲੜੀ ਦੇ ਵਿੱਚ ਅੱਜ ਪ੍ਰਵੇਸ਼ ਕਰ ਰਹੇ ਹਾਂ। ਸੋ ਡਾਕਟਰ ਸਰਬਜੀਤ ਕੌਰ ਸੋਹਲ ਮੈਮ ਸਾਡੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਨਗੇ। ਡਾਕਟਰ ਸਰਬਜੀਤ ਕੌਰ ਸੋਹਲ। बहुत शुक्रिया डॉक्टर कुलदीप दीप जी। जी मैम। मेरी एक कविता है कि हर थां हाजिर होके भी ना हाजिर होना, हर थां हाजिर होके भी ना हाजिर होना, त्रिग जीना, जिउना भी जे मरिया बराबर तां त्रिग मरना, जिउना सियासत चंद्री अलामत, जन्म मरण दे तकड़े उत्ते साहां दी सरगम नूं कतना, मिथां दी डूंगी साजिश तो बच बचाओ दी जद्दो जहद च धुआखी जही जीवन रेखा ते भी पैरां नूं जदों सुझे नचना, फिर हर पल होवे सिरजना, इऊं कर जीना जियो इऊं कर जीना। क्या बात है। सो बहुत प्यारे दोस्तों, पंजाब साहित्य अकादमी दे मंच ते अज संकट काल ते साहित्य दी 35ਵੀਂ लड़ी दे विच ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਦੇਸ਼ ਦੁਆਬੇ ਦੇ ਪਛਾਣ ਦੇ ਮਸਲਿਆਂ ਦੇ ਬਾਰੇ ਦੇ ਵਿੱਚ ਜਾਣਨ ਲਈ, ਚਰਚਾ ਕਰਨ ਲਈ ਅੱਜ ਸਾਡੇ ਨਾਲ ਬਹੁਤ ਹੀ ਸਤਿਕਾਰਤ ਹਸਤੀਆਂ ਜਿਹੜੀਆਂ ਗੱਲਬਾਤ ਕਰਨਗੀਆਂ। ਉਹਨਾਂ 'ਚ ਨੇ ਸਰਦਾਰ ਅਜਮੇਰ ਸਿੱਧੂ, ਡਾਕਟਰ ਦਵਿੰਦਰ ਸਿੰਘ, ਡਾਕਟਰ ਜਸਵੰਤ ਰਾਏ ਤੇ ਸਿਰਜਣਾ ਦੇ ਪਲਾਂ ਦੇ ਵਿੱਚ ਬੀਬਾ ਕੁਲਵੰਤ ਜੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰਨਗੇ। ਮੈਨੂੰ ਹਮੇਸ਼ਾ ਤੋਂ ਜੇਕਰ ਆਪਾਂ ਮਸਲਿਆਂ ਦੀ ਗੱਲ ਹੀ ਕਰਦੇ ਹਾਂ ਕਿ ਪਛਾਣ ਦੇ ਮਸਲੇ, ਤਾਂ ਦੁਆਬੇ ਇਹੋ ਜਿਹਾ ਇਲਾਕਾ ਹੈ, ਪੰਜਾਬ ਦਾ ਖਿੱਤਾ ਆ, ਜਿੱਥੋਂ ਦੇ ਬਹੁਤ ਸਾਰੇ ਲੋਕਾਂ ਨੇ ਪ੍ਰਵਾਸ ਵੱਲ ਪਲਾਇਨ ਕੀਤਾ ਆ। ਉਹਦੀਆਂ ਬਹੁਤ ਸਾਰੀਆਂ ਮਜਬੂਰੀਆਂ ਹੋਣਗੀਆਂ, ਉੱਥੋਂ ਦੇ ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਮਜਬੂਰੀਆਂ ਸੀ ਕਿ ਇੱਥੇ ਰੁਜ਼ਗਾਰ ਦੀ ਘਾਟ ਸੀ, ਉੱਥੇ ਉਹਨਾਂ ਨੂੰ ਮਿਲਿਆ ਜਾਂ ਜਿਹੜੀਆਂ ਉਹਨਾਂ ਦੀਆਂ ਪ੍ਰਸਥਿਤੀਆਂ ਸੀ ਉਸ ਵੇਲੇ, ਉਹ ਸਾਰੀਆਂ ਮੇਰੇ ਖਿਆਲ ਅਸੀਂ ਕਿਤਾਬਾਂ 'ਚ ਵੀ ਪੜ੍ਹੀਆਂ ਨੇ, ਅਸੀਂ ਸੁਣੀਆਂ ਵੀ ਨੇ, ਇੰਨਾ ਕੁ ਸਾਨੂੰ ਮੂਲ ਰੂਪ ਦੇ ਵਿੱਚ ਜਾਣਕਾਰੀ ਹੈ। ਪਰ ਫਿਰ ਵੀ ਕਿਤੇ ਨਾ ਕਿਤੇ ਇਸ ਨੂੰ ਅਸੀਂ ਉਸ ਤਰ੍ਹਾਂ ਨਾਲ ਪ੍ਰਫੁੱਲਿਤ ਇਲਾਕਾ ਨਹੀਂ ਗਿਣਦੇ। ਮੈਂ ਇਸ ਨੂੰ ਕਿਸੇ ਨਾਮਾਂਕਿਤ ਨਹੀਂ ਕਰਦੀ, ਪਰ ਜਿਵੇਂ ਆਪਾਂ ਮਾਝੇ ਦੀ ਗੱਲ ਕਰਦੇ ਹਾਂ, ਮਾਲਵੇ ਦੀ ਗੱਲ ਕਰਦੇ ਹਾਂ, ਤਾਂ ਇਹਦੀ ਗੱਲ ਘੱਟ ਕੀਤੀ ਜਾਂਦੀ ਹੈ। ਜਿਵੇਂ ਆਪਾਂ ਕਹਿੰਦੇ ਹਾਂ ਕਿ ਮਾਲਵੇ ਦੇ ਪਿੰਡਾਂ ਦੇ ਵਿੱਚੋਂ ਜਿੰਨੇ ਵੀ ਲੋਕ ਪੜ੍ਹੇ ਨੇ ਬਠਿੰਡੇ ਦੇ, ਉਹ ਸਾਰੇ ਦੇ ਸਾਰੇ ਸ਼ਹਿਰਾਂ ਵੱਲ ਮੁਹਾਰ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਫਿਰ ਉੱਥੇ ਜੋਗੇ ਹੋ ਜਾਂਦੇ ਨੇ, ਵਾਪਸ ਅਸੀਂ ਪਿੰਡਾਂ 'ਚ ਨਹੀਂ ਜਾਂਦੇ। ਇਹੋ ਜਿਹਾ ਕੁਝ ਮਸਲਾ ਇਸ ਵੇਲੇ ਵੀ ਆ ਕਿ ਅਸੀਂ ਦੁਆਬੇ ਵਾਲੇ ਜਿਹੜੇ ਸਾਡੇ ਵੀਰ ਨੇ, ਸਾਡੇ ਭੈਣ ਭਰਾ ਨੇ, ਉਹ ਜਦੋਂ ਪ੍ਰਵਾਸ 'ਚ ਚਲੇ ਜਾਂਦੇ ਨੇ, ਮੈਂ ਬਹੁਤ ਸਾਰੀਆਂ ਫੈਮਲੀਜ਼ ਨੂੰ ਜਾਣਦੀ ਹਾਂ ਜਿਹੜੀਆਂ ਉੱਥੇ ਗਈਆਂ ਨੇ, ਸਵਿਟਜ਼ਰਲੈਂਡ ਵੀ ਨੇ, ਹੋਰ ਵੀ ਨੇ ਜਿਨ੍ਹਾਂ ਨੇ ਬਹੁਤ ਕਾਰੋਬਾਰ ਸਥਾਪਿਤ ਵੀ ਕੀਤੇ ਨੇ। ਸੋ ਹਰ ਖੇਤਰ ਦੀਆਂ, ਹਰ ਖਿੱਤੇ ਦੀਆਂ ਕੁਝ ਭੂਗੋਲਿਕ ਸਮੱਸਿਆਵਾਂ ਹੁੰਦੀਆਂ ਨੇ, ਉੱਥੋਂ ਦੀਆਂ ਧਾਰਮਿਕ ਜਾਂ ਜਾਤੀਗਤ ਵਖਰੇਵੇਂ ਹੁੰਦੇ ਨੇ, ਜਾਂ ਕਹਿ ਲਓ ਕਿ ਰੁਜ਼ਗਾਰ ਦੇ ਮਸਲੇ ਹੁੰਦੇ ਨੇ। ਸੋ ਇਹ ਸਾਰੀਆਂ ਗੱਲਾਂ ਸਾਡੇ ਸਾਹਿਤ ਦੇ ਵਿੱਚ ਵੀ ਆਉਂਦੀਆਂ ਨੇ ਤੇ ਇਹ ਜਿਹੜੀ ਪਰਤ ਅਸੀਂ ਅੱਜ ਫਰੋਲਾਂਗੇ, ਇਹਦੇ ਵਿੱਚ ਅਸੀਂ ਇਹੋ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਿਹੜਾ ਸਾਹਿਤ ਦੇ ਲਈ ਮੂਲ ਆਧਾਰ ਜਿਹੜਾ ਆ, ਉਹ ਉਸ ਵਿਅਕਤੀ ਦਾ ਆਲਾ ਦੁਆਲੇ ਦੇ ਪ੍ਰਭਾਵ, ਸਮਾਜ, ਉਹ ਸਾਰਾ ਕੁਝ ਹੀ ਹੁੰਦਾ ਆ। ਸੋ ਜ਼ਿਆਦਾ ਕੁਝ ਨਾ ਕਹਿੰਦੀ ਹੋਈ, ਮੈਂ ਅੱਜ ਦੇ ਇਸ ਪੰਜਾਬ ਸਾਹਿਤ ਅਕਾਦਮੀ ਦੇ ਮੰਚ ਤੇ ਤੁਹਾਡਾ ਸਾਰਿਆਂ ਨੂੰ ਜੀ ਆਇਆਂ ਆਖਦੀ ਹਾਂ, ਔਰ ਉਹਨਾਂ ਸਾਰੇ ਪਿਆਰੇ ਪਿਆਰੇ ਦੋਸਤਾਂ ਦਾ, ਦਾਨਿਸ਼ਵਰ ਲੇਖਕਾਂ ਦਾ, ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜਦੇ ਨੇ। ਕਦੀ ਸੋਚਿਆ ਨਹੀਂ ਸੀਗਾ ਕਿ ਇੰਨੀ ਜਿਹੜੀ ਸਾਨੂੰ ਪ੍ਰਸਿੱਧੀ ਮਿਲੂਗੀ, ਕਿ ਇੰਨੇ ਸਾਡੇ ਨਾਲ ਦੋਸਤ ਜੁੜਨਗੇ ਵੱਖ-ਵੱਖ ਸ਼ਹਿਰਾਂ ਤੋਂ, ਵੱਖ-ਵੱਖ ਕਹਿ ਲਓ ਕਿ ਇੰਡੀਆ ਦੇ ਵਿੱਚ ਵੀ ਵੱਖ-ਵੱਖ ਜਿਹੜੇ ਰਾਜ ਨੇ ਉਹਨਾਂ ਤੋਂ, ਔਰ ਵਿਦੇਸ਼ਾਂ ਤੋਂ। ਸੋ ਸਾਰਿਆਂ ਨੂੰ ਇਹ ਜਿਹੜਾ ਮੋਹ ਮੁਹੱਬਤ ਦੀ ਅਸੀਂ
ਇੱਕ ਸਿਰਜ ਰਹੇ ਹਾਂ, ਪੈੜਾਂ ਸਿਰਜ ਰਹੇ ਹਾਂ, ਉਹਦੇ ਤੇ ਚੱਲਣ ਦੀ ਸਾਡੀ ਕੋਸ਼ਿਸ਼ ਹੈ। ਸੋ ਅਸੀਂ ਸਾਰੇ ਇਸ ਗੱਲ ਦੇ ਲਈ ਵਚਨਬੱਧ ਹਾਂ ਕਿ ਇੱਕ ਸ਼ਾਂਤੀ ਵਾਲਾ, ਸਹਿਜ ਵਾਲਾ ਜੀਵਨ ਸਾਡੇ ਸਾਰਿਆਂ ਲਈ ਮੁਯੱਸਰ ਹੋਵੇ। ਸੋ ਸੰਕਟ ਕਾਲ ਦੇ ਸਮੇਂ ਦੇ ਵਿੱਚ ਪੰਜਾਬ ਸਾਹਿਤ ਦੇ ਅਕਾਦਮੀ ਦੇ ਇਸ ਉਪਰਾਲੇ ਲਈ ਔਰ ਇੱਥੇ ਤੁਹਾਡਾ ਆਉਣ ਲਈ ਬਹੁਤ ਬਹੁਤ ਸਵਾਗਤ ਤੇ ਧੰਨਵਾਦ। ਜੀ ਮੈਮ, ਹੁਣ ਅਸੀਂ ਚੱਲਦੇ ਹਾਂ ਬੀਬਾ ਕੁਲਵੰਤ ਹੋਰਾਂ ਕੋਲੇ, ਉਹਨਾਂ ਦੇ ਸਿਰਜਣਾ ਦੇ ਰੰਗ ਮਾਣਦੇ ਹਾਂ ਅਸੀਂ। ਬੀਬਾ ਕੁਲਵੰਤ ਹੋਰਾਂ ਦੀ ਇੱਕ ਕਵਿਤਾ ਦੀਆਂ ਕੁਝ ਲਾਈਨਾਂ ਨੇ ਕਿ ਮੈਂ ਮਾਰੂਥਲ ਵਿੱਚ ਵਗਦੀ ਨਦੀ ਹਾਂ, ਕਾਲੇ ਸਮੇਂ ਵਿੱਚੋਂ ਲੰਘਦੀ ਕੋਈ ਸਦੀ ਹਾਂ, ਮੈਂ ਝੱਖੜਾਂ 'ਚ ਬਲਦੀ ਮੋਮਬੱਤੀ ਦੀ ਲਾਟ ਹਾਂ, ਮੈਂ ਪੈਰਾਂ 'ਚ ਸੁਲਗਦੇ ਸਫ਼ਰ ਦੀ ਕੋਈ ਬਾਤ ਹਾਂ, ਮੈਂ ਕਟੇ ਖੰਭਾਂ ਨਾਲ ਉਡਦੇ ਪਰਿੰਦੇ ਦੀ ਪ੍ਰਵਾਜ਼ ਹਾਂ, ਮੈਂ ਕੱਚੇ ਤੇ ਤਰਦੀ ਸੋਹਣੇ ਦੀ ਕੋਈ ਫਰਿਆਦ ਹਾਂ, ਮੈਂ ਕੱਚੇ ਤੇ ਤਰਦੀ ਸੋਹਣੇ ਦੀ ਕੋਈ ਫਰਿਆਦ ਹਾਂ। ਆਓ ਮਾਣੀਏ ਆਪਾਂ ਬੀਬਾ ਕੁਲਵੰਤ ਦੀ ਸ਼ਾਇਰੀ ਦੇ ਰੰਗ। ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। शुक्रिया जी। नज़्म है हर मोड़ हर वेले हर घड़ी, हर मोड़ हर वेले हर घड़ी, मेरियां राहां च छुरियां गड्ढना आदत जे तेरी खास है, नंगियां तलवारां दियां तिखियां धारां ते पैदल तुरन दा मैनू भी बड़ा अभ्यास। वाह वाह, क्या बात है, क्या बात है। ओ जद भी डरावे देंदा, ਉਹ ਜਦ ਵੀ ਡਰਾਵੇ ਦਿੰਦਾ, ਤਿੱਖੜ ਦੁਪਹਿਰਾਂ ਦੇ ਦਿੰਦਾ, ਉਹਨੂੰ ਸ਼ਾਇਦ ਨਹੀਂ ਸੀ ਪਤਾ ਕਿ ਮੈਂ ਤਾਂ ਕਿਸੇ ਰੇਗਿਸਤਾਨ ਦੀ ਬੇਟੀ ਹਾਂ। ਵਾਹ, ਕੀ ਬਾਤ ਹੈ। ਉਹ ਜਦ ਵੀ ਡਰਾਵੇ ਦਿੰਦਾ, ਲੋਹੇ ਦੀਆਂ ਸੀਖਾਂ ਦੇ ਦਿੰਦਾ, ਉਹ ਜਦ ਵੀ ਡਰਾਵੇ ਦਿੰਦਾ, ਲੋਹੇ ਦੀਆਂ ਸੀਖਾਂ ਦੇ ਦਿੰਦਾ, ਉਹਨੂੰ ਸ਼ਾਇਦ ਨਹੀਂ ਸੀ ਪਤਾ ਕਿ ਮੈਂ ਤਾਂ ਜਦ ਵੀ ਉੱਡਾਂਗੀ ਸਣੇ ਪਿੰਜਰੇ ਉੱਡਾਂਗੀ। ਬਹੁਤ ਵਧੀਆ, ਬਹੁਤ ਵਧੀਆ। ਉਹ ਜਦ ਵੀ ਡਰਾਵੇ ਦਿੰਦਾ, ਸ਼ੁਕਦੇ ਦਰਿਆਵਾਂ ਦੇ ਦਿੰਦਾ, ਉਹ ਜਦ ਵੀ ਡਰਾਵੇ ਦਿੰਦਾ, ਸ਼ੁਕਦੇ ਦਰਿਆਵਾਂ ਦੇ ਦਿੰਦਾ, ਉਹਨੂੰ ਸ਼ਾਇਦ ਨਹੀਂ ਸੀ ਪਤਾ ਮੈਂ ਤਾਂ ਸੱਤਾਂ ਪਤਨਾਂ ਦੀ ਤਾਰੂ ਹਾਂ। ਬਹੁਤ ਵਧੀਆ। ਉਹ ਜਦ ਵੀ ਡਰਾਵੇ ਦਿੰਦਾ, ਚਾਕੂ ਤੇ ਛਵੀਆਂ ਦੇ ਦਿੰਦਾ, ਉਹ ਜਦ ਵੀ ਡਰਾਵੇ ਦਿੰਦਾ, ਚਾਕੂ ਤੇ ਛਵੀਆਂ ਦੇ ਦਿੰਦਾ, ਉਹਨੂੰ ਸ਼ਾਇਦ ਨਹੀਂ ਸੀ ਪਤਾ ਮੈਂ ਤਾਂ ਜਿਹੜਾ ਵੀ ਕਦਮ ਤੁਰੀ ਹਾਂ, ਬਸ ਨੇਜਿਆਂ ਦੀ ਧਾਰ ਤੇ ਤੁਰੀ ਹਾਂ। ਮੈਂ ਤਾਂ ਅੱਜ ਤੱਕ ਜਿਹੜਾ ਵੀ ਕਦਮ ਤੁਰੀ ਹਾਂ, ਨੇਜਿਆਂ ਦੀ ਧਾਰ ਤੇ ਤੁਰੀ ਹਾਂ। ਉਹ ਜਦ ਵੀ ਡਰਾਵੇ ਦਿੰਦਾ, ਬਰਫੀਲੇ ਪਹਾੜਾਂ ਤੇ ਦਿੰਦਾ, ਉਹ ਜਦ ਵੀ ਡਰਾਵੇ ਦਿੰਦਾ, ਬਰਫੀਲੇ ਪਹਾੜਾਂ ਦੇ ਦਿੰਦਾ, ਉਹਨੂੰ ਸ਼ਾਇਦ ਨਹੀਂ ਸੀ ਪਤਾ ਕਿ 50 ਸਾਲ ਬਰਫ਼ ਦੀਆਂ ਸਿੱਲਾਂ 'ਚ ਲੱਗ ਕੇ ਮੈਂ ਅੱਜ ਤੱਕ ਵੀ ਨਹੀਂ ਖਰੀ। ਬਹੁਤ ਵਧੀਆ, ਬਹੁਤ ਖੂਬਸੂਰਤ। ਮੈਨੂੰ ਹਵਾ ਵਿੱਚ ਲੜਕਣਾ ਨਹੀਂ ਆਉਂਦਾ, ਮੈਨੂੰ ਹਵਾ ਵਿੱਚ ਲੜਕਣਾ ਨਹੀਂ ਆਉਂਦਾ, ਤੇ ਨਾ ਹੀ ਕੋਈ ਰੇਤ ਦੇ ਮਹਿਲ ਬਣਾਉਣਾ। ਮੈਂ ਤਾਂ ਮਿਆਨੋਂ ਨਿਕਲੀ ਉਹ ਤਲਵਾਰ ਹਾਂ, ਜਿਹਦੇ ਟੱਕ ਨਾਲ ਲਹੂ ਨਹੀਂ ਕੋਈ ਲਾਵਾ ਨਿਕਲੇ। ਮੈਂ ਤਾਂ ਮਿਆਨੋਂ ਨਿਕਲੀ ਉਹ ਤਲਵਾਰ ਹਾਂ, ਜਿਹਦੇ ਟੱਕ ਨਾਲ ਲਹੂ ਨਹੀਂ ਕੋਈ ਲਾਵਾ ਨਿਕਲੇਗਾ, ਜਿਹੜਾ ਨਾ ਤੈਨੂੰ ਪਸੰਦ ਕਰੇਗਾ ਨਾ ਮੈਨੂੰ ਹੀ ਕਰੇਗਾ। ਉਹ ਜਦੋਂ ਵੀ ਤੁਰੇਗਾ, ਲਾਸ਼ਾਂ ਦੀ ਗਿਣਤੀ ਲਈ ਕੋਹਾਂ ਦੀ ਕੋਈ ਵਿਰਲਾ ਬਚੇਗਾ, ਜਿਹੜਾ ਵੀ ਬਚੇਗਾ ਉਹ ਤੇਰਾ ਤੇ ਮੇਰਾ ਇਤਿਹਾਸ ਬਣੇਗਾ। ਜਿਹੜਾ ਵੀ ਬਚੇਗਾ ਉਹ ਤੇਰਾ ਤੇ ਮੇਰਾ ਇਤਿਹਾਸ ਬਣੇਗਾ, ਜਿਹੜਾ ਵੀ ਬਚੇਗਾ ਉਹ ਤੇਰਾ ਤੇ ਮੇਰਾ ਇਤਿਹਾਸ ਬਣੇਗਾ। ਬਹੁਤ ਅੱਛਾ, ਬਹੁਤ ਖੂਬਸੂਰਤ, ਬਹੁਤ ਕਮਾਲ। ਅਗਲੀ ਨਜ਼ਮ ਹੈ ਬੜੀ ਭਿਆਨਕ ਸੀ ਹਨੇਰੀਆਂ ਰਾਤਾਂ 'ਚ ਕੰਡਿਆਂ ਤੇ ਤੁਰਨ ਦੀ ਦਾਸਤਾਂ। ਬੜੀ ਭਿਆਨਕ ਸੀ ਹਨੇਰੀਆਂ ਰਾਤਾਂ 'ਚ ਕੰਡਿਆਂ ਤੇ ਤੁਰਨ ਦੀ ਦਾਸਤਾਂ। ਤੁਰਦਿਆਂ ਕੁਛ ਪੈਰਾਂ 'ਚ ਪੁੜ ਗਏ, ਚੁਗਦਿਆਂ ਕੁਛ ਪੋਟਿਆਂ 'ਚ ਲੈ ਗਏ, ਤੇ ਲੱਭਦਿਆਂ ਕੁਛ ਅੱਖਾਂ ਨੂੰ ਲੈ ਗਏ। ਕਿਆ ਬਾਤ ਹੈ, ਕਿਆ ਬਾਤ ਹੈ। ਨਾਟਕ ਦਾ ਫੀਲਡ ਹੈ ਮੇਰਾ। ਲਹੂ ਲੁਹਾਣ ਹੋਈ ਵੀ, ਲਹੂ ਲੁਹਾਣ ਹੋਈ ਵੀ, ਪਿੰਡੋ ਪਿੰਡ ਸ਼ਹਿਰੋ ਸ਼ਹਿਰ ਜ਼ਿੰਦਗੀ ਦਾ ਹੋਕਾ ਦਿੰਦੀ ਰਹੀ। ਲਹੂ ਲੁਹਾਣ ਹੋਈ ਵੀ, ਪਿੰਡੋ ਪਿੰਡ ਸ਼ਹਿਰੋ ਸ਼ਹਿਰ ਜ਼ਿੰਦਗੀ ਦਾ ਹੋਕਾ ਦਿੰਦੀ ਰਹੀ। ਮੇਰੀ ਇਸ ਉਜਾੜ ਤੇ ਵੀਰਾਨ ਜ਼ਿੰਦਗੀ ਵਿੱਚ ਕੋਈ ਜੁਗਨੂ ਬਣ ਕੇ ਆਇਆ ਤਾਂ ਮੈਂ ਭਰੋਸੇ ਨਾਲ ਵਫਾ ਕਰਾਂਗੀ। ਮੇਰੀ ਇਸ ਉਜਾੜ ਤੇ ਵੀਰਾਨ ਜ਼ਿੰਦਗੀ ਵਿੱਚ ਕੋਈ ਜੁਗਨੂ ਬਣ ਕੇ ਆਇਆ ਤਾਂ ਮੈਂ ਭਰੋਸੇ ਨਾਲ ਵਫਾ ਕਰਾਂਗੀ। ਅਸੀਂ ਆਪਣੇ ਹਿੱਸੇ ਦੇ ਚਾਨਣ ਲਈ ਕਿਆਮਤ ਤੱਕ ਲੜਾਂਗੇ।
ਕਿਆ ਬਾਤ। ਅਸੀਂ ਆਪਣੇ ਹਿੱਸੇ ਦੇ ਚਾਨਣ ਲਈ ਕਿਆਮਤ ਤੱਕ ਲੜਾਂਗੇ, ਜਿੱਤ ਹਾਰ ਦੇ ਸਿੱਟਿਆਂ ਤੋਂ ਬੇਖਬਰ ਹੋ ਕੇ, ਜਿੱਤ ਹਾਰ ਦੇ ਸਿੱਟਿਆਂ ਤੋਂ ਬੇਖਬਰ ਹੋ ਕੇ। ਬਹੁਤ ਵਧੀਆ ਜੀ, ਬਹੁਤ ਵਧੀਆ। ਕਿਹੋ ਜਿਹਾ ਤੇਰਾ ਸ਼ਹਿਰ ਸੀ, ਕਿਹੋ ਜਿਹਾ ਤੇਰਾ ਸ਼ਹਿਰ ਸੀ, ਪਾਣੀ ਮੰਗਦੀ ਤਾਂ ਇਸ਼ਾਰਾ ਅੱਗ ਵੱਲ ਕਰ ਦਿੰਦੇ। ਕਿਹੋ ਜਿਹਾ ਤੇਰਾ ਸ਼ਹਿਰ ਸੀ, ਆਪਣੀ ਕਲਾਈ ਲਈ ਵੰਗਾਂ ਪਸੰਦ ਕਰਦੀ ਤਾਂ ਤਲੀ ਤਲਵਾਰ ਧਰ ਦਿੰਦੇ। ਕਿਹੋ ਜਿਹਾ ਤੇਰਾ ਸ਼ਹਿਰ ਸੀ, ਝਾਂਜਰਾਂ ਤਾਂ ਦੇ ਦਿੰਦੇ। ਕਿਹੋ ਜਿਹਾ ਤੇਰਾ ਸ਼ਹਿਰ ਸੀ, ਝਾਂਜਰਾਂ ਤਾਂ ਦੇ ਦਿੰਦੇ, ਪਰ ਪੈਰ ਜਦ ਨੱਚਣ ਲਈ ਥਿੜਕਣ ਲੱਗਦੇ, ਸਾਰੇ ਫਰਸ਼ ਤੇ ਕੱਚ ਦੇ ਟੁਕੜੇ ਮੜ ਦਿੰਦੇ। ਕਿਹੋ ਜਿਹਾ ਤੇਰਾ ਸ਼ਹਿਰ ਸੀ, ਰੰਗ ਬਰੰਗੇ ਫੁੱਲਾਂ ਦੀਆਂ ਨਾਜ਼ੁਕ ਪੱਤੀਆਂ ਨਾਲ ਵੀ ਅਗਨ ਬਾਣ ਮੜ ਦਿੰਦੇ। ਕਿਹੋ ਜਿਹਾ ਤੇਰਾ ਸ਼ਹਿਰ ਸੀ, ਰਾਜੇ ਕੋਲੋਂ ਇਨਸਾਫ ਲੈਣ ਲਈ ਕਤਾਰ ਵਿੱਚ ਖੜਾ ਤਾਂ ਕਰ ਦਿੰਦੇ, ਪਰ ਜਿਸਮ ਬੁੱਤਾਂ ਦੇ ਵਾਂਗ ਕਰ ਦਿੰਦੇ। ਕਿਹੋ ਜਿਹਾ ਤੇਰਾ ਸ਼ਹਿਰ ਸੀ, ਮੁੰਦਰੀ ਵਿੱਚ ਨਗ ਦੀ ਥਾਂ ਮੋਹਰਾ ਭਰ ਦਿੰਦੇ। ਕਿਹੋ ਜਿਹਾ ਤੇਰਾ ਸ਼ਹਿਰ ਸੀ, ਕਿਹੋ ਜਿਹਾ ਤੇਰਾ ਸ਼ਹਿਰ ਸੀ, ਆਪਣੀਆਂ ਕਮਜ਼ੋਰੀਆਂ ਵੀ ਮੇਰੇ ਸਿਰ ਮੜ ਦਿੰਦੇ। ਜਿਹਾ ਤੇਰਾ ਸ਼ਹਿਰ ਸੀ, ਆਪਣੀਆਂ ਕਮਜ਼ੋਰੀਆਂ ਵੀ ਮੇਰੇ ਸਿਰ ਮੜ ਦਿੰਦੇ। ਕਿਹੋ ਜਿਹਾ ਤੇਰਾ ਸ਼ਹਿਰ ਸੀ, ਜਿਹੜੇ ਗੁਨਾਹ ਮੈਂ ਕਦੇ ਕੀਤੇ ਨਾ ਹੁੰਦੇ, ਉਹਨਾਂ ਦੀ ਸਜ਼ਾ ਵੀ ਬਾਮੁਸ਼ੱਕਤ ਕਰ ਦਿੰਦੇ। ਕਿਹੋ ਜਿਹਾ ਤੇਰਾ ਸ਼ਹਿਰ ਸੀ, ਆਪਣੇ ਜ਼ੁਲਮ ਨੂੰ ਇੰਤਜ਼ਾਮ ਤੇ ਮੇਰੀ ਹੱਕ ਦੀ ਆਵਾਜ਼ ਨੂੰ ਫਾਂਸੀ ਟੰਗ ਦਿੰਦੇ। ਬਹੁਤ ਜੀ ਲਿਆ ਮੈਂ ਤੇਰੇ ਸ਼ਹਿਰ ਵਿੱਚ, ਬਹੁਤ ਜੀ ਲਿਆ ਮੈਂ ਤੇਰੇ ਸ਼ਹਿਰ ਵਿੱਚ, ਬਹੁਤ ਜਿਬਾ ਹੋ ਲਿਆ ਮੈਂ ਤੇਰੇ ਸ਼ਹਿਰ ਵਿੱਚ। ਹੁਣ ਜਦ ਕਦੇ ਮੈਂ ਤੇਰੇ ਸ਼ਹਿਰ ਆਵਾਂਗੀ, ਲੈ ਕੇ ਖੰਜਰ ਨਾ ਲਿਆਵਾਂਗੀ। ਬਹੁਤ ਜੀ ਲਿਆ ਮੈਂ ਤੇਰੇ ਸ਼ਹਿਰ ਵਿੱਚ, ਬਹੁਤ ਜਿਬਾ ਹੋ ਲਿਆ ਮੈਂ ਤੇਰੇ ਸ਼ਹਿਰ ਵਿੱਚ। ਹੁਣ ਜਦ ਕਦੇ ਮੈਂ ਤੇਰੇ ਸ਼ਹਿਰ ਆਵਾਂਗੀ, ਲੈ ਕੇ ਖੰਜਰ ਨਾ ਲਿਆਵਾਂਗੀ। ਉਹਨੂੰ ਆਰ ਕਰ ਦੇਵੀਂ ਤੇ ਭਾਵੇਂ ਪਾਰ ਕਰ ਦੇਵੀਂ। ਉਹਨੂੰ ਆਰ ਕਰ ਦੇਵੀਂ ਤੇ ਭਾਵੇਂ ਪਾਰ ਕਰ ਦੇਵੀਂ। ਬਾਗੀ ਬਣਾਂਗੀ ਮੈਂ, ਬਗਾਵਤ ਕਰਾਂਗੀ ਮੈਂ, ਤੇਰੇ ਸ਼ਹਿਰ ਲਈ ਵੰਗਾਰ ਬਣਾਂਗੀ ਮੈਂ, ਤੇਰੇ ਸ਼ਹਿਰ ਲਈ ਵੰਗਾਰ ਬਣਾਂਗੀ ਮੈਂ, ਤੇਰੇ ਸ਼ਹਿਰ ਲਈ ਵੰਗਾਰ ਬਣਾਂਗੀ ਮੈਂ, ਤੇਰੇ ਸ਼ਹਿਰ ਲਈ ਵੰਗਾਰ ਬਣਾਂਗੀ। ਕਿਆ ਬਾਤ ਹੈ ਜੀ, ਕਿਆ ਬਲਵੰਤ ਬਾਤ। ਮੈਡਮ, ਬਹੁਤ ਅੱਛੇ ਮੈਡਮ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੈਮ। ਤੁਸੀਂ ਸੱਚਮੁੱਚ ਨਾਟਕ ਵਾਲੀ ਸੁਰ ਦੇ ਵਿੱਚ ਤੇ ਨਾਟਕ ਵਾਲੀ ਅਦਾ ਦੇ ਵਿੱਚ ਆਪਣੀਆਂ ਕਵਿਤਾਵਾਂ ਸੁਣਾਈਆਂ ਨੇ। ਤੁਹਾਡੇ ਅੰਦਰੋਂ ਰੰਗਮੰਚ ਝਲਕ ਰਿਹਾ ਹੈ, ਤੁਹਾਡੇ ਅੰਦਰੋਂ ਨਾਟਕ ਝਲਕ ਰਿਹਾ ਹੈ। ਬਹੁਤ ਬਹੁਤ ਸ਼ੁਕਰੀਆ। ਦੁਆ ਕਰਦੇ ਹਾਂ ਕਿ ਤੁਹਾਡੀਆਂ ਰਚਨਾਵਾਂ ਹੋਰ ਵੀ ਪੁਖਤਗੀ ਨਾਲ ਸਾਡੇ ਸਾਹਮਣੇ ਆਉਣ। ਬਹੁਤ ਬਹੁਤ ਧੰਨਵਾਦ ਜੀ। ਤੇ ਹੁਣ ਆਪਾਂ ਵੱਧਦੇ ਹਾਂ ਚਰਚਾ ਵੱਲ। ਚਰਚਾ ਦੀ ਸ਼ੁਰੂਆਤ ਕਰਦੇ ਹਾਂ ਦਵਿੰਦਰ ਸਰ ਹੋਰਾਂ ਤੋਂ। ਡਾਕਟਰ ਦਵਿੰਦਰ ਕੁਮਾਰ ਜੀ, ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਦੁਆਬੇ ਦਾ ਮਤਲਬ ਹੁੰਦਾ ਹੈ ਦੋ ਆਬ, ਜਿੱਥੇ ਦੋ ਦਰਿਆ ਇਕੱਠੇ ਮਿਲਦੇ ਨੇ ਉਹਦੇ ਵਿਚਕਾਰਲਾ ਇਲਾਕਾ ਦੁਆਬਾ ਹੁੰਦਾ ਹੈ। ਸਾਨੂੰ ਇਹ ਦੱਸੋ ਕਿ ਕਿੰਨੇ ਕੁ ਦੁਆਬੇ ਨੇ ਤੇ ਉਹਦੇ ਵਿੱਚੋਂ ਆਪਣੇ ਵਾਲਾ ਦੁਆਬਾ, ਤੁਹਾਡੇ ਵਾਲਾ ਦੁਆਬਾ ਕਿਹੜਾ ਹੈ? ਡਾਕਟਰ ਸਾਹਿਬ, ਜਿਵੇਂ ਕਿ ਆਪਾਂ ਪੰਜਾਬ ਸ਼ਬਦ ਤੋਂ ਜਾਣਦੇ ਹਾਂ ਕਿ ਪੰਜ ਦਰਿਆ ਜੀ, ਪੰਜਾਂ ਦਰਿਆਵਾਂ ਦੇ ਦਰਮਿਆਨ ਪੰਜੇ ਹੀ ਦੁਆਬੇ। ਦੁਆਬੇ 'ਚ ਆਪਾਂ ਪ੍ਰੋਗਰਾਮ ਕਰ ਸ਼ੁਰੂ ਜ਼ਿਕਰ ਕੀਤਾ ਬਿਸਤ ਜਲੰਧਰ ਦੁਆਬਾ, ਇਹਨੂੰ ਵੈਸੇ ਟੈਕਨੀਕਲੀ ਕਹਿੰਦੇ ਆ ਬਿਸਤ ਦੁਆਬਾ ਵੀ ਕਹਿ ਦਿੰਦੇ ਆ, ਬਿਆਸ ਤੇ ਸਤਲੁਜ ਦੇ ਦਰਮਿਆਨ ਜੀ। ਜਿਹੜਾ ਬਿਆਸ ਤੇ ਰਾਵੀ ਦੇ ਦਰਮਿਆਨ ਆ ਉਹਨੂੰ ਬਾਰੀ ਕਹਿ ਦਿੰਦੇ ਆ, ਜਿਹੜਾ ਰਾਵੀ ਤੇ ਚਨਾਬ ਦੇ ਦਰਮਿਆਨ ਆ ਉਹਨੂੰ ਰਚਨਾ ਕਹਿ ਦਿੰਦੇ ਆ, ਚਨਾਬ ਤੇ ਜੇਹਲਮ ਦੇ ਦਰਮਿਆਨ ਆ ਉਹਨੂੰ ਚੱਲ ਕਹਿ ਦਿੰਦੇ ਆ, ਜਿਹੜਾ ਪਾਕਿਸਤਾਨ ਚਲਾ ਗਿਆ ਜੇਹਲਮ ਤੇ ਇੰਡਸ ਦੇ ਦਰਮਿਆਨ ਉਹਨੂੰ ਸਿੰਧ ਸਾਗਰ ਕਹਿ ਦਿੰਦੇ ਆ। ਸਾਡਾ ਬਿਸਤ ਦੁਆਬ ਹੈ ਜੀ। ਇਹ ਭੂਗੋਲਿਕ ਤੌਰ ਤੇ ਸਾਰੇ ਪੰਜਾਬ ਦਾ ਬਹੁਤ ਛੋਟਾ ਜਿਹਾ ਖੇਤਰਫਲ ਹੈ, ਵੱਡਾ ਨਹੀਂ ਹੈ, ਬਹੁਤ ਛੋਟਾ ਹੈ, 9000 ਕਿਲੋਮੀਟਰ ਦਾ ਸਾਰਾ ਹੈ। ਪ੍ਰਮੁੱਖ ਤੌਰ ਤੇ ਪਹਿਲਾਂ ਦੇ ਵਿੱਚ ਤਿੰਨੇ ਹੀ ਜ਼ਿਲ੍ਹੇ ਸੀ, ਹੁਸ਼ਿਆਰਪੁਰ ਸੀ, ਜਲੰਧਰ ਸੀ, ਕਪੂਰਥਲਾ ਸੀ। ਤੇ ਹੁਣ ਹੁਸ਼ਿਆਰਪੁਰ ਦੀ ਤੇ ਜਲੰਧਰ ਦੀਆਂ ਦੋ ਕਾਂਤਰਾਂ ਕੱਟ ਕੇ ਸਾਡਾ ਜ਼ਿਲ੍ਹਾ ਬਣਾਤਾ ਨਵਾਂਸ਼ਹਿਰ। ਫਿਰ ਬਾਅਦ ਚ ਇਹਦਾ ਚਾਰ ਜ਼ਿਲ੍ਹੇ ਜਿਹੜੇ ਸਾਡੇ ਹੁਣ ਇਸ ਵੇਲੇ ਇਸ ਦੁਆਬੇ ਦੇ ਵਿੱਚ ਹੈ ਜੀ। ਇਹਦੀਆਂ ਗਾਂ ਚਾਰ ਛੋਟੀਆਂ ਛੋਟੀਆਂ ਹੋਰ ਭੂਗੋਲਿਕ ਐਸੇ ਖਿੱਤੇ ਆ ਜਿਨ੍ਹਾਂ ਦੀਆਂ ਆਪਣੀਆਂ ਆਪਣੀਆਂ ਪਛਾਣਾਂ ਆ। ਉਹ ਕਲਚਰ ਦੀ ਪਛਾਣ ਵੀ ਇਹਨਾਂ ਦੀ ਅਲੱਗ ਆ, ਭਾਸ਼ਾ ਦੀ ਪਛਾਣ ਵੀ ਅਲੱਗ ਆ, ਰੀਤੀ ਰਿਵਾਜ ਰਸਮ
ਇਹ ਸਾਰੇ ਅਲੱਗ ਹੈ। ਜਿੱਥੋਂ ਤੁਸੀਂ ਸ਼ੁਰੂ ਚ ਜ਼ਿਕਰ ਕੀਤਾ ਸੀ ਦੁਆਬੇ ਨਾਲ ਜੁੜੀਆਂ ਜਿਹੜੀਆਂ ਪਛਾਣਾਂ ਹੈ ਜੀ, ਇੱਕ ਖੇਤਰ ਹੈ ਜਿਹੜਾ ਫਲੌਰ ਤੋਂ ਲੈ ਕੇ ਜਲੰਧਰ ਦੀ ਜਿਹੜੀ GT ਰੋਡ ਜਿਹਨੂੰ ਅਸੀਂ ਪਹਿਲਾਂ ਕਹਿੰਦੇ ਸੀ ਨੈਸ਼ਨਲ ਹਾਈਵੇ ਹੈ, ਉਹਦੇ ਪਰਲੇ ਪਾਰ ਉਹ ਜਿਸ ਨੂੰ ਮੰਜਕੀ ਕਹਿੰਦੇ ਆ, ਮੰਜਕੀ ਦਾ ਖੇਤਰ ਹੈ ਜਿਹਦੇ ਵਿੱਚ ਥੋੜੇ ਵੱਡੇ ਪਿੰਡ ਆ ਜਾਂਦੇ ਆ। ਨਕੋਦਰ ਹੈ, ਉਹਦੇ ਵਿੱਚ ਨੂਰ ਮਹਿਲ ਹੈ, ਸ਼ਾਹਕੋਟ ਹੈ, ਜੰਡਿਆਲਾ, ਸੁਲਤਾਨਪੁਰ ਲੋਧੀ, ਬਿਲਗਾ ਵਗੈਰਾ ਹੈ। ਤਾਂ ਜੀ, ਇਹਨੂੰ ਇਹ ਵੇਲੇ ਪੰਜਾਬ ਦੀ ਗੋਲਕ ਕਿਹਾ ਜਾਂਦਾ ਸੀ, ਇੰਨਾ ਪੈਸਾ। ਤੇ ਜਿਹੜੀ ਬਿਲਟ ਹੈ ਜਿਹਦੇ ਵਿੱਚ ਨਵਾਂ ਸ਼ਹਿਰ ਹੈ, ਬੰਗਾ ਹੈ, ਫਗਵਾੜਾ ਹੈ, ਜਲੰਧਰ ਹੈ, ਇਸ ਪਾਸੇ ਦੀ ਬਿਲਟ ਜਿਹੜੀ ਹੈਗੀ ਹੈ ਸ਼ਿਵਾਲਕ ਦੇ ਨਾਲ ਨਾਲ ਵਧੀ, ਇਹਨੂੰ ਮੁੱਖ ਤੌਰ ਤੇ ਦੁਆਬੇ ਦੀ ਬਿਲਟ ਕਹਿ ਦਿੰਦੇ ਆ। ਇੱਕ ਹੈ ਜਿਹੜੀ ਸਤਲੁਜ ਦਰਿਆ ਦੇ ਨਾਲ ਚੱਲਦੀ ਹੈ, ਜਿਹਨੂੰ ਕੰਢੀ ਦਾ ਖੇਤਰ ਕਹਿੰਦੇ ਆ, ਜਿਹਦੇ ਵਿੱਚ ਨੂਰਪੁਰ ਬੇਦੀ ਵਗੈਰਾ ਇਲਾਕਾ ਆ ਜਾਂਦਾ, ਆਬਿਆਣਾ ਵਗੈਰਾ ਆ ਜਾਂਦਾ, ਜਿੱਥੇ ਦੇ ਬਹੁਤ ਸਾਰੇ ਲੋਕ ਫੌਜ ਦੇ ਵਿੱਚ ਗਏ, ਫੌਜੀ ਜਿਹੜੇ ਬਣੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਸੀਗਾ ਜੀ। ਇੱਕ ਹੋਰ ਮਹੱਤਵਪੂਰਨ ਬੈਲਟ ਹੈ ਜਿਸ ਨੂੰ ਬੀਤ ਕਹਿੰਦੇ ਆ, ਬੀਤ। ਇਹ ਬੈਲਟ ਹੋ ਜਾਂਦੀ ਹੈ ਜਿਵੇਂ ਬਲਾਚੌਰ ਤੋਂ ਸਿੰਘਪੁਰ ਆ ਗਏ, ਭੱਲੜੀ ਭਲਾਣ ਆ ਗਿਆ, ਜਾਂ ਫਿਰ ਅੱਗੇ ਝੁੱਗੀਆਂ ਆ ਗਈਆਂ, ਬੀਣੇਵਾਲ ਵਗੈਰਾ ਆ ਗਿਆ, ਹੁਸ਼ਿਆਰਪੁਰ ਤੱਕ ਇਹ ਬੈਲਟ ਜਾਂਦੀ, ਜਿਹਨੂੰ ਅੰਬੀਆਂ ਦਾ ਖੇਤਰ ਕਹਿੰਦੇ, ਅੰਬੀਆਂ ਦਾ। ਜਿਹੜੀ ਰੋਡ ਹੈ, ਇਸ ਰੋਡ ਦੇ ਦੋਹੀਂ ਪਾਸੇ ਹੁਸ਼ਿਆਰਪੁਰ ਵਾਲੀ ਜਿਹੜੀ ਹੈ ਸਾਡੀ, ਇੱਥੋਂ ਇਸ ਦੇ ਦੋਹੀਂ ਪਾਸੇ ਹੁਣ ਤੱਕ ਅੰਬ ਹੁੰਦੇ ਸੀ। ਹੁਣ ਤਾਂ ਚਲੋ ਸੜਕਾਂ ਦੇ ਵਿਕਾਸ ਦੇ ਨਾਂ ਤੇ ਬਹੁਤ ਸਾਰੇ ਦਰਖਤ ਕੱਟ ਦਿੱਤੇ ਗਏ ਆ, ਹੁਣ ਤੱਕ ਵੀ ਅੰਬ ਹੁੰਦੇ ਸੀ, ਅਜੇ ਵੀ ਅੰਬ ਦਾ ਇਹ ਖੇਤਰ ਇਸ ਨੂੰ ਮੰਨਿਆ ਗਿਆ। ਇੱਕ ਚੌਥਾ ਜਿਸ ਦੇ ਬਾਰੇ ਸ਼ਾਇਦ ਬਹੁਤ ਘੱਟ ਸਾਡੇ ਜਿਹੜੇ ਅੱਜ ਦੇ ਦਰਸ਼ਕ ਸਾਡੇ ਨਾਲ ਜੁੜੇ ਆ ਜਾਣਦੇ ਹੋਣ, ਘੱਟ ਜਾਣਦੇ ਹੋਣ, ਉਸ ਨੂੰ ਭਾਦ ਕਹਿੰਦੇ, ਭਾਦ ਦਾ ਏਰੀਆ ਹੈ। ਇਹ ਜਿਹੜਾ ਮਕੇਰੀਆਂ ਤੋਂ ਉੱਪਰਲੇ ਪਾਸੇ ਤਲਵਾੜੇ ਵਾਲੇ ਪਾਸੇ ਦਾ ਜਿਹੜਾ ਖੇਤਰ ਹੈ, ਉਸ ਨੂੰ ਭਾਦ ਕਹਿੰਦੇ, ਭਾਦ। ਜਿਵੇਂ ਇੱਕ ਨਾ ਸਿੱਠਣੀ ਦੇ ਵਿੱਚ ਆਉਂਦਾ ਸੀ ਕਿ ਅੱਧੀ ਰਾਤੀ ਦੁਪਹਿਰੇ ਨੀ ਬੰਤਾ ਸੂ ਕਾਹੇ ਕੋ ਆਇਆ, ਭੈਣਾ ਕੰਜਰੀ ਨੀ ਉਹਨੂੰ ਵੇਚਣ ਆਇਆ, ਬਾਦਾ ਦੁਆਬਾ ਫਿਰ ਆਇਆ ਨੀ ਮੁਲਕ ਨੇ ਨਾ ਪਾਇਆ। ਇਹ ਬਾਦਾ ਤੇ ਦੁਆਬਾ ਮਤਲਬ ਇਹ ਸਾਰਾ ਏਰੀਆ, ਉਹ ਬਾਅਦ ਦਾ ਜਿਹੜਾ ਏਰੀਆ ਹੈਗਾ, ਉਹ ਜਿਹੜਾ ਇਹਨਾਂ 4 ਖਿੱਤਿਆਂ ਦੇ ਵਿੱਚ ਵੰਡਿਆ ਜਿਹੜਾ ਦੁਆਬਾ ਆ, ਇਹਦੀਆਂ ਚਾਰੇ ਲਗਭਗ ਪਛਾਣਾਂ ਆ। ਇਹ ਬਸੋਂ ਇਹਦੇ ਵਿੱਚ ਬਹੁਤ ਸੰਘਣੀ ਹੈ, ਉਸ ਸਾਰੀ ਬਸੋਂ ਦਾ 40% ਲਗਭਗ ਦਲਿਤ ਬਸੋਂ ਹੈ, ਇਸ ਕਰਕੇ ਇੱਥੇ ਦੇ ਦਲਿਤ ਸਰੋਕਾਰ ਹੈ। ਜਿਵੇਂ ਮੈਡਮ ਹੁਣੀ ਜ਼ਿਕਰ ਕੀਤਾ ਕਿ ਇੱਥੇ ਦੇ ਲੋਕ ਘੱਟ ਖੇਤੀ ਕਰਕੇ ਪ੍ਰਵਾਸ ਵਾਲੇ ਪਾਸੇ ਰੁਝਾਨ ਬਣਿਆ ਰਿਹਾ, ਫੌਜ ਵਾਲੇ ਪਾਸੇ ਜਾਂ ਇੱਧਰ ਪੁਲਿਸ ਦੇ ਪਾਸੇ ਰੁਝਾਨ ਬਣਿਆ ਰਿਹਾ। ਇਸ ਕਰਕੇ ਇੱਥੇ ਜਾਂ ਤਾਂ ਬਹੁਤ ਸਾਰੇ ਲੋਕ ਫੌਜੀ ਆ, ਜਾਂ ਬਹੁਤ ਸਾਰੇ ਲੋਕ ਸਿਪਾਹੀ ਆ, ਜਾਂ ਹੋਰ ਨੌਕਰੀਆਂ ਕਰਦੇ ਆ, ਜਾਂ ਜਿਨ੍ਹਾਂ ਨੇ ਪ੍ਰਵਾਸ ਕਰ ਲਿਆ ਉਹ ਉਸ ਪਾਸੇ ਨੂੰ ਚਲੇ ਗਏ ਆ। ਸੋ ਇਸ ਕਰਕੇ ਜਿਹੜਾ ਦੁਆਬਾ ਹੈ, ਇਹਦੇ ਵਿੱਚ ਇਹ ਵੱਡੇ ਸ਼ਹਿਰਾਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਵੱਡੇ ਜਲੰਧਰ, ਹੁਸ਼ਿਆਰਪੁਰ ਜਾਂ ਕਪੂਰਥਲੇ ਨੂੰ ਛੱਡ ਕੇ ਹੈ ਨਹੀਂ, ਪਰ ਇਹ ਹੈ ਕਿ ਇਤਿਹਾਸਕ ਸ਼ਹਿਰ ਜੇ ਆਪਾਂ ਕਹਿ ਸਕਦੇ ਹਾਂ ਸੁਲਤਾਨਪੁਰ ਲੋਧੀ ਹੈ, ਜਿਵੇਂ ਸਭ ਨਾਲ ਜੁੜਿਆ ਹੈ। ਤੇ ਇੱਦਾਂ ਹੀ ਇੱਕ ਖੁਰਾਲਗੜ੍ਹ ਹੈ ਜਿਹੜਾ ਹੁਣ ਵਿਕਸਿਤ ਹੋ ਰਿਹਾ ਇਸ ਵੇਲੇ, ਗੁਰੂ ਰਵਿਦਾਸ ਜੀ ਮਹਾਰਾਜ ਨਾਲ ਜੁੜਿਆ ਪਤਾ ਹੈਗਾ ਵੀ ਦਲਿਤ ਸਰੋਕਾਰਾਂ ਨਾਲ ਜੁੜਿਆ ਇੱਕ ਸਥਾਨ ਹੈ। ਸੋ ਇਸ ਕਰਕੇ ਛੋਟਾ ਜਿਹਾ ਇਹ ਦੁਆਬਾ ਏਰੀਆ ਹੈ, ਪਰ ਇਹਦੇ ਵਿੱਚ ਮਤਲਬ ਤੁਸੀਂ ਯਕੀਨ ਕਰਿਓ ਜਿਨ੍ਹਾਂ ਦਿਨਾਂ 'ਚ ਪੰਜਾਬ ਨੂੰ DTC ਦੀਆਂ ਕੁਝ ਗਿਣਤੀ ਦੀਆਂ 2-4 ਬੱਸਾਂ ਆਉਂਦੀਆਂ ਸੀ, ਤਾਂ ਬੰਗਾ ਇੱਥੇ ਸਾਡੇ ਕਸਬਾ ਹੈ, ਛੋਟਾ ਜਿਹਾ ਕਸਬਾ ਹੀ ਆ, ਪਿੰਡ ਕਹਿ ਲਓ, DTC ਦੀ ਸਪੈਸ਼ਲ ਬੱਸ ਆਉਂਦੀ ਸੀ, ਕਿਉਂਕਿ ਰੋਜ਼ ਬੱਸ ਫੁੱਲ ਪੈਕ ਹੁੰਦੀ ਸੀ। ਜਿਹੜੇ ਲੋਕ ਬਾਹਰੋਂ ਆਉਂਦੇ ਸੀ, ਜਿਹੜੇ ਲੋਕ ਇੱਥੋਂ ਬਾਹਰ ਨੂੰ ਜਾਂਦੇ ਸੀ, ਉਸ ਬੱਸ ਦੇ ਵਿੱਚ। ਛੋਟਾ ਜਿਹਾ ਸ਼ਹਿਰ ਹੈ, ਇਹਦੇ ਵਿੱਚ ਇੰਨੀਆਂ ਸਾਰੀਆਂ ਬੈਂਕਾਂ ਸੀ ਜਿੰਨੀਆਂ ਬੈਂਕਾਂ ਸਾਰੇ ਪੰਜਾਬ 'ਚ ਨਹੀਂ ਹੋਣੀਆਂ, ਤੇ ਸਾਰੇ ਆਪਣੀ ਲਿਮਟ ਤੋਂ ਉੱਪਰ ਸੀ, ਕਿਉਂਕਿ ਸਾਰਿਆਂ ਕੋਲ NRI ਪੈਸਾ ਇੰਨਾ ਜ਼ਿਆਦਾ ਸੀ। ਅੱਜ ਦੀ ਡੇਟ ਦੇ ਵਿੱਚ ਵੀ ਇਹੀ ਹਾਲਤ ਹੈ। ਸੋ ਇਹ ਖਾਸ ਸਾਡੇ ਦੁਆਬੇ ਦੀ, ਇਹਨੂੰ ਆਪਾਂ ਬਖਸ਼ੇ ਤਾਂ ਤੇ ਜਿਵੇਂ ਆਪਾਂ ਹੁਣ ਚਰਚਾ। ਬਿਲਕੁਲ ਬਿਲਕੁਲ। ਸਿੱਧੂ ਸਾਹਿਬ, ਦੁਆਬੇ ਦੀ ਧਰਤੀ ਨੂੰ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਇੱਕ ਤਾਂ ਸੁਲਤਾਨਪੁਰ ਲੋਧੀ ਕਰਕੇ ਅਸੀਂ ਜਾਣਦੇ ਹਾਂ, ਤੇ ਦੂਜਾ ਖਟਕੜ ਕਲਾਂ ਕਰਕੇ ਜਾਣਦੇ ਹਾਂ। ਸ਼ਹੀਦ ਭਗਤ ਸਿੰਘ ਇਸ ਵੇਲੇ ਪੂਰੀ ਦੁਨੀਆ ਦਾ ਨਾਇਕ ਹੈ, ਤੇ ਦੁਆਬੇ ਨੂੰ ਇਸ ਗੱਲ ਦਾ ਮਾਣ ਵੀ ਹੈ, ਵੈਸੇ ਸਾਰੀ ਦੁਨੀਆ ਨੂੰ ਮਾਣ ਹੈ ਕਿ ਅਸੀਂ ਦੁਆਬੇ ਦੀ ਪਛਾਣ ਭਗਤ ਸਿੰਘ ਦੇ ਨਾਲ ਜੁੜੀ ਹੋਈ ਹੈ। ਭਗਤ ਸਿੰਘ ਤੋਂ ਇਲਾਵਾ ਇੱਥੋਂ ਦੀ ਧਰਤੀ ਦੇ ਕਿੰਨੇ ਨਾਇਕ ਰਹੇ ਨੇ, ਜਾਂ ਸੰਘਰਸ਼ ਦੀਆਂ ਕਿਹੜੀਆਂ ਪਰਤਾਂ ਰਹੀਆਂ ਨੇ ਇਸ ਧਰਤੀ ਦੇ ਵਿੱਚ, ਉਹ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ। ਡਾਕਟਰ ਸਾਹਿਬ, ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਬਹੁਤ ਵੱਡਾ ਨਾਂ ਆ, ਔਰ ਜਿਹੜੀ ਉਹ ਨੌਜਵਾਨਾਂ ਦੀ ਪੂਰੀ ਲਹਿਰ ਹੈ, ਉਹਦਾ ਬਹੁਤ ਵੱਡਾ ਇਤਿਹਾਸ ਹੈ। ਜੇ ਅਸੀਂ ਥੋੜੀ ਉਹਨਾਂ ਤੋਂ ਪਿੱਛੇ ਨਿਗਾਹ ਮਾਰੀਏ ਤਾਂ ਸਾਡੇ ਕੋਲ 1862 ਦੇ ਵਿੱਚ ਕੂਕਾ ਲਹਿਰ ਜਿਹੜੀ ਹੈ ਉਹ ਸ਼ੁਰੂ ਹੁੰਦੀ ਆ। ਸਤਿਗੁਰੂ ਰਾਮ ਸਿੰਘ ਹੁਣੀ ਮਾਲਵੇ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਮੂਵਮੈਂਟ ਖੜੀ ਕਰਦੇ ਆ। ਉਸ ਲਹਿਰ ਦਾ, ਕੂਕਾ ਲਹਿਰ ਦਾ ਦੁਆਬੇ ਵਿੱਚ ਵੀ ਪ੍ਰਭਾਵ ਪੈਂਦਾ ਆ। ਖਾਸ ਤੌਰ ਤੇ ਜਿਹੜੀ ਕਾਂਗਰਸ ਪਾਰਟੀ ਨੇ ਬਾਅਦ ਦੇ ਵਿੱਚ ਨਾ ਮਿਲਵਰਤਨ ਲਹਿਰ ਚਲਾਈ ਆ, ਉਹ ਪਹਿਲੋਂ ਹੀ ਕੂਕਿਆਂ ਨੇ
ਅੰਗਰੇਜ਼ਾਂ ਦੇ ਨਾਲ ਜਿਹੜਾ ਬਾਈਕਾਟ ਦਾ ਸੀਗਾ ਵੀ ਅਸੀਂ ਇਹਨਾਂ ਨੂੰ ਮਿਲਣਾ ਨਹੀਂ ਹੈਗਾ, ਉਹਨਾਂ ਨੇ ਸ਼ੁਰੂ ਕੀਤੀ। ਉਹਦਾ ਪ੍ਰਭਾਵ ਵੀ ਦੁਆਬੇ ਦੇ ਵਿੱਚ ਪਿਆ। ਇੱਕ ਅੰਗਰੇਜ਼ਾਂ ਨੇ ਜਿਹੜੀ ਡਾਕ ਸਿਸਟਮ ਖੜਾ ਕੀਤਾ ਸੀਗਾ, ਉਹਦੇ ਪੈਰਲਲ ਨਾਮਧਾਰੀਆਂ ਨੇ, ਕੁੱਕਿਆਂ ਨੇ ਮਤਲਬ ਜਿਹੜਾ ਡਾਕ ਸਿਸਟਮ ਦਿੱਤਾ, ਉਹ ਵੀ ਇੱਥੇ ਮਤਲਬ ਦੁਆਬੇ ਵਿੱਚ ਉਹਨੂੰ ਵੀ ਖਲਾਰਾ ਜਿਹੜਾ ਉਹ ਮਿਲਦਾ ਹੈਗਾ। ਇੱਕ ਜੇ ਆਪਾਂ ਜਿਹੜੇ ਕੁੱਕਿਆਂ ਬਾਰੇ ਹੋਰ ਗੱਲ ਕਰਨੀ ਹੋਵੇ, ਉਹ ਇਹ ਆ ਵੀ ਸਾਡੇ ਕੋਲ ਜਿਹੜੀ ਉਹਨਾਂ ਦੀ ਲੰਗਰ ਪ੍ਰਥਾ ਆ, ਉਹਦੇ ਵਿੱਚ ਥੋੜੀ ਸਮੱਸਿਆ ਇਹ ਆਉਂਦੀ ਆ ਵੀ ਜਿਹੜੀਆਂ ਛੋਟੀਆਂ ਬਰਾਦਰੀਆਂ ਆ ਉਹਨਾਂ ਨੂੰ ਜਿਹੜਾ ਲੰਗਰ ਵੱਖਰਾ ਦਿੱਤਾ ਜਾਂਦਾ, ਪਰ ਜਿਹੜੇ ਦੁਆਬੇ ਦੇ ਵਿੱਚ ਕੁੱਕੇ ਆ ਪਹਿਲਾਂ ਪੁਰਾਣੇ ਟਾਈਮਾਂ ਦੇ ਵਿੱਚ ਇੱਥੇ ਵੀ ਸੀਗਾ, ਪਰ ਹੁਣ ਦੁਆਬੇ ਦੇ ਵਿੱਚ ਜਿਹੜੇ ਵੀ ਨਾਮਧਾਰੀਏ ਆ ਉਹਨਾਂ ਦੇ ਅਸੀਂ ਜਦੋਂ ਫੰਕਸ਼ਨਾਂ ਤੇ ਜਾਂਦੇ ਆ, ਇਹ ਜਿਹੜਾ ਵਿਤਕਰਾ ਆ ਉਹ ਅਸੀਂ ਘੱਟ ਦੇਖਦੇ ਆ। ਕੁੱਕਿਆਂ ਤੋਂ ਬਾਅਦ ਜਿਹੜੀ ਗਾਹਾਂ 1907 ਦੇ ਵਿੱਚ ਪਗੜੀ ਸੰਭਾਲ ਜੱਟਾ ਲਹਿਰ ਹੈ, ਜਿਹਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ, ਸੂਫੀ ਅੰਬਾ ਪ੍ਰਸ਼ਾਦ ਸ਼ੁਰੂ ਕਰਦੇ ਆ। ਇਹਦਾ ਅਸਲ ਵਿੱਚ ਕੀ ਸੀ ਵੀ ਦੁਆਬੇ ਵਿੱਚ ਜ਼ਮੀਨ ਘੱਟ ਸੀਗੀ। ਅੰਗਰੇਜ਼ਾਂ ਨੇ ਜਦੋਂ ਬਾਰ ਇਲਾਕੇ ਦੇ ਵਿੱਚ ਜ਼ਮੀਨਾਂ ਵਾਰ ਕਰਨ ਦੇ ਲਈ ਲੋਕਾਂ ਨੂੰ ਮਤਲਬ ਮਰੱਬੇ ਦਿੱਤੇ ਆ, ਤੇ ਦੁਆਬੇ ਦੇ ਲੋਕ ਬਹੁਤ ਗਏ ਆ। ਔਰ ਇਹ ਜਿਹੜੀ ਲਹਿਰ ਆ ਉਹਨੂੰ ਦੁਆਬੇ ਵਿੱਚੋਂ, ਇੱਥੋਂ ਵੀ ਜਿਹੜੇ ਦੁਆਬੇ ਦੇ ਲੋਕ ਉੱਥੇ ਸੀਗੇ ਬਾਰ ਦੇ ਇਲਾਕੇ ਦੇ ਵਿੱਚ, ਉਹਨੂੰ ਵੱਡੇ ਪੱਧਰ ਦੇ ਰੂਪ ਦੇ ਵਿੱਚ ਹੁੰਗਾਰਾ ਜਿਹੜਾ ਮਿਲਦਾ ਆ। ਇੱਕ ਡਾਕਟਰ ਸਾਹਿਬ ਹੋਰ ਮੈਂ ਗੱਲ ਕਰਨੀ ਚਾਹੁੰਦਾ, ਉਹ ਇਹ ਵੀ ਲਾਲਾ ਬਾਂਕੇ ਦਿਆਲ ਹੁਣਾਂ ਨੇ ਗੀਤ ਜਿਹੜਾ ਲਿਖਿਆ ਸੀਗਾ ਪਗੜੀ ਸੰਭਾਲ ਜੱਟਾ। ਮਤਲਬ ਆਮ ਤੌਰ ਤੇ ਪਿਛਲੇ ਸਮੇਂ 'ਚ ਇੱਕ ਚਰਚਾ ਹੋਈ ਵੀ ਸਾਹਿਤ ਦੀ ਕੋਈ ਮਹੱਤਤਾ ਨਹੀਂ ਰਹੀ, ਲੇਕਿਨ ਇਹ ਗੀਤ ਕਿੱਡਾ ਤਾਕਤਵਰ ਸੀ ਵੀ ਇਸ ਗੀਤ ਤੋਂ ਪੂਰੀ ਦੀ ਪੂਰੀ ਕਿਸਾਨੀ ਦੀ ਇੱਕ ਜਿਹੜੀ ਮੂਵਮੈਂਟ ਹੈ ਉਹ ਖੜੀ ਹੋ ਜਾਂਦੀ ਹੈਗੀ ਆ। ਤੇ ਉਸ ਤੋਂ ਬਾਅਦ ਜਿਹੜੀ ਸਾਡੇ ਕੋਲ, ਜਿਵੇਂ ਪਹਿਲੇ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਆ, ਜਿਹੜੇ ਦੁਆਬੇ ਦੇ ਲੋਕ ਸੀ ਇਹਨਾਂ ਕੋਲ ਜ਼ਮੀਨਾਂ ਘੱਟ ਸੀਗੀਆਂ, ਜ਼ਮੀਨਾਂ ਘੱਟ ਹੋਣ ਕਰਕੇ ਇਹ ਫੌਜ ਵਿੱਚ ਗਏ। ਫੌਜੀਆਂ ਨੂੰ ਜਿਹੜੀ ਡਿਊਟੀ ਸੀ ਉਹ ਸਿੰਗਾਪੁਰ ਲਾਗੇ, ਮਲਾਇਆ, ਚੀਨ, ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਉਹ ਡਿਊਟੀ ਦਿੱਤੀ, ਉਹਨਾਂ ਨੂੰ ਆਲੇ ਦੁਆਲੇ ਹੋਰ ਦੇਸ਼ਾਂ ਦਾ ਪਤਾ ਲੱਗਾ। ਉਹ ਤਾਂ ਹੀ ਇੰਗਲੈਂਡ ਨੂੰ, ਕੈਨੇਡਾ ਨੂੰ, ਅਮਰੀਕਾ ਨੂੰ ਉੱਥੇ ਉਹ ਜਾਣ ਲੱਗੇ ਆ। ਔਰ ਉੱਥੇ ਜਦੋਂ ਜਾ ਕੇ ਉਹਨਾਂ ਨੇ ਦੇਖਿਆ ਵੀ ਇੱਥੇ ਆਜ਼ਾਦੀ ਕੀ ਹੁੰਦੀ ਆ, ਗੁਲਾਮੀ ਕੀ ਹੁੰਦੀ ਆ, ਉਹਦੇ ਅਰਥ ਜਿਹੜੇ ਆ ਬਕਾਇਦਾ ਤੌਰ ਤੇ ਬਾਹਰਲੇ ਮੁਲਕਾਂ ਵਿੱਚ ਉਹਨਾਂ ਨੂੰ ਪਤਾ ਲੱਗੇ। ਤੇ ਉਸ ਵੇਲੇ 1913 ਦੇ ਵਿੱਚ ਜਿਹੜੀ ਗਦਰ ਪਾਰਟੀ ਆ ਉਹ ਜਨਮ ਲੈਂਦੀ ਆ। ਗਦਰ ਪਾਰਟੀ ਦੇ ਬਾਰੇ ਤੁਸੀਂ ਜਾਣਦੇ ਹੋ, ਜਿਹਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗਿਆਂ ਨੂੰ ਫਾਂਸੀ ਵੀ ਹੋਈ ਆ। ਬਾਬਾ ਸੋਹਣ ਸਿੰਘ ਭਗਰੇ ਹੁਣੀ ਉਹਨਾਂ ਦੇ ਪ੍ਰਧਾਨ ਰਹੇ ਆ। ਇਹਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਆ ਦੁਆਬੇ ਦਾ ਬਾਹਰ ਗਿਆ ਹੋਇਆ ਸੀਗਾ, ਔਰ ਉਹਨਾਂ ਨੇ ਬਕਾਇਦਾ ਤੌਰ ਤੇ ਇਸ ਲਹਿਰ ਦੇ ਵਿੱਚ ਹਿੱਸਾ ਲਿਆ। ਔਰ ਇਹਨਾਂ ਦਾ ਜੇ ਤੁਸੀਂ ਗਦਰ ਪਾਰਟੀ ਨੂੰ ਧਿਆਨ ਦੇ ਨਾਲ ਵੇਖੋ, ਉਹਨਾਂ ਨੇ ਇੱਕ ਤਾਂ ਇਹ ਰੱਖਿਆ ਵੀ ਅਸੀਂ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਆ, ਔਰ ਉਹਦੇ ਨਾਲ ਉਹ ਮੈਂਬਰ ਉਹਨਾਂ ਨੂੰ ਬਣਾਉਂਦੇ ਸੀਗੇ ਜਿਹੜਾ ਬੰਦਾ ਜਾਤ ਪਾਤ ਵਿੱਚ ਵਿਸ਼ਵਾਸ ਨਾ ਰੱਖਦਾ ਹੋਵੇ। ਧਰਮ ਬਾਰੇ ਉਹਨਾਂ ਦਾ ਇਸ ਤਰ੍ਹਾਂ ਦਾ ਸੀਗਾ ਵੀ ਤੁਸੀਂ ਇਹਨੂੰ ਮੰਨਣਾ ਮੰਨੀ ਜਾਓ, ਪਰ ਇੱਥੇ ਸਾਡੇ ਕੋਈ ਨਹੀਂ ਹੈ। ਔਰ ਇਹਦੇ ਵਿੱਚ ਜੇ ਆਪਾਂ ਨਿਗਾਹ ਮਾਰਨੀ ਹੋਵੇ, ਜਿਹੜੇ ਸਾਡੇ ਇਸ ਵੇਲੇ 4 ਜ਼ਿਲ੍ਹੇ ਆ ਉਹਦੇ ਵਿੱਚ ਵੱਡੀਆਂ ਸ਼ਖਸੀਅਤਾਂ ਹੋਈਆਂ, ਮੈਂ ਸਾਰਿਆਂ ਬਾਰੇ ਜ਼ਿਕਰ ਨਹੀਂ ਕਰਨਾ ਚਾਹੁੰਦਾ। ਹੁਸ਼ਿਆਰਪੁਰ ਦੇ ਵਿੱਚ ਫਤਿਹਗੜ੍ਹ ਹੈ, ਉੱਥੋਂ ਹਰਨਾਮ ਚੰਦ ਹੁਣਾਂ ਨੂੰ ਫਾਂਸੀ ਹੋਈ ਸੀ, ਜਿਹਨਾਂ ਨੂੰ ਨਾਮਾ ਫਾਂਸੀ ਵਾਲਾ ਦੇ ਨਾਂ ਨਾਲ ਜਾਣਦੇ ਆ। ਅਮਰਜੀਤ ਚੰਦਨ ਹੁਣਾਂ ਨੇ ਉਹਨਾਂ ਉੱਤੇ ਬੜੀ ਸੋਹਣੀ ਇੱਕ ਕਵਿਤਾ ਵੀ ਲਿਖੀ ਹੋਈ ਆ। ਇਵੇਂ ਸੁਰਜਣ ਬਾਬੂ ਉਹਨਾਂ ਨੂੰ ਵੀ ਹੋਈ। ਇੱਕ ਚੌਥੇ ਜਿਹੜੇ ਉੱਥੇ ਦੇਸ਼ ਭਗਤ ਹੋਏ ਆ ਜਿਨ੍ਹਾਂ ਨੂੰ ਉਮਰ ਕੈਦ ਹੋਈ, ਉਹ ਸੀ ਫਜ਼ਲਦੀਨ। ਡਾਕਟਰ ਸਾਹਿਬ ਫਜ਼ਲਦੀਨ ਹੁਣੀ ਜਦੋਂ ਦੇਸ਼ ਦੀ ਵੰਡ ਹੋਈ ਆ ਤੇ ਉਹ ਜੋ ਉਹਨੇ ਹਾਲਾਤ ਵੇਖੇ, ਉਹਨੇ ਬੜਾ ਹੌਕਾ ਲੈ ਕੇ ਕਿਹਾ, ਕਹਿੰਦੇ ਵੀ ਅਸੀਂ ਜਿਹੜੀ ਦੇਸ਼ ਲਈ ਕੁਰਬਾਨੀ ਕੀਤੀ ਸੀ ਇਸ ਤਰ੍ਹਾਂ ਦੀ ਆਜ਼ਾਦੀ ਦੇ ਲਈ ਕੀਤੀ ਸੀ। ਔਰ ਲੋਕ ਉਹਨਾਂ ਨੂੰ ਪਾਗਲ ਕਹਿਣ ਲੱਗ ਪਏ ਤੇ ਪਾਗਲ ਹੋਣ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਉਹ ਪਾਕਿਸਤਾਨ ਦੇ ਵਿੱਚ ਜਾਂਦੇ ਆ। ਤੇ ਜਦੋਂ ਆਪਾਂ ਜਲੰਧਰ ਵੱਲ ਨਿਗਾਹ ਮਾਰਦੇ ਆ, ਸੰਘਵਾਲ ਬੰਤਾ ਸਿੰਘ ਹੁਣੀ, ਖੁਰਦਪੁਰ ਤੋਂ ਬਲਵੰਤ ਸਿੰਘ ਹੁਣੀ, ਭਗਵਾਨ ਸਿੰਘ ਹੁਣੀ, ਪਿਆਰਾ ਸਿੰਘ ਲੰਗੇਰੀ, ਬਾਹੋਵਾਲ ਤੋਂ ਆਪਣੇ ਸ਼ਹੀਦ ਵੀਰ ਸਿੰਘ ਹੁਣੀ, ਇਵੇਂ ਕਾਰੀ ਸਾਰੀ ਤੋਂ ਜਸਵੰਤ ਹੁਣਾਂ ਦਾ ਪਿੰਡ ਹੈ, ਹਰਨਾਮ ਸਿੰਘ ਹੁਣੀ ਆ। ਇੱਕ ਹਰਨਾਮ ਸਿੰਘ ਹੋਰ ਵੱਡਾ ਨਾਂ ਆ, ਹਰਨਾਮ ਸਿੰਘ ਟੁੰਡੀਲਾਟ,
ਜਿਨ੍ਹਾਂ ਦੀਆਂ ਤੁਹਾਨੂੰ ਕਵਿਤਾਵਾਂ ਵੀ ਸੁਣਨ ਨੂੰ ਮਤਲਬ ਮਿਲ ਸਕਦੀਆਂ, ਪੜ੍ਹਨ ਨੂੰ ਮਿਲ ਸਕਦੀਆਂ। ਇੱਕ ਹੋਰ ਯਾਦ ਜੁੜੀ ਹੋਈ ਆ ਵੀ ਜਿਹੜੀ ਬੀਬੀ ਗੁਲਾਬ ਕੌਰ ਸੀ, ਉਹ ਅੰਤਲੇ ਦਿਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਪਿੰਡ ਹੈ ਕੋਟਲਾ ਨੌ ਸਿੰਘ, ਉੱਥੇ ਉਹਨੀ ਆਖਰੀ ਜਿਹੜੇ ਆ ਦਿਨ ਉਹਦੇ ਵਿੱਚ ਕੱਟੇ ਆ। ਇਵੇਂ ਹੀ ਕਰਮ ਸਿੰਘ ਦੌਲਤਪੁਰ ਹੁਣੀ, ਹੋਰ ਬਹੁਤ ਸਾਰੇ ਜਿਹੜੇ ਗਦਰੀ ਸਾਡੇ ਮਤਲਬ ਕੁਰਬਾਨ ਇੱਥੇ ਹੋਏ ਆ ਲਹਿਰ ਦੇ ਵਿੱਚ। ਮਤਲਬ ਜਿਹੜਾ ਗਦਰ ਪਾਰਟੀ ਦਾ ਲੰਬਾ ਚੌੜਾ ਇਤਿਹਾਸ ਹੈ, ਮੈਂ ਉਹਦੇ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ। ਉਦੋਂ ਬਾਅਦ ਜਿਹੜਾ ਸਾਡੇ ਕੋਲ 1920 ਤੋਂ 27 ਦਾ ਪੀਰੀਅਡ ਹੈ, ਇਹ ਬੱਬਰ ਅਕਾਲੀ ਲਹਿਰ ਦਾ ਆ। ਤੇ ਕਿਉਂਕਿ ਜੇ ਤੁਸੀਂ ਬੱਬਰਾਂ ਦੀ ਪੂਰੀ ਮੂਵਮੈਂਟ ਨੂੰ ਸਟੱਡੀ ਕਰੋ, ਇਹ ਸਿਰਫ 3 ਜ਼ਿਲ੍ਹਿਆਂ ਦੀ ਮੂਵਮੈਂਟ ਹੈ। ਜ਼ਿਲ੍ਹਾ ਜਲੰਧਰ ਦੀ, ਉਸ ਵੇਲੇ ਨਵਾਂ ਸ਼ਹਿਰ ਜ਼ਿਲ੍ਹਾ ਜਿਹੜਾ ਇਹ ਵੀ ਵਿੱਚ ਸੀਗਾ, ਹੁਸ਼ਿਆਰਪੁਰ ਤੇ ਕਪੂਰਥਲਾ। ਔਰ ਇਹ ਲਗਭਗ ਇਹਦੇ ਵਿੱਚ ਜਿੰਨੇ ਵੀ ਬੱਬਰ ਹੋਏ ਆ, ਇਹ ਵੀ ਬਾਹਰੋਂ ਵਿਦੇਸ਼ਾਂ ਤੋਂ, ਕੈਨੇਡਾ ਅਮਰੀਕਾ ਤੋਂ ਆਏ ਆ, ਜਾਂ ਜ਼ਿਆਦਾਤਰ ਇਹ ਫੌਜ ਵਿੱਚੋਂ ਆਏ ਆ। ਔਰ ਬੱਬਰਾਂ ਨੇ ਜਿਹੜੀ ਲਾਈਨ ਲਿਆਂਦੀ ਸੀ ਉਹ ਹਥਿਆਰਬੰਦ ਦੀ ਲਿਆਂਦੀ ਸੀ। ਤੁਸੀਂ ਹੈਰਾਨ ਹੋਵੋਗੇ ਡਾਕਟਰ ਸਾਹਿਬ ਬਈ ਇਹ ਬੱਬਰਾਂ ਤੋਂ ਅੰਗਰੇਜ਼ ਇੰਨੇ ਡਰਦੇ ਸੀਗੇ, ਜਿੰਨਾ ਚਿਰ ਬੱਬਰ ਰਹੇ ਆ ਇਹਨਾਂ ਨੇ ਅੰਬਾਂ ਦੀ ਜਿਹੜੀ ਬੋਲੀ ਆ ਉਹ ਨਹੀਂ ਮਤਲਬ ਹੋਣ ਦਿੱਤੀ ਹੈਗੀ ਆ। ਔਰ ਕਰਮ ਸਿੰਘ ਬੱਬਰ ਹੁਣੀ ਦੌਲਤਪੁਰ ਦੇ ਵਿੱਚ ਜਿਹੜੀ ਆ ਬੱਬਰ ਅਖਬਾਰ ਹੈ ਉਹ ਵੀ ਮਤਲਬ ਕੱਢਦੇ ਰਹੇ ਆ। ਕਰਮ ਸਿੰਘ ਝਿੰਗੜ, ਕਿਸ਼ਨ ਸਿੰਘ ਗੜਗੱਜ, ਉਦੇ ਸਿੰਘ ਝੁੱਗੀਆਂ, ਧੰਨਾ ਸਿੰਘ ਬਹਿਬਲਪੁਰ ਵਾਲੇ, ਧਰਮ ਸਿੰਘ ਹਿਆਤਪੁਰ, ਇੱਕ ਲੰਬੀ ਚੌੜੀ ਹਿਸਟਰੀ ਆ। ਇਵੇਂ ਹੀ ਆਪਾਂ ਜਿਹੜੀ ਕਾਂਗਰਸ ਪਾਰਟੀ ਆ ਉਹਨੂੰ ਵੀ ਇਗਨੋਰ ਨਹੀਂ ਕਰ ਸਕਦੇ। ਜਿਹੜੀ ਅੱਜ ਦੀ ਕਾਂਗਰਸ ਪਾਰਟੀ ਆ ਉਹ ਕੋਈ ਉਹਦਾ ਹੋਰ ਰੂਪ ਆ, ਲੇਕਿਨ ਜਿਹੜੀ ਦੇਸ਼ ਦੀ ਆਜ਼ਾਦੀ ਆ ਉਹਦੇ ਵਿੱਚ ਉਹਦੀ ਵੀ ਜਿਹੜਾ ਰੋਲ ਹੈ ਉਹਨੂੰ ਸਾਨੂੰ ਮੰਨਣਾ ਚਾਹੀਦਾ ਆ। ਖਾਸ ਤੌਰ ਤੇ ਉਸ ਵੇਲੇ ਵੀ ਕਾਂਗਰਸ ਪਾਰਟੀ ਦੇ ਵਿੱਚ 2 ਧੜੇ ਹੁੰਦੇ ਸੀਗੇ ਪੰਜਾਬ ਦੇ ਵਿੱਚ, ਇੱਕ ਡਾਕਟਰ ਸਤਪਾਲ ਵਾਲਾ ਤੇ ਦੂਸਰਾ ਡਾਕਟਰ ਗੋਪੀ ਚੰਦ ਭਾਰਗੋ ਵਾਲਾ। ਤੇ ਜਿਹੜੇ ਡਾਕਟਰ ਸਤਪਾਲ ਵਾਲਾ ਧੜਾ ਆ, ਉਹਨਾਂ ਨੇ ਦੁਆਬੀਆਂ ਨੂੰ ਨਾਲ ਲੈ ਕੇ ਵੱਡੇ ਪੱਧਰ ਤੇ ਕੰਮ ਕੀਤਾ ਹੈਗਾ, ਕਿਉਂਕਿ ਉਹ ਸਮਾਜਵਾਦੀ ਜਿਹੜੇ ਵਿਚਾਰਧਾਰਾ ਦੇ ਲੋਕ ਸੀਗੇ। ਇਵੇਂ ਜਿਹੜੀ ਅਕਾਲੀ ਪਾਰਟੀ ਆ, ਜਿਹੜੇ ਅਕਾਲੀਆਂ ਦੇ ਮੋਰਚੇ ਜਿੰਨੇ ਵੀ ਲੱਗੇ ਆ, ਚਾਹੇ ਜੈਤੋ ਦਾ ਮੋਰਚਾ ਆ, ਚਾਹੇ ਮਤਲਬ ਉਹਨਾਂ ਵਿੱਚ ਵੀ ਦੁਆਬੇ ਦੇ ਲੋਕਾਂ ਨੇ ਹਿੱਸਾ ਲਿਆ। ਇੱਥੇ ਮੈਂ ਇੱਕ ਪਿੰਡ ਚੱਕ ਮਾਈ ਦਾਸ ਤੋਂ ਭਾਈ ਰੱਖਾ ਸਿੰਘ ਆ, ਉਹਨਾਂ ਦਾ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਆ। ਦਲਿਤ ਪਰਿਵਾਰ ਵਿੱਚੋਂ ਸੀਗੇ, ਪਰ ਉਹਨਾਂ ਨੇ ਇਹਨਾਂ ਮੋਰਚਿਆਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ। ਇੱਥੋਂ ਤੱਕ ਕਿ ਜਿਹੜੇ ਭਾਈ ਰੱਖਾ ਸਿੰਘ ਸੀਗੇ, ਬਾਬਾ ਬੂਝਾ ਸਿੰਘ ਦੁਆਬੇ ਦੀ ਬਹੁਤ ਵੱਡੀ ਪਰਸਨੈਲਿਟੀ ਆ, ਉਹਨਾਂ ਨੂੰ ਅੱਜ ਸ਼ਹੀਦ ਹੋਇਆ 50 ਸਾਲ ਹੋ ਗਏ, ਉਹਨਾਂ ਨੂੰ ਤੋੜਨ ਵਿੱਚ ਵੀ ਉਹਨਾਂ ਦਾ ਵੱਡਾ ਰੋਲ ਹੈ ਜੀ। ਉਸ ਤੋਂ ਬਾਅਦ ਜਿਹੜੀ ਗਦਰ ਪਾਰਟੀ ਜਦੋਂ 13 ਤੋਂ 17 ਤੱਕ ਇਹਨਾਂ ਨੇ ਕੋਸ਼ਿਸ਼ ਕੀਤੀ ਉਹਨੂੰ ਖਤਮ ਕਰਨ ਦੀ, ਦੁਬਾਰਾ 1919 ਦੇ ਵਿੱਚ ਬਾਹਰਲੇ ਜਿੰਨੇ ਸੀਗੇ ਉਹਨਾਂ ਨੇ ਦੁਬਾਰਾ ਗਦਰ ਪਾਰਟੀ ਬਣਾਈ। ਜਿਹੜੀ ਗਦਰ ਪਾਰਟੀ ਦਾ ਪਹਿਲਾ ਪ੍ਰਧਾਨ ਬਣਦਾ ਉਹ ਭਾਈ ਰਤਨ ਸਿੰਘ ਰਾਏਪੁਰ ਡੱਬਾ, ਬੰਗਿਆਂ ਦੇ ਲਾਗੇ ਪਿੰਡ ਹੈ, ਉਹਨਾਂ ਨੇ ਉਹ ਜਿਹੜੇ ਕੌਮਾਂਤਰੀ ਪੱਧਰ ਦੇ ਪ੍ਰਧਾਨ ਬਣੇ ਆ। ਔਰ ਦੇਖੋ ਜਦੋਂ ਤੁਸੀਂ ਚਾਚਾ ਅਜੀਤ ਸਿੰਘ ਉਹਨਾਂ ਨੂੰ, ਬਾਬਾ ਬੂਝਾ ਸਿੰਘ ਨੂੰ, ਭਗਤ ਸਿੰਘ ਬਿਲਗਾ ਉਹਨਾਂ ਨੂੰ, ਭਗਵਾਨ ਸਿੰਘ ਸਾਂਝ ਉਹਨਾਂ ਨੂੰ, ਡਾਕਟਰ ਭਾਗ ਸਿੰਘ, ਬਾਬਾ ਕਰਮ ਸਿੰਘ ਚੀਮਾ, ਤੇਜਾ ਸਿੰਘ ਸੁਤੰਤਰ, ਉਹਨਾਂ ਸਾਰਿਆਂ ਨੂੰ ਧਿਆਨ ਦੇ ਨਾਲ ਉਹ ਵੇਖਦੇ ਆ ਤੇ ਉਹ ਕੀ ਕਰਦੇ ਆ ਵੀ ਜਿਹੜਾ ਗਦਰ ਪਹਿਲਾਂ ਵੀ ਉਹ ਫੇਲ ਕਿਉਂ ਪਿਆ। ਉਹ ਇਹ ਪਾਲਿਸੀ ਲੈ ਕੇ ਆਉਂਦੇ ਆ ਵੀ ਸਾਡੇ ਕੋਲ ਕੋਈ ਦੇਸ਼ ਚਾਹੀਦਾ ਆ ਜਿਹੜੇ ਸਾਡੀ ਮਦਦ ਕਰੇ, ਸਾਡੇ ਕੋਲ ਕੋਈ ਵੱਜਵੀ ਵਿਚਾਰਧਾਰਾ ਚਾਹੀਦੀ ਆ। ਉਹਦੇ ਲਈ ਇਹ ਸਾਰੇ ਗਦਰੀ ਜਿਹੜੇ ਆ ਰੂਸ ਜਾਣਾ ਸ਼ੁਰੂ ਕਰਦੇ ਆ, ਉੱਥੋਂ ਮਾਰਕਸਵਾਦੀ ਸਿੱਖਿਆ ਵੀ ਲੈਂਦੇ ਆ ਔਰ ਉੱਥੋਂ ਹੀ ਹਥਿਆਰਬੰਦ ਟ੍ਰੇਨਿੰਗ ਵੀ ਲੈਂਦੇ ਆ। ਔਰ ਇੱਥੇ 1926 ਜਾ ਕੇ ਕਿਰਤੀ ਪਾਰਟੀ ਜਿਹੜੀ ਕਿਰਤੀ ਅਖਬਾਰ ਕੱਢਦੇ ਆ, 30-32 ਬਹੁਤ ਧੜਾ ਦੇ ਆ, 34 ਜੇ ਸਰਗਰਮੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਆ, ਜਿਹਦੇ ਵਿੱਚ ਭਾਈ ਰਤਨ ਸਿੰਘ ਰਾਏਪੁਰ ਡੱਬਾ ਦਾ ਤਾਂ ਅਸੀਂ ਚਲੋ ਕੌਮਾਂਤਰੀ ਪੱਧਰ ਤੇ ਘੁੰਮਦੇ ਫਿਰਦੇ ਆ। ਬਾਬਾ ਬੂਝਾ ਸਿੰਘ ਉਹਨਾਂ ਨੇ ਵੱਡੇ ਪੱਧਰ ਤੇ ਕੰਮ ਕੀਤਾ। ਲਾਹੌਰ ਦੇ ਸ਼ਾਹੀ ਕਿਲੇ ਦੇ ਵਿੱਚ ਉਹਨਾਂ ਤੇ ਬੜਾ ਜ਼ਬਰ ਜ਼ੁਲਮ ਵੀ ਹੋਇਆ। ਔਰ ਭਗਤ ਸਿੰਘ ਬਿਲਗਾ ਉਹਨਾਂ ਦੇ ਤੁਸੀਂ ਨਾਂ ਤੋਂ ਵੀ ਚੰਗੀ ਤਰ੍ਹਾਂ ਜਾਣਦੇ ਆ। ਇਹ ਜਿਹੜੀ ਕਿਰਤੀ ਅਖਬਾਰ ਕੱਢਦੇ ਸੀਗੇ ਉਹ ਉਹਨਾਂ ਨੇ ਸਭ ਤੋਂ ਵੱਧ ਜਿਹੜਾ ਸਮਾਜਵਾਦ ਕੀ ਆ ਇਹਦਾ ਜਿਹੜਾ ਪ੍ਰਚਾਰ ਹੈ ਹਿੰਦੁਸਤਾਨ ਦੇ ਲੋਕਾਂ ਨੂੰ, ਬੇਸ਼ੱਕ ਭਗਤ ਸਿੰਘ ਉਹਨਾਂ ਨੇ ਵੀ ਉਹਦਾ ਬਹੁਤ ਪ੍ਰਚਾਰ ਕੀਤਾ, ਪਰ ਇਹਨਾਂ ਨੇ ਜ਼ਿਆਦਾ ਕਿਰਤੀ ਪਾਰਟੀ ਵਾਲਿਆਂ ਨੇ ਬਹੁਤ ਵੱਡੇ ਪੱਧਰ ਤੇ ਇਹਨੂੰ ਮਤਲਬ ਪ੍ਰਚਾਰਿਆ। ਕਿਰਤੀ ਪਾਰਟੀ ਨੂੰ ਆਪਾਂ ਥੋੜਾ ਜਿਹਾ ਅੱਗੇ ਜਸਵੰਤ ਰਾਏ ਹੋਰਾਂ ਕੋਲ ਆਉਣੇ ਆ। ਤੁਹਾਡੀ ਗੱਲਾਂ ਬਹੁਤ ਇੰਪੋਰਟੈਂਟ ਨੇ, ਪਰ ਸਾਡੇ ਕੋਲ ਵਕਤ ਦੀ ਥੋੜੀ ਜਿਹੀ ਘਾਟ ਹੈ। ਤੁਸੀਂ ਬਹੁਤ ਖੂਬਸੂਰਤ ਸਾਨੂੰ ਗੱਲਾਂ ਦੱਸੀਆਂ ਦੁਆਬੇ ਦੇ ਇਤਿਹਾਸ ਬਾਰੇ,
ਇਹ ਬਹੁਤ ਇੰਪੋਰਟੈਂਟ ਗੱਲਾਂ ਨੇ ਤੇ ਤੁਹਾਡੇ ਕੋਲ ਹੋਰ ਵੀ ਮੈਨੂੰ ਪਤਾ ਬਹੁਤ ਕੁਝ ਕਹਿਣ ਨੂੰ ਹੈ, ਪਰ ਇਹ ਹੈ ਕਿ ਥੋੜੀ ਜਿਹੀ ਵਕਤ ਦੀ ਮਜਬੂਰੀ ਹੈ। ਜਸਵੰਤ ਰਾਏ ਜੀ, ਅਸੀਂ ਤੁਹਾਨੂੰ ਨਾਲ ਜੋੜ ਰਹੇ ਹਾਂ ਇਹਨਾਂ ਦੇ। ਠੀਕ ਹੈ ਜਸਵੰਤ ਰਾਏ ਜੀ, ਤੁਸੀਂ ਇਹ ਮੰਨਿਆ ਜਾਂਦਾ ਕਿ ਵਸੋਂ ਦੇ ਹਿਸਾਬ ਨਾਲ ਦੁਆਬੇ ਦੇ ਵਿੱਚ ਦਲਿਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਤੇ ਇਹ ਦਲਿਤ ਉੱਥੋਂ ਦੀ ਸਿਆਸਤ ਨੂੰ ਕਿਵੇਂ ਪ੍ਰਭਾਵਿਤ ਕਰ ਰਹੇ ਨੇ, ਜਾਂ ਉਹ ਦਲਿਤਾਂ ਦੇ ਮਸਲੇ ਕੀ ਨੇ ਆਪਣੇ? ਹਾਂ, ਬਿਲਕੁਲ ਠੀਕ ਆ ਡਾਕਟਰ ਸਾਹਿਬ, ਤੁਹਾਡਾ ਸਵਾਲ। ਅਸੀਂ ਜਿਹੜੇ ਆ ਬੇਸਤ ਦਬਾਅ ਦੇ ਵਿੱਚ ਰਹਿ ਰਹੇ ਹਾਂ, ਡਾਕਟਰ ਸਾਹਿਬ ਨੇ ਪਹਿਲਾਂ ਬਹੁਤ ਵਧੀਆ ਇਹਦੇ ਬਾਰੇ ਚਾਨਣਾ ਪਾਇਆ ਜੀ। ਜਿੰਨੇ ਵੀ ਸਾਡੇ ਦੁਆਬੇ ਆ, ਜਿੱਦਾਂ ਆਪਾਂ ਜੇ ਬੇਸਤ ਦੁਆਬੇ ਦੀ ਗੱਲ ਕਰੀਏ ਤਾਂ ਜਿਹੜਾ ਬੇਸਤ ਸ਼ਬਦ ਆ, ਜਿਹੜੇ ਦੋ ਦਰਿਆ ਵਗਦੇ ਆ, ਸਤਲੁਜ ਤੇ ਬਿਆਸ ਜੀ। ਸਤਲੁਜ ਦੇ ਸ਼ਬਦ ਦੇ ਦੋ ਅੱਖਰ ਤੇ ਬਿਆਸ ਦਾ ਬੱਬਾ, ਬੇਸਤ ਏਦਾਂ ਬਣਿਆ ਜੀ। ਏਦਾਂ ਜਿਹੜਾ ਬਾਰੀ ਆ, ਉਹ ਬਿਆਸ ਤੇ ਰਾਵੀ, ਬੱਬਾ ਰਾਰਾ ਉਧਰੋਂ ਲੈ ਕੇ ਏਦਾਂ ਸਾਰੇ ਦੁਆਬੇ ਉਸਰ ਰਹੇ ਆ। ਤੇ ਜਿਸ ਦੁਆਬੇ ਦੇ ਵਿੱਚ ਅਸੀਂ ਵਸ ਰਹੇ ਹਾਂ, ਹੁਣ 4 ਜ਼ਿਲ੍ਹੇ ਆ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ। ਇਹਦੇ ਵਿੱਚ ਲਗਭਗ 38.9 39% ਦੇ ਲਗਭਗ ਜਿਹੜੀ SC ਕਮਿਊਨਿਟੀ ਆ, ਦਲਿਤ ਵਸੋਂ ਆ, ਔਰ 39% ਵਸੋਂ ਜਿਹੜੀ ਆ ਉਹ 39 ਜਾਤਾਂ ਦੇ ਵਿੱਚ ਵੰਡ ਹੋਈ ਵਾ। 39 ਜਾਤਾਂ ਨੇ ਜੀ ਇਹਦੇ ਵਿੱਚ ਜੀ। ਔਰ ਵੱਡੀ ਗੱਲ ਇਹ ਆ ਵੀ ਪਹਿਲਾਂ 38 ਸੀ, ਉਹਦੇ ਵਿੱਚ ਰਾਏ ਸਿੱਖ ਬਰਾਦਰੀ ਜੁੜਨ ਦੇ ਨਾਲ ਇਹ 39 ਹੋ ਗਈਆਂ। ਔਰ ਜਿਹੜੀ ਇਹਦੇ ਵਿੱਚ ਵੱਡੀ ਤਾਦਾਦ ਆ, ਉਹ ਆਰ ਧਰਮੀ ਤੇ ਬਾਲਮੀਕ ਬਰਾਦਰੀ ਦੇ ਲੋਕ। ਆਰ ਧਰਮ ਜਿਹੜਾ 1931 ਈਸਵੀ ਦੇ ਵਿੱਚ ਇੱਕ ਧਰਮ ਸੀ, ਤੇ ਆਜ਼ਾਦੀ ਤੋਂ ਬਾਅਦ ਉਹ ਇੱਕ ਜਾਤ ਦੇ ਤੌਰ ਤੇ ਇਹਨਾਂ ਜਾਤਾਂ ਦੇ ਵਿੱਚ ਸ਼ਾਮਲ ਹੋ ਗਿਆ। ਜੇ ਆਪਾਂ ਹੋਰ ਇਹਨੂੰ ਸਪਸ਼ਟ ਕਰਨਾ ਹੋਵੇ ਤੇ ਚਮਾਰ ਤੇ ਬਾਲਮੀਕ ਬਰਾਦਰੀ ਦੇ 80% ਲੋਕ ਨੇ SC ਕਮਿਊਨਿਟੀ ਦੇ ਵਿੱਚ, ਤੇ ਬਾਕੀ ਜਿਹੜੀਆਂ ਸਾਡੇ ਕੋਲ ਬਰਾਦਰੀਆਂ, ਉਹਨਾਂ ਬਰਾਦਰੀਆਂ ਦੀ 20% ਤਾਦਾਦ ਆ। ਇਹ ਆਪਾਂ ਅੰਕੜਿਆਂ ਦੇ ਹਿਸਾਬ ਨਾਲ ਇਹਨੂੰ ਵਿਅਕਤ ਕਰ ਸਕਦੇ ਹਾਂ। ਜਿਹੜਾ ਤੁਹਾਡੇ ਸਵਾਲ ਦਾ ਡਾਕਟਰ ਸਾਹਿਬ ਦੂਜਾ ਹਿੱਸਾ ਆ ਵੀ ਇੱਥੋਂ ਦੀ ਜਿਹੜੀ ਦਲਿਤ ਵਸੋਂ ਆ, ਉਹ ਸਿਆਸਤ ਨੂੰ ਕਿੰਨਾ ਕੁ ਪ੍ਰਭਾਵਿਤ ਕਰਦੀ ਆ ਪ੍ਰਭਾਵਿਤ ਬਿਲਕੁਲ ਦਰੁਸਤ ਆ, ਬਹੁਤ ਵਧੀਆ ਢੰਗ ਦੇ ਨਾਲ ਪ੍ਰਭਾਵਿਤ ਕਰ ਰਹੀ ਹੈ। ਮੈਂ ਇਹਨੂੰ 2 ਤਰੀਕਿਆਂ ਦੇ ਨਾਲ ਜੋੜਦਾ ਇਸ ਸਵਾਲ ਦੇ ਜਿਹੜੇ ਦੂਜੇ ਹਿੱਸੇ ਨੂੰ। ਪਹਿਲਾਂ ਤਾਂ ਇਹ ਵੀ ਇੱਥੋਂ ਦੀ ਜਿਹੜੀ ਦਲਿਤ ਵਸੋਂ ਆ, ਉਹ ਸਿਆਸਤ ਨੂੰ ਪ੍ਰਭਾਵਿਤ ਕਰ ਰਹੀ ਆ, ਤੇ ਜਿਹੜੀ ਦਲਿਤ ਵਸੋਂ ਆ, ਇਹਨੂੰ ਜਿਹੜੀਆਂ ਇੱਥੇ ਲੋਕ ਲਹਿਰਾਂ ਪੈਦਾ ਹੋਈਆਂ, ਜਿਹੜੀਆਂ ਸਮਾਜਿਕ ਲਹਿਰਾਂ ਪੈਦਾ ਹੋਈਆਂ, ਉਹ ਸਮਾਜਿਕ ਲਹਿਰਾਂ ਇਸ ਵਸੋਂ ਨੂੰ ਪ੍ਰਭਾਵਿਤ ਕਰ ਰਹੀਆਂ। ਮੇਰਾ ਖਿਆਲ ਆ ਜਿਹੜੀਆਂ ਉਹ ਲੋਕ ਲਹਿਰਾਂ ਸੀ ਜਾਂ ਸਮਾਜਿਕ ਲਹਿਰਾਂ ਸੀ, ਜਿਹੜਾ ਉਹਨਾਂ ਨੇ ਦੁਆਬੇ ਦੀ SC ਕਮਿਊਨਿਟੀ ਨੂੰ ਚੇਤਨਾ ਤੇ ਚਿੰਤਨ ਦੇ ਨਾਲ ਜੋੜਿਆ, ਉਹ ਜਾਗਰਤੀ ਦੇ ਨਾਲ ਇਹਨਾਂ ਨੇ ਜਿਹੜਾ ਉਹ ਇੱਕ ਲੰਬਾ ਸਮਾਂ ਆ, ਉਸ ਲੰਬੇ ਸਮੇਂ ਦੇ ਵਿੱਚ ਇਹ ਸਿਆਸਤ ਨੂੰ ਕਿੱਦਾਂ ਪ੍ਰਭਾਵਿਤ ਕਰਦੇ ਰਹੇ ਆ, ਉਹਦੀਆਂ ਸਾਡੇ ਕੋਲ ਬਹੁਤ ਸਾਰੀਆਂ ਉਦਾਹਰਨਾਂ ਮਿਲਦੀਆਂ। ਸਭ ਤੋਂ ਵੱਡੀ ਉਦਾਹਰਨ ਆ ਡਾਕਟਰ ਸਾਹਿਬ ਜਦੋਂ 11-12 ਜੂਨ 1926 ਈਸਵੀ ਨੂੰ ਬਾਬੂ ਮੰਗੂ ਰਾਮ ਮੁੱਗੋਵਾਲੀਆ ਆਰ ਧਰਮ ਦਾ ਗਠਨ ਕਰਦੇ ਆ। ਡਾਕਟਰ ਸਾਹਿਬ ਮੈਨੂੰ ਲੱਗਦਾ ਅਸੀਂ ਮਸਲਿਆਂ ਤੋਂ ਪਾਸੇ ਹੋ ਗਏ, ਆਪਾਂ ਮਸਲਿਆਂ ਦੀ ਗੱਲ ਕਰੀਏ। ਮੈਂ ਮਸਲਿਆਂ ਤੇ ਆ ਰਿਹਾ ਜੀ। ਜਦੋਂ ਗਠਨ ਹੁੰਦਾ ਤੇ ਉਹ ਜਿੰਨੇ ਇਸ ਲਹਿਰ ਦੇ ਕੰਮ ਆ, ਜਿੰਨਾ ਇਸ ਲਹਿਰ ਦੇ ਨਾਲ ਜਾਗਰਤੀ ਹੁੰਦੀ ਆ, 1937 ਈਸਵੀ ਦੇ ਵਿੱਚ 7 ਜਿਹੜੇ MLA ਜਿੱਤਦੇ ਆ, ਉਹ ਮੇਰਾ ਖਿਆਲ ਆ ਉਹ ਇੱਕ ਤਰ੍ਹਾਂ ਦੀ ਜਿਹੜੀ ਸਿਆਸਤ ਆ ਉਹਨੂੰ ਪ੍ਰਭਾਵਿਤ ਕਰਨ ਵਾਲੇ ਆ। ਜਿਹੜੀਆਂ ਬਾਕੀਆਂ ਵੀ ਲਹਿਰਾਂ ਇੱਥੇ ਸਮੇਂ-ਸਮੇਂ ਤੇ ਚੱਲੀਆਂ, ਉਹ ਇੱਥੋਂ ਦੀ ਵਸੋਂ ਨੂੰ, ਇੱਥੋਂ ਦੀ ਸਿਆਸਤ ਨੂੰ ਉਹ ਪ੍ਰਭਾਵਿਤ ਕਰਦੀਆਂ ਰਹੀਆਂ। ਜਾਂ ਮੈਂ ਥੋੜੇ ਸ਼ਬਦਾਂ ਵਿੱਚ ਇਹਨੂੰ ਇਸ ਤਰ੍ਹਾਂ ਲੈਣਾ ਵੀ ਜਿਹੜੇ ਇਹ ਸੰਗਠਨ ਆ, ਉਹ ਜਦੋਂ ਆਪਣੇ ਸੰਘਰਸ਼ ਨੂੰ ਤਿੱਖਾ ਕਰਦੇ ਰਹੇ ਆ, ਤਾਂ ਦੁਆਬੇ ਦਾ ਵੋਟ ਬੈਂਕ ਹਿਲਦਾ ਰਿਹਾ ਜੀ। ਜਦੋਂ ਦੁਆਬੇ ਦਾ ਵੋਟ ਬੈਂਕ ਹਿਲਦਾ ਤੇ ਉਦੋਂ ਸੱਤਾ ਦੀ ਚਾਬੀ ਵੀ ਖਿਸਕਦੀ ਆ। ਬਹੁਤ ਵਾਰ ਅਸੀਂ ਦੇਖਦੇ ਆ ਇਹਨਾਂ ਸਮਿਆਂ ਦੇ ਵਿੱਚ, ਭਾਵੇਂ ਜਿਹੜੀ ਮਰਜ਼ੀ ਸੱਤਾਧਾਰੀ ਪਾਰਟੀ ਆ, ਉਹ ਜਿੰਨੇ ਮਰਜ਼ੀ ਸਟੇਜਾਂ ਦੇ ਉੱਪਰ ਦਮਗਜੇ ਮਾਰੇ ਵੀ ਅਸੀਂ 20 ਸਾਲ ਰਾਜ ਕਰਨਾ, 25 ਸਾਲ ਰਾਜ ਕਰਨਾ ਜਾਂ 30 ਸਾਲ ਰਾਜ ਕਰਨਾ, ਪਰ ਜਦੋਂ ਇਹ ਜਿਹੜੀ ਦਲਿਤ ਵੋਟ ਬੈਂਕ ਆ, ਇਹ ਜਦੋਂ ਆਲੇ ਦੁਆਲੇ ਨੂੰ ਹਿਲਦਾ ਤੇ ਉਹ ਸੱਤਾ ਦੀ ਚਾਬੀ ਜਿਹੜੀ ਆ ਉਹ ਖਿਸਕਦਿਆਂ ਵੀ ਦੇਰ ਨਹੀਂ ਲੱਗਦੀ। ਜਾਂ ਇੱਦਾਂ ਵੀ ਕਹਿ ਸਕਦੇ ਆ ਵੀ ਇਹ ਆਪਣੀ ਸੱਤਾ 'ਚ ਆਉਂਦੇ ਵੀ ਰਹੇ ਆ, ਜਿਹੜੇ ਇੱਥੋਂ ਦੇ ਦਲਿਤਿਆਂ ਤੋਂ ਸੱਤਾ ਨੂੰ ਬਹੁਤ ਕਹਿ ਲਓ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਵੀ ਕਰਦੇ ਰਹੇ ਆ। ਹੁਣ ਵੀ ਜਿਹੜੀਆਂ ਸਰਕਾਰਾਂ ਪੰਜਾਬ 'ਚ ਬਣ ਰਹੀਆਂ, ਉਹ ਤੁਸੀਂ ਹੁਣ ਦੀ ਸਰਕਾਰ ਲੈ ਲਓ ਜਾਂ ਪਿਛਲੀ ਸਰਕਾਰ ਲੈ ਲਓ, ਉਹਦੇ ਵਿੱਚ ਦੁਆਬੇ ਦੀ ਸਿਆਸਤ ਦਾ ਵੱਡਾ ਹਿੱਸਾ ਰਿਹਾ, ਤੇ ਦੁਆਬੇ ਦੀ ਸਿਆਸਤ ਨੂੰ ਜਿਹੜੇ ਇੱਥੋਂ ਦਾ ਦਲਿਤ ਵੋਟ ਬੈਂਕ ਆ, ਉਹ ਵੱਡੇ ਪੱਧਰ ਤੇ ਪ੍ਰਭਾਵਿਤ ਕਰਦਾ ਰਿਹਾ ਜੀ। ਡਾਕਟਰ ਦਵਿੰਦਰ ਕੁਮਾਰ ਜੀ, ਜਿਹੜਾ ਦੁਆਬੇ ਦਾ ਸੰਬੰਧ ਪ੍ਰਵਾਸ ਨਾਲ ਬਹੁਤ ਜ਼ਿਆਦਾ ਹੈ,
ਤੇ ਦੁਆਬੇ ਬਾਰੇ ਇਹ ਕਿਹਾ ਜਾਂਦਾ ਕਿ ਕੋਠੀਆਂ ਬਹੁਤ ਵੱਡੀਆਂ ਨੇ ਪਰ ਭਾਂ-ਭਾਂ ਕਰਦੀਆਂ ਨੇ, ਸੱਖਣੇ ਵਿਹੜਿਆਂ 'ਚ ਧੂੜ ਜੰਮਦੀ ਰਹਿੰਦੀ ਹੈ। ਉਹਨਾਂ ਕੋਠੀਆਂ ਜਾਂ ਖਾਲੀ ਨੇ ਜਾਂ ਉਹਨਾਂ 'ਚ ਬਜ਼ੁਰਗ ਰਹਿੰਦੇ ਨੇ ਜਾਂ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ। ਇਹ ਪ੍ਰਵਾਸ ਦਾ ਦੁਆਬੇ ਨਾਲ ਕਿਵੇਂ ਸੰਬੰਧ ਜੁੜਿਆ ਤੇ ਕੀ ਸਥਿਤੀ ਹੈ ਜੀ? ਡਾਕਟਰ ਸਾਹਿਬ, ਏਦਾਂ ਕੋਈ ਸਿੱਧੀ ਵਰਟੀਕਲ ਲਾਈਨ ਤਾਂ ਆਪਾਂ ਖਿੱਚ ਨਹੀਂ ਸਕਦੇ। ਮੈਂ ਜਿੱਦਾਂ ਸਮਝਦਾ ਕਿ ਇਹ ਤਿੰਨ ਲਹਿਰਾਂ ਇਹਦੀਆਂ, ਤਿੰਨ ਪੱਧਰ ਕਹਿ ਸਕਦੇ ਆ। ਇੱਕ ਉਹ ਲੋਕ ਜਿਹੜੇ ਸਭ ਤੋਂ ਪਹਿਲਾਂ ਇਹ ਤੰਗੀ ਤੁਰਸ਼ੀ ਕਰਕੇ, ਪੈਸੇ ਦੀ ਥੁੜ ਕਰਕੇ, ਥੋੜੀਆਂ ਜ਼ਮੀਨਾਂ ਦੇ ਵਿੱਚੋਂ ਆਮਦਨ ਹੈ ਨਹੀਂ ਸੀ, ਉਹਨਾਂ ਨੇ ਬਾਹਰ ਪ੍ਰਵਾਸ ਭਰੀ, ਉਹ ਦੂਜੇ ਦੇਸ਼ਾਂ ਨੂੰ ਗਏ, ਫੀਜੀ, ਕੀਨੀਆ, ਬਰਮਾ, ਅਫਰੀਕਾ, ਯੁਗਾਂਡਾ ਵਗੈਰਾ ਇਹਨਾਂ ਦੇਸ਼ਾਂ ਨੂੰ ਗਏ। ਜਾਂ ਜਿਹੜੇ ਫੌਜ ਦੇ ਵਿੱਚ ਭਰਤੀ ਸੀ ਤੇ ਇੱਥੇ ਸਾਡੇ ਵਿਕਟੋਰੀਆ ਦਾ ਰਾਜ ਸੀ, ਹਾਂਗਕਾਂਗ ਜਿਹੜੀ ਉਹਨਾਂ ਦੀ ਕਲੋਨੀ ਸੀ, ਹਾਂਗਕਾਂਗ ਦੇ ਕੋਲ ਆਪਣੇ ਫੌਜ ਹੈ ਨਹੀਂ, ਅੱਜ ਤੱਕ ਵੀ ਹੈ ਨਹੀਂ, ਆਪਾਂ ਨੂੰ ਪਤਾ। ਉਸ ਫੌਜ ਦੇ ਵਿੱਚ ਜਿਹੜੇ ਪੰਜਾਬੀ ਜ਼ਿਆਦਾ ਸੀ ਉਹ ਦੁਆਬੇ ਤੋਂ ਲੋਕ ਗਏ ਹੋ ਸੀ। ਜਿਸ 1897 ਚ ਕੁਈਨ ਵਿਕਟੋਰੀਆ ਨੇ ਆਪਣੀ ਡਾਇਮੰਡ ਜੁਬਲੀ ਮਨਾਈ ਤਾਂ ਪਹਿਲੀ ਵਾਰ ਕੋਈ ਪੰਜਾਬੀ ਇੰਗਲੈਂਡ ਗਿਆ, ਬ੍ਰਿਟੇਨ ਗਿਆ, ਉੱਥੇ ਦੇਖਿਆ ਕਿ ਆ ਕਿਸ ਪ੍ਰਕਾਰ ਦਾ ਆ। ਤੇ ਫਿਰ ਇਸ ਵੇਲੇ 1902 ਚ ਤਾਜਪੋਸ਼ੀ ਹੋਈ ਐਡਮੰਡ ਸਾਹਿਬ ਦੀ, ਉਸ ਵੇਲੇ ਕੁਝ ਹੋਰ ਲੋਕ ਗਏ। ਉੱਥੋਂ ਪਹਿਲੀ ਵਾਰੀ ਇੱਕ ਐਸਾ ਰਸਤਾ ਖੁੱਲਿਆ, ਇਹਨਾਂ ਨੂੰ ਲੱਗਾ ਕਿ ਅਸੀਂ ਇਹ ਜਿਹੜੇ ਛੋਟੇ ਦੇਸ਼ਾਂ 'ਚ ਬੈਠੇ ਆ, ਇੱਥੋਂ ਛੱਡ ਕੇ ਅਸੀਂ ਯੂਰਪ ਦੇ ਦੇਸ਼ਾਂ 'ਚ ਵੀ ਜਾ ਸਕਦੇ ਆ। ਪਰ ਗਏ ਸੀ ਤਾਂ ਕੀ ਨਤੀਜਾ ਨਿਕਲਿਆ ਕਿ 1903 ਤੋਂ 1908 ਦੇ ਦਰਮਿਆਨ 6000 ਪੰਜਾਬੀ ਨਾਰਥ ਅਮਰੀਕਾ, ਜਿਹਨੂੰ ਆਪਾਂ ਕੈਨੇਡਾ ਕਹਿੰਦੇ ਆ, ਉਹਦੇ ਵਿੱਚ ਚਲੇ ਗਏ, ਪਹੁੰਚ ਗਏ। ਉਹਨਾਂ ਵਿੱਚ 3000 ਪੰਜਾਬੀ ਐਸੇ ਸੀ ਜਿਹੜੇ ਅਮਰੀਕਾ ਤੇ ਕੈਨੇਡਾ ਦਾ ਬਾਰਡਰ ਕ੍ਰਾਸ ਕਰਕੇ ਅਮਰੀਕਾ ਦੇ ਵਿੱਚ ਆ ਗਏ। ਜਿਹੜੇ ਉੱਪਰ ਗਏ ਜਾਂ ਜਿਹੜੇ ਭੂਗੋਲ ਜਾਣਦੇ ਆ ਉਹਨਾਂ ਨੂੰ ਪਤਾ ਕਿ ਜਿਹੜਾ ਕੈਨੇਡਾ ਦੇ ਨਾਲ ਅਮਰੀਕਾ ਦਾ ਜਿਹੜਾ ਬਾਰਡਰ ਜੁੜਦਾ, ਉੱਥੇ ਜਿਹੜੀ ਆਪਣੀ ਕੈਲੀਫੋਰਨੀਆ ਸਟੇਟ ਜਿਹੜੀ ਬਣਦੀ ਹੈ, ਤਾਂ ਇਹਨਾਂ ਲੋਕਾਂ ਨੇ ਉਸ ਏਰੀਏ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਉੱਥੇ ਵਿਕਾਸ ਚੱਲ ਰਿਹਾ ਸੀ ਤਾਂ ਦੱਬ ਕੇ ਲੇਬਰ ਕੀਤੀ, ਮਿਹਨਤ ਕੀਤੀ ਇਹਨਾਂ ਨੇ। ਸੜਕਾਂ ਸੀ, ਉਹ ਸੜਕ ਦੀ ਲੇਬਰ ਲੱਗੀ, ਰੇਲ ਡਿਵੈਲਪ ਹੋ ਰਹੀ ਸੀ, ਉਹਦੀ ਲੇਬਰ ਕੀਤੀ, ਫਾਰਮਿੰਗ ਜੌਬ ਸੀ ਜਿਹੜੀ, ਉਹਦੀ ਲੇਬਰ ਕੀਤੀ। ਜਿਹੜੀ ਪਹਿਲੀ ਪੀੜ੍ਹੀ ਜਿਹਨੇ ਬਹੁਤ ਜ਼ਿਆਦਾ ਮਿਹਨਤ ਕੀਤੀ, ਇਹ ਸਾਰੇ ਉਹ ਲੋਕ ਸੀ ਜਿਹੜੇ ਇੱਥੋਂ ਖੇਤੀ ਚੋਂ ਕੁਝ ਨਿਕਲਦਾ ਨਹੀਂ ਸੀ। ਖੇਤੀ ਨਾਲ ਜੁੜੇ ਲੋਕ ਕਹਿ ਲਓ ਜਾਂ ਖੇਤ ਮਜ਼ਦੂਰੀ ਨਾਲ ਜੁੜੇ ਥੋੜੇ ਲੋਕ ਐਸੇ ਸੀਗੇ, ਕੋਈ ਪੜ੍ਹੇ ਲਿਖੇ ਲੋਕ ਨਹੀਂ ਸੀ, ਏਦਾਂ ਕਹਿ ਲੈਂਦੇ ਆ। ਜਦੋਂ ਇਹਨਾਂ ਨੇ ਉੱਥੇ ਜਾ ਕੇ ਆਪਣੇ ਆਪ ਨੂੰ ਸੈੱਟ ਕਰ ਲਿਆ ਤਾਂ ਫਿਰ ਇਹਨਾਂ ਨੇ ਆਪਣੇ ਟੱਬਰ ਜਿਹੜੇ ਸੀ ਉਹਨਾਂ ਨੂੰ ਮੰਗਾਉਣਾ ਸ਼ੁਰੂ ਕੀਤਾ, ਆਪਣੇ ਰਿਸ਼ਤੇਦਾਰਾਂ ਨੂੰ ਮੰਗਾਉਣਾ ਸ਼ੁਰੂ ਕੀਤਾ, ਲੀਗਲ ਵੇ ਦੇ ਨਾਲ, ਵਿਆਹਾਂ ਦੇ ਤਰੀਕੇ ਦੇ ਨਾਲ। ਜਿਹੜੀ ਦੂਜੀ ਪੀੜ੍ਹੀ ਗਈ ਆ ਉਸ ਤਰੀਕੇ ਨਾਲ, ਉਹਨਾਂ ਨੇ ਥੋੜੀ ਸੌਖੀ ਜ਼ਿੰਦਗੀ ਬਣਾਈ। ਉਹਨਾਂ ਨੇ ਉੱਥੇ ਜਾ ਕੇ, ਜਿੱਦਾਂ ਪਹਿਲੀ ਪੀੜ੍ਹੀ ਨੇ ਆਪਣਾ ਸਥਾਪਿਤ ਕਰ ਲਿਆ 1912 ਦੇ ਵਿੱਚ, ਜੇ ਇਤਿਹਾਸਕ ਤੌਰ ਤੇ ਦੇਖੀਏ ਤਾਂ ਪਹਿਲੀ ਵਾਰੀ ਸਟਾਕਟਨ ਇੱਕ ਉੱਥੇ ਸੈਨ ਫਰਾਂਸਿਸਕੋ ਤੋਂ 100 ਮੀਲ ਤੇ ਈਸਟ ਵਾਲੇ ਪਾਸੇ ਇੱਕ ਸ਼ਹਿਰ ਹੈ ਜਿੱਥੇ ਪਹਿਲਾਂ ਗੁਰਦੁਆਰਾ ਬਣਿਆ ਸੀ, ਸਿੱਖ ਟੈਂਪਲ ਜਿਹਨੂੰ ਕਹਿੰਦੇ ਆ। ਉੱਥੇ ਤਾਂ ਗੁਰਦੁਆਰਾ ਬਣਾਉਣ ਦੀ ਉੱਥੇ ਆਗਿਆ ਹੀ ਨਹੀਂ ਸੀਗੀ। ਮਤਲਬ ਇਹਨਾਂ ਨੇ ਆਪਣਾ ਇੱਕ ਅੱਡਾ ਇਸ ਤਰੀਕੇ ਨਾਲ ਬਣਾ ਲਿਆ, ਜਾਂ ਇਸ ਤਰੀਕੇ ਨਾਲ ਖਾਲਸਾ ਦੀਵਾਨ ਬਣ ਗਿਆ 1909 ਦੇ ਵਿੱਚ। ਇੱਕ ਪੈਰ ਪੱਕੇ ਤੌਰ ਤੇ ਉੱਥੇ ਜਿਹਨੂੰ ਡਾਇਸਪੋਰਾ ਕਹਿੰਦੇ, ਏਦਾਂ ਬਣਨਾ ਸ਼ੁਰੂ ਹੋ ਗਿਆ। ਜਿਹੜੀ ਦੂਜੀ ਪੀੜ੍ਹੀ ਸੀ, ਇਹਨਾਂ ਨੇ ਪੈਸਾ ਕਮਾਇਆ, ਪੈਸਾ ਕਮਾਉਣ ਦੇ ਨਾਲ ਪੈਸਾ ਪੰਜਾਬ ਨੂੰ ਦਿੱਤਾ, ਭੇਜਿਆ ਇੱਥੇ ਨੂੰ, ਰੱਜ ਕੇ ਭੇਜਿਆ, ਜਿੰਨਾ ਕਹਿ ਲਓ ਉਹਨਾਂ ਭੇਜਿਆ। ਉਹਦੇ ਨਾਲ ਇਹਨਾਂ ਦੀ ਆਪਣੀ ਜੀਵਨ ਪੱਧਰ ਵੀ ਬਹੁਤ ਉੱਚਾ ਹੋਇਆ ਇਹਨਾਂ ਸਾਰੇ NRI ਦਾ, ਤੇ ਪੰਜਾਬ ਦਾ ਜਿਹੜਾ ਦੁਆਬਾ ਰੀਜਨ ਆ ਇਹ ਵੀ ਬਹੁਤ ਖੁਸ਼ਹਾਲ ਹੋਇਆ। ਇਹਦੇ ਵਿੱਚ ਸਾਡੇ ਪੰਜਾਬ ਦੇ ਇਹਨਾਂ ਪਿੰਡਾਂ ਦੇ ਵਿੱਚ ਉਹਨਾਂ ਨੇ ਆ ਕੇ ਸਾਡੇ ਸਕੂਲ ਜਿਹੜੇ ਆ ਇਹਨਾਂ ਨੂੰ ਮਾਡਰਨ ਕੀਤਾ, ਹਸਪਤਾਲਾਂ ਨੂੰ ਮਾਡਰਨ ਕੀਤਾ, ਸੜਕਾਂ ਬਣਾਈਆਂ, ਸ਼ਮਸ਼ਾਨ ਘਾਟਾਂ ਨੂੰ ਵਧੀਆ ਬਣਾਇਆ, ਜਾਂ ਜਿਹੜੇ ਵੀ ਪਿੰਡਾਂ ਦੇ ਵਿਕਾਸ ਦੇ ਜਿੰਨੇ ਵੀ ਕੰਮ ਸੀ ਉਹਨਾਂ ਸਾਰਿਆਂ ਨੂੰ ਕੀਤਾ। ਇਹਨਾਂ ਦੀ ਚਮਕ ਦਮਕ ਨੂੰ ਦੇਖ ਕੇ ਹਰ ਹੀਲੇ ਬਾਹਰ ਜਾਣ ਦੀ ਇੱਕ ਤਾਂਘ ਬਣ ਗਈ। ਉਸ ਤਾਂਘ ਦੇ ਨਾਲ ਕੀ ਹੋਇਆ ਕਿ ਲੋਕ ਲੀਗਲ ਤੇ ਪਲੱਸ ਇਲੀਗਲ ਵੇ ਦੇ ਨਾਲ ਵੀ ਕਿਸੇ ਨਾ ਕਿਸੇ ਤਰੀਕੇ ਉੱਥੇ ਪਹੁੰਚ ਜਾਈਏ ਤੇ ਪਹੁੰਚਣੇ ਸ਼ੁਰੂ ਹੋਏ। ਪਰ ਇਹਨਾਂ ਲੋਕਾਂ ਨੇ ਜਦੋਂ ਪੰਜਾਬ ਦੇ ਲਈ ਇੰਨਾ ਸਾਰਾ ਪੈਸੇ ਦੇ ਮਾਈਕ ਮਦਦ ਕਰਕੇ ਪੰਜਾਬ ਦੇ ਖੁਸ਼ਹਾਲੀ ਨੂੰ ਲਿਆਂਦਾ, ਪਰ ਇਹਨਾਂ ਦਾ ਇੱਕ ਦਰਦ ਵੀ ਸੀ ਵਿੱਚ ਇਸ ਚੀਜ਼ ਦਾ, ਅੱਜ ਵੀ ਦਰਦ ਹੈਗਾ ਕਿ ਇਹਨਾਂ ਦੀਆਂ ਜਿਹੜੀਆਂ ਇੱਥੇ ਪ੍ਰਾਪਰਟੀਆਂ ਹੈ ਇੱਥੇ ਪਈਆਂ, ਉਹਨਾਂ ਪ੍ਰਾਪਰਟੀਆਂ ਦੇ ਨਾਲ ਧੋਖਾਧੜੀ ਹੋਣੀ ਸ਼ੁਰੂ ਹੋਈ। ਕਾਨੂੰਨ ਦੇ ਵਿੱਚ ਉਹਦੀ ਕੋਈ ਸੁਣਵਾਈ ਨਹੀਂ ਹੈ। ਥੋੜੇ ਸਮੇਂ ਲਈ ਇੱਧਰ ਆਉਂਦੇ ਸੀ, ਉਹਨਾਂ ਦੀ ਖੱਜਲ ਖੁਆਰੀ ਜ਼ਿਆਦਾ ਵਧਣੀ ਸ਼ੁਰੂ ਹੋਈ। ਬੈਂਕਾਂ ਵੱਲੋਂ ਜਿਸ ਤਰੀਕੇ ਨਾਲ ਉਹਨਾਂ ਨੂੰ ਡੀਲ ਕੀਤਾ ਜਾਣਾ ਚਾਹੀਦਾ, NRI ਅਕਾਊਂਟ ਜਾਂ NRE ਅਕਾਊਂਟ ਸੀ, ਉਸ ਤਰੀਕੇ ਨਾਲ ਉਸ ਤਰੀਕੇ ਦਾ ਵਿਵਹਾਰ ਨਾ ਕੀਤਾ ਜਾਣ ਕਰਕੇ ਹੌਲੀ ਹੌਲੀ ਇਹਨਾਂ ਦੇ ਮਨ ਦੇ ਵਿੱਚ ਕਿਸ ਪ੍ਰਕਾਰ ਦੀ ਨਿਰਾਸ਼ਾ ਜੀ ਬਣਨੀ ਸ਼ੁਰੂ ਹੋਈ ਕਿ ਜਿਹੜਾ ਪੈਸਾ ਸੀ ਪਹਿਲਾਂ ਇੱਥੇ ਰੱਖਦੇ ਸੀ, ਬੈਂਕਾਂ ਦਾ ਬਹੁਤ ਸਾਰਾ ਵਿਆਜ ਸੀ, ਜਿਹਨਾਂ ਦੇ ਅੰਦਰ ਭੂ-ਹੇਰਵਾ ਸੀ ਇਸ ਤਰੀਕੇ ਦਾ। ਜਿਹੜੇ ਲੋਕ ਇੱਧਰੋਂ ਗਏ ਸੀ ਉਹ ਇੱਧਰ ਆ ਕੇ ਇਹੋ ਜਿਹੇ ਪ੍ਰੋਗਰਾਮ ਕਰਦੇ ਸੀ। ਪਿੰਡਾਂ 'ਚ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਾਏ ਗਏ, ਆਲੀਸ਼ਾਨ ਹੋਰ ਜੋ ਕੁਝ ਵੀ ਸੀਗਾ ਇਨਫਰਾਸਟ੍ਰਕਚਰ ਉੱਥੇ ਬਣਾਇਆ। ਹੁਣ ਜਿਹੜਾ ਤੀਜੀ ਪੀੜ੍ਹੀ ਹੈ, ਜਿਹੜਾ ਹੁਣ ਇਸ ਵੇਲੇ ਜਿਹੜਾ ਪ੍ਰਵਾਸ ਹੈ, ਜੇ ਦੁਆਬੇ ਦਾ ਜਿਹੜਾ ਆਈਲੈਟਸ ਬੇਸ ਹੈ, ਜਿਹੜਾ ਹੁਣ ਸਾਰੇ ਪੰਜਾਬ ਦੇ ਵਿੱਚ ਹੀ ਲਗਭਗ ਫੈਲ ਗਿਆ, ਪੜ੍ਹਨ ਲਈ ਬਾਹਰ ਜਾਂਦੇ ਆ। ਮਕਸਦ ਤਿੰਨੇ ਪ੍ਰਵਾਸਾਂ ਦਾ ਇੱਕੋ ਹੀ ਆ ਕਿ ਪੈਸਾ ਕਮਾਉਣ ਲਈ ਜਾਣਾ, ਕੋਈ ਹੋਰ ਨਹੀਂ ਹੈ, ਪੈਸੇ ਲਈ ਜਾਣਾ।
ਜਦੋਂ ਹੁਣ ਤੀਜੇ ਪ੍ਰਵਾਸ 'ਚ ਬਾਹਰ ਪੈਸੇ ਲਈ ਜਾਂਦੇ ਆ, ਇਦਾਂ ਦੀਆਂ ਖਬਰਾਂ ਦੀਆਂ ਕਨਸੋਆਂ ਵੀ ਆ ਰਹੀਆਂ ਕਿ ਕੋਈ ਲੜਕੀ ਮੰਨ ਲਓ ਬਾਹਰ ਭੇਜ ਦਿੱਤੀ, ਕੋਈ ਉੱਥੇ ਜਾਣਕਾਰ ਹੈ ਨਹੀਂ, ਸਿਰਫ ਰੀਸੋ ਬਾਹਰ ਚਲ ਗਿਆ, ਕੋਈ ਸੰਭਾਲਣ ਵਾਲਾ ਹੈ ਨਹੀਂ ਹੈ, ਤੇ ਉਹਨਾਂ ਨੂੰ ਗਏ ਹੀ ਪੈਸੇ ਕਮਾਉਣ ਦੇ ਲਈ, ਉਹਨਾਂ ਨੂੰ ਕਿਹਨੇ ਮਤਲਬ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਦਾਂ ਦੀਆਂ ਕਈ ਵਾਰ ਖਬਰਾਂ ਸੁਣ ਕੇ ਥੋੜਾ ਦਿਲ ਵੀ ਦੁੱਖ ਹੁੰਦਾ ਹੈ। ਅਸੀਂ ਕਹਿੰਦੇ ਕਿ ਜੇ ਦੁਆਬੇ ਨੇ ਪ੍ਰਵਾਸ ਕੀਤਾ, ਉਸ ਪ੍ਰਵਾਸ ਦੇ ਵਿੱਚੋਂ ਵੱਡੀ ਮਾਤਰਾ ਵਿੱਚ ਜਿਹੜਾ ਮਾਇਕ ਸਹਾਇਤਾ ਪੰਜਾਬ ਦੀ ਖੁਸ਼ਹਾਲੀ ਲਈ ਆਈ ਹੈ, ਤੇ ਇੱਥੇ ਪੰਜਾਬ ਦੇ ਵਿੱਚ ਇੱਥੇ ਦੀ ਜਿਹੜੀਆਂ ਸਰਕਾਰਾਂ ਆ ਜਾਂ ਇੱਥੇ ਦੇ ਜਿਹੜੇ ਕਾਨੂੰਨ ਹੈ ਜੋ ਇੱਥੇ ਹੈਗੇ, ਉਹਨਾਂ ਨੂੰ ਮਦਦ ਕਰਨ ਲਈ ਵੱਡੀ ਮਾਤਰਾ 'ਚ ਅੱਗੇ ਆਉਣੇ ਚਾਹੀਦੇ ਆ। ਹੁਣ ਨਾ ਗਏ NRI ਥਾਣੇ ਵੀ ਹੈਗੇ, NRI ਬੈਂਕਾਂ ਵੀ ਹੈਗੀਆਂ, NRI ਦੇ ਹੋਰ ਅਲੱਗ-ਅਲੱਗ ਇੰਸਟੀਟਿਊਸ਼ਨਸ ਵੀ ਹੈ, ਉਹਨਾਂ ਦੀ ਵਰਕਿੰਗ ਵੀ ਜਿਹੜੀ ਆ ਫੁੱਲ ਪ੍ਰੂਫ ਇਸ ਤਰੀਕੇ ਨਾਲ ਹੋਵੇ ਕਿ ਉਹ ਬਾਹਰ ਬੈਠੇ ਜਿਹੜੇ ਲੋਕ ਹਨ, ਜਿਹੜੇ ਇਸ ਪੰਜਾਬ ਨੂੰ ਖੁਸ਼ਹਾਲ ਚਾਹੁੰਦੇ ਆ, ਦੁਆਬੇ ਨੂੰ ਖੁਸ਼ਹਾਲ ਚਾਹੁੰਦੇ ਆ, ਉਹਨਾਂ ਨੂੰ ਥੋੜਾ ਐਂ ਲੱਗੇ ਕਿ ਵੀ ਜੀ ਸਿੱਧੂ ਸਾਹਿਬ ਇਹਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਬਣੀਆਂ ਕੋਠੀਆਂ 'ਚ ਰਹਿਣਾ ਕਹਿੰਦੇ ਸੀ, ਸਾਰੇ ਤਾਂ ਬਾਹਰ ਹੀ ਸੀ, ਕੋਠੀਆਂ 'ਚ ਵਿੱਚ ਮਾਈਗ੍ਰੇਟ ਲੇਬਰ ਰਹਿੰਦੀ ਸੀ, ਤੇ ਜਾਂ ਫਿਰ ਉਹ ਖਾਲੀ ਸੀ, ਢੂੜੇ ਜੰਮਣੀ ਸੀ, ਉਹਨਾਂ ਦੇ ਵਿੱਚ ਏਦਾਂ ਹੈਗੀਆਂ। ਸਾਡੇ ਹਰ ਪਿੰਡ ਜਾਓ ਵੱਡੀਆਂ ਕੋਠੀਆਂ, ਕੋਠੀ ਦੇ ਜਹਾਜ਼ ਤੋਂ ਪਤਾ ਲੱਗ ਜਾਂਦਾ ਅਮਰੀਕਾ ਵਾਲੇ ਆ, ਕੈਨੇਡਾ ਵਾਲੇ ਆ, ਇੰਗਲੈਂਡ ਵਾਲੇ ਆ। 20-20, 30-30, 36-36 ਕਮਰੇ ਆ, ਵੱਡੇ ਅਪਡੇਟ ਆ, ਫਸਟ ਕਲਾਸ, ਪਰ ਰਹਿੰਦਾ ਵਿੱਚ ਕੋਈ ਨਹੀਂ ਹੈ। ਰਹਿਣਾ ਕਿਉਂਕਿ ਇੱਥੇ ਰੁਜ਼ਗਾਰ ਹੈ ਨਹੀਂ, ਇੱਥੇ ਕੋਈ ਕਾਨੂੰਨ ਹੈ ਨਹੀਂ, ਇੱਥੇ ਆਪਾਂ ਜਾਣਦੇ ਹਾਂ ਕਿੰਨਾ ਸਿਸਟਮ ਦੀ ਕੀ ਹੈਗੀਆਂ। ਉਹਨਾਂ ਨੂੰ ਲੱਗਦਾ ਕਿ ਬਾਹਰ ਭਲੇ ਅਸੀਂ ਲੇਬਰ ਕਰਦੇ ਹਾਂ, ਪਰ ਸਾਡੀ ਜ਼ਿੰਦਗੀ ਜਿਹੜੀ ਆ ਸੌਖੀ ਹੈ, ਮਾਨਸਿਕ ਤੌਰ ਤੇ ਫਰੀ ਹੈ। ਇਸ ਵਾਸਤੇ ਰੁਝਾਨ ਨੇ ਪ੍ਰਵਾਸ ਨੂੰ ਹਜੇ ਤੱਕ ਕਾਇਮ ਰੱਖਿਆ। ਜੀ ਸਿੱਧੂ ਸਾਹਿਬ, ਆਪਾਂ ਸਾਹਿਤ ਵਾਲੇ ਪਾਸੇ ਆਉਂਦੇ ਹਾਂ ਹੁਣ। ਇਸ ਵੇਲੇ ਮਾਲਵਾ ਸਾਹਿਤਕਾਰੀ ਦੇ ਵਿੱਚ ਬਹੁਤ ਅੱਗੇ ਹੈ, ਚਾਹੇ ਬਰਨਾਲਾ ਹੈ, ਚਾਹੇ ਮਾਨਸਾ ਹੈ, ਚਾਹੇ ਸੰਗਰੂਰ ਹੈ, ਪਟਿਆਲਾ ਹੈ, ਇਹ ਏਰੀਏ ਜਿਹੜੇ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਹਿਤਕਾਰ ਨੇ, ਪਰ ਮੁਕਾਬਲਤਨ ਦੁਆਬਾ ਸਾਹਿਤਕਾਰੀ ਦੇ ਵਿੱਚ ਪਛੜਿਆ ਹੋਇਆ ਹੈ। ਇਹਦਾ ਕੀ ਕਾਰਨ ਲੱਗਦਾ ਤੁਹਾਨੂੰ? ਡਾਕਟਰ ਸਾਹਿਬ, ਇੱਕ ਤਾਂ ਮੈਨੂੰ ਇਹ ਲੱਗਦਾ ਵੀ ਜਿੰਨਾ ਦੁਆਬਾ ਆਪਣਾ ਮਾਝਾ ਤੇ ਪੁਆਧ ਆ, ਉਹਨੇ ਜ਼ਿਲ੍ਹੇ ਮਾਲਵੇ ਦੇ ਆ, ਤੇ ਮਾਲਵੇ ਦੇ ਵਿੱਚ ਵੱਡੇ ਪੱਧਰ ਤੇ ਸਾਹਿਤਕਾਰ ਵੀ ਆ, ਤੇ ਸਾਹਿਤ ਵਿਕਦਾ ਵੀ ਬਹੁਤ ਜ਼ਿਆਦਾ ਹੈਗਾ ਆ। ਜਿਹੜਾ ਇਹ ਮੰਨਣ 'ਚ ਮੈਨੂੰ ਕੋਈ ਝਿਜਕ ਨਹੀਂ ਹੈਗੀ ਵੀ ਦੁਆਬੇ ਦਾ ਮਾਲਵੇ ਦੇ ਮੁਕਾਬਲੇ ਪਛੜਿਆ ਪਿਛਲੇ ਸਮੇਂ ਦੇ ਵਿੱਚ। ਉਹਦੇ ਮੈਨੂੰ ਦੋ ਕਾਰਨ ਲੱਗਦੇ ਆ। ਇੱਕ ਕਾਰਨ ਤਾਂ ਇਹ ਲੱਗਦਾ ਵੀ ਜਿਹੜੀਆਂ ਸਾਡੀਆਂ ਰਾਜਸੀ ਪਾਰਟੀਆਂ ਆ, ਰਾਜ ਕਰਨ ਵਾਲੀਆਂ, ਉਹਨਾਂ ਦੇ ਵਿੱਚ ਚਾਹੇ ਉਹ ਕਾਂਗਰਸ ਪਾਰਟੀ ਆ, ਚਾਹੇ ਅਕਾਲੀ ਦਲ ਆ, ਚਾਹੇ ਭਾਜਪਾ, ਦੁਆਬੇ ਦੀ ਉਹਨਾਂ ਵਿੱਚ ਕੋਈ ਪੁੱਛ ਪ੍ਰਤੀਤ ਨਹੀਂ ਹੈਗੀ। ਇੱਥੋਂ ਦੇ ਜਿਹੜੇ ਆਗੂ ਆ, ਲੀਡਰ ਹੈ। ਇਸੇ ਕਾਰਨ ਦੇਖੋ ਸਾਡੇ ਦੁਆਬੇ ਵਿੱਚ ਕੋਈ ਤੁਹਾਨੂੰ ਯੂਨੀਵਰਸਿਟੀ ਨਹੀਂ ਲੱਭ ਰਹੀ ਹੈਗੀ ਅੱਛੀ ਸਰਕਾਰੀ, ਕਿਤੇ ਵੀ ਤੁਸੀਂ ਨਿਗਾਹ ਮਾਰ ਕੇ ਦੇਖੋ ਕੋਈ ਬਹੁਤ ਵਧੀਆ ਕੋਈ ਵਿਦਿਅਕ ਸੈਂਟਰ ਕੋਈ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਹੈਗਾ, ਕਿਉਂਕਿ ਸਾਹਿਤ ਦਾ ਸੰਬੰਧ ਸਿੱਧਾ ਵਿਦਿਆ ਨਾਲ ਆ, ਐਜੂਕੇਸ਼ਨ ਨਾਲ ਆ। ਠੀਕ ਹੈ ਜੀ। ਤੇ ਜੇ ਯੂਨੀਵਰਸਿਟੀਆਂ ਹੋਣਗੀਆਂ, ਉਹੀ ਸਾਹਿਤ ਦੀ ਸਮੀਖਿਆ ਕਰਨਗੀਆਂ, ਉਹੀ ਸਾਹਿਤ ਨੂੰ ਪ੍ਰਮੋਟ ਕਰਨਗੀਆਂ, ਉਹਦੇ ਵਿੱਚੋਂ ਹੀ ਜਿਹੜੇ ਸਾਹਿਤਕਾਰ ਆ ਉਹਨਾਂ ਨੂੰ ਹੌਸਲਾ ਮਿਲੇਗਾ। ਇੱਕ ਇਹ ਆ। ਇੱਕ ਦੂਸਰਾ ਕਾਰਨ ਜਿਹੜਾ ਆ ਉਹ ਕੀ ਆ ਵੀ ਜ਼ਿਆਦਾਤਰ ਜਿਹੜਾ ਥੀਏਟਰ ਹੈ ਜਾਂ ਸਾਡਾ ਸਾਹਿਤ ਆ, ਉਹਨੂੰ ਖੱਬੇ ਪੱਖੀਆਂ ਨੇ ਜ਼ਿਆਦਾ ਉਤਸ਼ਾਹਿਤ ਕੀਤਾ ਹੈਗਾ ਆ। ਚਾਹੇ ਉਹ CPI ਸੀ, ਚਾਹੇ CPM ਸੀ, ਚਾਹੇ ਨਕਸਲਵਾੜੀ ਦੀ ਮੂਵਮੈਂਟ ਸੀਗੀ, ਔਰ ਉਹਨਾਂ ਦੁਆਰਾ ਹੀ ਸਾਹਿਤ ਜ਼ਿਆਦਾ ਰਚਿਆ ਗਿਆ ਤੇ ਉਹਨੂੰ ਜ਼ਿਆਦਾ ਸਹਿਯੋਗ ਦਿੱਤਾ ਗਿਆ। ਹੁਣ ਪਿਛਲੇ ਸਮੇਂ ਦੇ ਵਿੱਚ ਮਤਲਬ ਥੋੜਾ ਜਿਹੜੀ ਮਤਲਬ ਕਮਿਊਨਿਜ਼ਮ ਹੈ ਉਹਨੂੰ ਸੱਟਬੈਕ ਲੱਗੀ ਆ। ਜਿਹੜੀਆਂ ਪਾਰਟੀਆਂ ਆ ਰਾਜਨੀਤਿਕ ਤੌਰ ਤੇ ਕਮਿਊਨਿਸਟ ਪਾਰਟੀਆਂ ਸੀਗੀਆਂ, ਉਹਨਾਂ ਦਾ ਨੁਕਸਾਨ ਹੋਇਆ, ਚਾਹੇ ਉਹ ਪੰਜਾਬ ਸਮੱਸਿਆ ਕਰਕੇ ਹੋਇਆ ਜਾਂ ਕੋਈ ਕਿਸੇ ਹੋਰ ਕਾਰਨ ਕਰਕੇ ਹੋਇਆ, ਤੇ ਉਹਦੇ ਕਰਕੇ ਵੀ ਮੈਨੂੰ ਐ ਲੱਗਾ। ਬਾਕੀ ਬਹੁਤ ਸਾਰੇ ਲੋਕ ਬਾਹਰ ਚਲੇ ਗਏ, ਵਿਦੇਸ਼ਾਂ ਨੂੰ ਚਲੇ ਗਏ, ਤੇ ਜਿਹੜੇ ਹੁਣ ਪਿੱਛੇ ਸਫਰਿੰਗ ਕਲਾਸ ਹੈ ਉਹਨਾਂ ਨੂੰ ਲੋੜ ਹੈ, ਪਰ ਉਹਨਾਂ ਲਈ ਕੋਈ ਸਾਹਿਤ ਦਾ ਬਹੁਤ ਪੜ੍ਹਾਈ ਦਾ ਪੱਧਰ ਨਹੀਂ ਵਧੀਆ ਹੈਗਾ। ਉਸ ਤਰ੍ਹਾਂ ਦੀ ਮੂਵਮੈਂਟ ਅਜੇ ਬਣ ਨਹੀਂ ਰਹੀ ਹੈ। ਇਹ ਦੋ ਕਾਰਨ ਲੱਗਦੇ। ਜੀ ਜਸਵੰਤ ਰਾਏ ਜੀ, ਇੱਕ ਹੋਰ ਇਸ਼ੂ ਜਿਹੜਾ ਜੇ ਮਾਲਵੇ ਨਾਲ ਮੈਂ ਕੰਪੈਰੀਜ਼ਨ ਕਰਾਂ, ਮਾਲਵੇ ਦੇ ਵਿੱਚ ਕਿਸਾਨਾਂ ਨੇ, ਖਾਸ ਤੌਰ ਤੇ ਖੇਤ ਮਜ਼ਦੂਰਾਂ ਨੇ ਪਿਛਲੇ ਸਮੇਂ 'ਚ ਬਹੁਤ ਲੰਬੇ ਸੰਘਰਸ਼ ਕੀਤੇ ਨੇ, ਪਰ ਦੁਆਬੇ ਦੇ ਵਿੱਚ ਇਸ ਕਿਸਮ ਦੀਆਂ ਕਣਸੂਆਂ ਬਹੁਤ ਘੱਟ ਮਿਲਦੀਆਂ ਨੇ ਕਿ ਖੇਤ ਮਜ਼ਦੂਰ ਤੇ ਕਿਸਾਨਾਂ ਨੇ ਜਥੇਬੰਦ ਹੋ ਕੇ ਵੱਡੇ ਸੰਘਰਸ਼ ਕੀਤੇ ਹੋਣ। ਡਾਕਟਰ ਸਾਹਿਬ, ਅਸਲ ਦੇ ਵਿੱਚ ਜਿਹੜਾ ਮਾਲਵੇ ਦੇ ਖੇਤ ਮਜ਼ਦੂਰਾਂ ਦਾ ਸੰਘਰਸ਼ ਆ ਉਹ ਜ਼ਮੀਨ ਨਾਲ ਵੱਧ ਜੁੜਿਆ ਹੋਇਆ, ਤੇ ਦੁਆਬੇ ਦੇ ਇਸ ਮਾਮਲੇ ਵਿੱਚ ਹਾਲਾਤ ਥੋੜੇ ਵੱਖਰੇ ਤਰ੍ਹਾਂ ਦੇ ਆ, ਥੋੜੇ ਹੋਰ ਆ। ਇੱਕ ਤਾਂ ਦੁਆਬੇ ਦੀਆਂ ਪੰਚਾਇਤਾਂ ਕੋਲ ਜਾਂ ਜਿਹੜਾ ਸ਼ਾਮਲਾਟ ਵਾਲਾ ਰਕਬਾ ਆ ਉਹ ਬਿਲਕੁਲ ਨਾ ਦੇ ਬਰਾਬਰ ਆ। ਸੋ ਜ਼ਮੀਨ ਦੇ ਪੱਧਰ ਉੱਪਰ ਜਿਹੜੇ ਇੱਥੋਂ ਦੇ ਦਲਿਤ ਆ, ਇਹਨਾਂ ਦੇ ਕੋਲ ਕੋਈ
ਮਾਲਵੇ ਵਰਗਾ ਰਕਬਾ ਹੈ ਨਹੀਂ। ਦੂਜਾ, ਜਦੋਂ ਜਿਹੜਾ ਜ਼ਮੀਨ ਦਾ ਮਸਲਾ ਹੈ ਰੋਜ਼ੀ ਰੋਟੀ ਨਾਲ ਜੁੜਿਆ, ਤੇ ਰੋਜ਼ੀ ਰੋਟੀ ਲਈ ਦੁਆਬੀਆਂ ਨੇ ਖਾੜੀ ਮੁਲਕਾਂ ਦੇ ਵੱਲ ਰੁਖ ਕੀਤਾ, ਤੇ ਆਪਾਂ ਇਹ ਵੀ ਨਹੀਂ ਸਿੱਧਾ ਕਹਿ ਸਕਦੇ ਵੀ ਜਿਹੜੀਆਂ ਪੇਂਡੂ ਮਜ਼ਦੂਰ ਯੂਨੀਅਨਾਂ ਜਿਹੜੀਆਂ ਸੰਘਰਸ਼ ਕਰ ਰਹੀਆਂ ਜ਼ਮੀਨ ਦੇ ਲਈ, ਵੀ ਦੁਆਬੇ ਦੇ ਲੋਕ ਬਿਲਕੁਲ ਉਹਦੇ ਨਾਲ ਸਿੱਧੇ ਤੌਰ ਤੇ ਨਹੀਂ ਜੁੜਿਓ, ਪਰ ਬਹੁਤ ਸਾਰੇ ਇੱਦਾਂ ਦੇ ਮਸਲੇ ਹੈਗੇ ਆ ਜਿਹਦੇ ਕਰਕੇ ਜਿਹੜੀਆਂ ਇੱਧਰਲੀਆਂ ਪੇਂਡੂ ਮਜ਼ਦੂਰ ਯੂਨੀਅਨਾਂ ਉਹ ਮਾਲਵੇ ਦੇ ਸੰਘਰਸ਼ ਨੂੰ ਕਿੱਦਾਂ ਹੈਲਪ ਕਰ ਰਹੀਆਂ। ਉਹ 2-3 ਮੈਂ ਉਹਦੇ ਵਿੱਚ ਜਿਹੜੀਆਂ ਉਹਨਾਂ ਦੇ ਨਾਲ ਸੱਜੀ ਬਾਂਹ ਬਣ ਕੇ ਤੁਰ ਰਹੇ ਜਿਹੜੇ ਹੋਰ ਕਾਰਨ ਉਹਨਾਂ ਦੇ ਵਿੱਚ, ਇੱਕ ਤਾਂ ਇਹ ਆਵੇ ਜਿਹੜੇ ਦੁਆਬੇ ਦੇ ਪੇਂਡੂ ਮਜ਼ਦੂਰ ਯੂਨੀਅਨਾਂ ਵਾਲੇ ਆ, ਉਹ ਇੱਥੇ ਜਿਹੜਾ ਸੰਘਰਸ਼ ਲੜ ਰਹੇ ਆ ਦੁਆਬੇ ਦੇ ਵਿੱਚ, ਉਹ 5 ਮਰਲੇ 10 ਮਰਲੇ ਦੇ ਪਲਾਟਾਂ ਵਾਲਾ ਆ। ਰਹਾਇਸ਼ੀ ਜਿੱਦਾਂ ਇਲੈਕਸ਼ਨ ਦੇ ਵਿੱਚ ਗੱਲਾਂ ਹੁੰਦੀਆਂ ਨਾ ਵੀ ਤੁਹਾਨੂੰ 5 ਮਰਲੇ ਦਾ ਪਲਾਟ ਦਿਆਂਗੇ 10 ਮਰਲੇ, ਇੱਕ ਇਹ ਉਹ ਗੱਲ ਕਰ ਰਹੇ ਆ। ਦੂਜਾ, ਬਿਜਲੀ ਦੇ ਬਿੱਲਾਂ ਵਾਲਾ ਸੰਘਰਸ਼ ਜਿਹੜਾ ਸਾਡੇ ਦੁਆਬੇ 'ਚ ਚੱਲ ਰਿਹਾ, ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲਾ ਆ ਜਾਂ ਸ਼ਗਨ ਸਕੀਮਾਂ ਵਾਲਾ ਆ, ਜਿਹੜਾ ਬਿਜਲੀ ਦੇ ਬਿੱਲਾਂ ਵਾਲਾ ਸੰਘਰਸ਼ ਆ, ਇਹ ਸਾਨੂੰ ਪਤਾ ਵੀ ਜਦੋਂ ਕਿਸਾਨੀ ਦੇ ਜਿਹੜੇ ਮੋਟਰਾਂ ਦੇ ਬਿੱਲ ਮਾਫ ਹੋਏ ਆ, ਤੇ ਜਿਹੜੇ ਮਜ਼ਦੂਰ ਯੂਨੀਅਨ ਆ ਉਹਨਾਂ ਨੇ ਕਿੱਦਾਂ ਸੰਘਰਸ਼ ਕਰਕੇ ਪਹਿਲਾਂ 100 ਯੂਨਿਟ ਮਾਫ ਕਰਾਈ ਤੇ ਫਿਰ 200 ਯੂਨਿਟ ਵਾਸਤੇ ਵੀ ਇਹ ਸੰਘਰਸ਼ ਵਿੱਢਿਆ। ਦੂਜਾ, ਜਦੋਂ ਜ਼ਮੀਨ ਪ੍ਰਾਪਤ ਸੰਘਰਸ਼ ਦੇ ਵਿੱਚ ਬੀਬੀ ਗੁਰਦੇਵ ਕੌਰ ਵਾਲਾ ਮਸਲਾ ਆਉਂਦਾ ਉੱਭਰ ਕੇ ਸਾਹਮਣੇ, ਤਾਂ ਉਸ ਮਸਲੇ ਲਈ ਜਦੋਂ ਮਾਲਵੇ ਦੇ ਵਿੱਚ ਸੰਘਰਸ਼ ਹੋ ਰਿਹਾ ਸੀ, ਤਾਂ ਦੁਆਬੇ ਦੇ ਵਿੱਚੋਂ ਸਾਡੇ ਬਹੁਤ ਸਾਰੇ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਹੜੇ ਸਾਥੀ ਆ ਉਹ ਇੱਥੋਂ ਗੱਡੀਆਂ ਭਰ ਕੇ ਜਾਂਦੇ ਰਹੇ ਆ ਉਹਨਾਂ ਦੀ ਸਪੋਰਟ ਕਰਨ ਲਈ। ਇੱਥੋਂ ਤੱਕ ਕਿ ਜਿਹੜਾ ਸਾਡਾ ਤਰਕਸ਼ੀਲ ਜਥੇਬੰਦੀਆਂ ਦੇ ਨਾਲ ਜੁੜੇ ਹੋਆ ਸਾਥੀ ਜਿਹੜਾ ਲੇਖਕ ਭਾਈਚਾਰਾ ਆ, ਤੇ ਇਸ ਤੋਂ ਇਲਾਵਾ ਜਿਹੜੇ ਦੁਆਬੇ ਦੇ ਵਿੱਚ ਚਾਹੇ ਕੋਈ ਅੰਬੇਡਕਰੀ ਕਲੱਬ ਆ ਜਾਂ ਅੰਬੇਡਕਰੀ ਸੈਨਾਵਾਂ ਆ, ਗੁਰੂ ਰਵਿਦਾਸ ਸਭਾਵਾਂ ਆ, ਇੱਥੋਂ ਤੱਕ ਕਿ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਖਾਸ ਕਰਕੇ SCGC ਫੈਡਰੇਸ਼ਨਾਂ, ਜਿਹੜੇ ਉਹਨਾਂ ਦੇ ਮੰਗ ਪੱਤਰ ਆ, ਉਹਨਾਂ ਦੇ ਮੰਗ ਪੱਤਰ ਦੇ ਵਿੱਚ ਮਾਲਵੇ ਦੇ ਸੰਘਰਸ਼ ਦੇ ਜਿਹੜੇ ਮੁੱਦੇ ਆ ਉਹ ਸ਼ਾਮਲ ਰਹੇ ਆ ਜ਼ਮੀਨ ਪ੍ਰਾਪਤੀ ਸੰਘਰਸ਼ ਦੇ। ਦੂਜੀ ਵੱਡੀ ਗੱਲ, ਜਦੋਂ ਅਸੀਂ ਕੋਈ ਸੰਘਰਸ਼ ਵਿੱਢਦੇ ਆ, ਉਸ ਸੰਘਰਸ਼ ਦੇ ਲਈ ਸਾਨੂੰ ਪੈਸੇ ਧੇਲੇ ਦੀ ਜ਼ਰੂਰਤ ਪੈਂਦੀ ਹੈ। ਤੇ ਅਸੀਂ ਕਿਤੇ ਟੈਂਟ ਲਾਉਣਾ, ਧਰਨਾ ਦੇਣਾ, ਕਿਤੇ ਗੱਡੀਆਂ ਭਰ ਕੇ ਬੰਦੇ ਲਿਜਾਣੇ, ਤਾਂ ਉਹਦੇ ਲਈ ਜਿਹੜੇ ਵਿੱਤੀ ਸਾਧਨ ਆ, ਕਿਉਂਕਿ ਜਿੱਦਾਂ ਡਾਕਟਰ ਸਾਹਿਬ ਨੇ ਗੱਲ ਵੀ ਕੀਤੀ ਸੀ ਵੀ ਜਿਹੜੇ ਦੁਆਬੇ ਦੇ ਬਹੁਤੇ ਬੰਦੇ ਆ NRI ਬਾਹਰ ਬੈਠੇ ਆ, ਉਹਨਾਂ ਬੰਦਿਆਂ ਦੇ ਵਿੱਚ ਆਪਣੇ ਸਮਾਜ ਲਈ, ਆਪਣੇ ਲੋਕਾਂ ਲਈ ਬਹੁਤ ਜ਼ਿਆਦਾ ਪਿਆਰ ਆ, ਤੇ ਉਹ ਜਦੋਂ ਇੱਦਾਂ ਦਾ ਸੰਘਰਸ਼ ਵਿੱਢਿਆ ਹੁੰਦਾ ਉਸ ਸੰਘਰਸ਼ ਦੇ ਵਿੱਚ ਫਾਈਨੈਂਸ਼ੀਅਲੀ ਮਦਦ ਕਰਦੇ ਆ, ਆਰਥਿਕ ਤੌਰ ਤੇ, ਜਿੱਦਾਂ ਸੌਂਧੀ ਹੁਣੀ ਆ ਜਾਂ ਬਲ ਹੁਣੀ ਆ, ਇੱਦਾਂ ਦੇ ਬੰਦੇ ਹੈਗੇ ਆ। ਤੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਇਹ ਸਾਰਾ ਸੰਘਰਸ਼ ਆ ਜ਼ਮੀਨ ਪ੍ਰਾਪਤੀ ਵਾਲਾ, ਉਹਦੇ ਵਿੱਚ ਜਿਹੜੇ ਦੁਆਬੇ ਦੇ ਛੋਟੇ ਸੰਘਰਸ਼ ਆ ਉਹ ਕਿਤੇ ਨਾ ਕਿਤੇ ਉਹਦਾ ਹਿੱਸਾ ਬਣਦੇ ਰਹੇ ਆ ਅਸਿੱਧੇ ਤੌਰ ਤੇ। ਜੀ ਦਵਿੰਦਰ ਸਰ, ਦੁਆਬੇ ਨੂੰ ਨਕਲਾਂ ਦੀ ਭੂਮੀ ਕਿਹਾ ਜਾਂਦਾ ਹੈ। ਬਹੁਤ ਵੱਡੇ ਪੱਧਰ ਤੇ ਇੱਥੇ ਨਕਲੀਏ ਸੀ, ਨਕਾਲ ਸੀ, ਨਕਲਾਂ ਕਰਦੇ ਸੀ, ਸਾਰੀ ਰਾਤ ਲੋਕ ਬਹਿ ਕੇ ਦੇਖਦੇ ਸੀ, ਤੇ ਸਾਡੇ ਸਾਹਿਤ ਦਾ, ਲੋਕ ਸਾਹਿਤ ਦਾ ਇੱਕ ਬਹੁਤ ਵੱਡਾ ਹਿੱਸਾ ਸੀ। ਹੁਣ ਵੀ ਕਿਤੇ ਉਹ ਪਰੰਪਰਾ ਪਈ ਹੈ ਤਾਂ ਉਹ ਸਾਰੀ ਪਰੰਪਰਾ ਕਿਤੇ ਸ਼ਿਫਟ ਹੋ ਗਈ ਇੱਥੋਂ? ਇਹ ਪਰੰਪਰਾ ਜੇ ਹੈ, ਚੱਲ ਰਹੀ ਹੈ ਜੀ। ਅੱਜ ਦੇ ਵਿਸ਼ੇ ਨਾਲ ਜੋੜ ਕੇ ਗੱਲ ਕਰੀਏ, ਅਜੇ ਤੱਕ ਕਿਸੇ ਨੇ, ਹੋਰ ਅਦਾਰੇ ਨੇ ਉਹਨਾਂ ਦੀ ਬਾਂਹ ਨਹੀਂ ਫੜੀ ਹੈ। ਸੱਭਿਆਚਾਰ ਦੇ ਵਿੱਚ ਉਹ ਲੋਕ ਆਪਣੀ ਟ੍ਰੈਡੀਸ਼ਨਲ ਤੌਰ ਤੇ ਚਲਾ ਰਹੇ ਆਪਣੇ ਸੋਰਸਸ ਦੇ ਨਾਲ ਚੱਲ ਰਹੀ ਹੈ, ਅੱਜ ਵੀ ਚੱਲ ਰਹੀ ਹੈ ਜੀ। ਜਿਹੜਾ ਸਾਡਾ ਦੁਆਬਾ ਹੈ ਬੜਾ ਸਮਰਿੱਧ ਰਿਹਾ ਸਾਂਗ ਦੇ ਵਿੱਚ। ਇੱਥੇ ਜਿੱਦਾਂ ਮਤਲਬ ਹਸਮਤ ਚਿਸ਼ਤੀ, ਅਬਦੁਲ ਮਜੀਦ, ਰਾਸਲੀਲਾ ਦੇ ਵਿੱਚ ਜਾਲੜੇ ਦਾ ਮਲੂਕ ਚੰਦ, ਹਜੇ ਤੱਕ ਵੀ ਉਹ ਇਹਨੇ ਬਿਰਧ ਹੋਣ ਦੇ ਬਾਵਜੂਦ ਵੀ ਜੇ ਅੱਜ ਉਹਨਾਂ ਨੂੰ ਹੌਸਲਾ ਦਿੱਤਾ ਜਾਵੇ ਤਾਂ ਮਤਲਬ ਉਹ ਉਹਨਾਂ ਦਾ ਪਿਆਰ ਹੈ ਸਾਰਾ। ਸਿੰਪਲ ਮਜਾਰੇ ਦੇ ਮਹਿੰਦਰ ਸਿੰਘ, ਤਰਸੇਮ ਸਿੰਘ ਹੁਣੀ ਹੁੰਦੇ ਸੀ, ਇਸ ਕਰਕੇ ਚੁੱਪ ਕਰ ਗਏ ਕਿ ਉਹਨਾਂ ਨੂੰ ਹੁਣ ਐ ਲੱਗਦਾ ਕਿ ਇਸ ਦੇ ਵਿੱਚ ਉਹਨਾਂ ਨੂੰ ਸ਼ੋਅ ਘੱਟ ਮਿਲਦੇ ਆ, ਥੋੜੇ ਪਿੱਛੇ ਹਟ ਗਏ, ਉਹ ਬਾਹਰ ਚਲੇ ਗਏ। ਇਸ ਤਰੀਕੇ ਦੇ ਨਾਲ ਕੁਝ ਗਰੁੱਪ ਜਿਹੜੇ ਹੈਗੇ, ਜਿਹਦਾ ਛੜੋਏ ਦਾ ਸੁੱਖਾ ਰਾਮ ਛੜੋਆ ਹੈ, ਇੰਨਾ ਕੰਮ ਕਰਦੇ, ਇੰਨੇ ਜ਼ਿਆਦਾ ਸ਼ੋਅ ਹੁੰਦੇ ਉਹਨਾਂ ਦੇ, ਇਸ ਇਲਾਕੇ ਸਾਰੇ ਲੋਕ ਨਾਟਕ ਹੁੰਦੇ ਆ, ਪੂਰੇ ਰਾਤ ਦੀਆਂ ਨਕਲਾਂ ਹੁੰਦੀਆਂ, ਸਾਲ ਹੁੰਦੇ ਆ, ਜਲਸੇ ਹੁੰਦੇ ਆ। ਪਰ ਅਸੀਂ ਚਾਹੁੰਦੇ ਹਾਂ ਕਿ ਕੋਈ ਐਸਾ ਅਦਾਰਾ ਆਵੇ, ਜਿਵੇਂ ਸਾਡੇ ਕੋਲ ਪੰਜਾਬ ਸੰਗੀਤ ਨਾਟਕ ਅਕੈਡਮੀ ਆ, ਉਹ ਕਿਤੇ ਥੋੜੇ ਸਪਾਂਸਰ ਕਰਨ ਇਹਨਾਂ ਦੇ ਸ਼ੋਅ, ਕਿਤੇ ਬਾਹਰ ਕਰਾਉਣ, ਜਾਂ ਕਿਤੇ ਲੋਕ ਨਾਟਕ ਦੇ ਜਿਵੇਂ ਯੂਨੀਵਰਸਿਟੀਆਂ ਦੇ ਵਿੱਚ ਕੋਈ ਇਹੋ ਜਿਹਾ ਇਵੈਂਟ ਰੱਖਿਆ ਜਾਵੇ। ਇਹਨਾਂ ਲੋਕਾਂ ਨੂੰ ਵੀ ਥੋੜੀ ਪਛਾਣ ਮਿਲੇ, ਇਹਨਾਂ ਲੋਕਾਂ ਨੂੰ ਵੀ ਲੱਗੇ ਕਿ ਅਸੀਂ ਕਿਸੇ ਵੱਡੀ ਮੁੱਖ ਧਾਰਾ ਦੇ ਹਿੱਸਾ ਆ, ਸਾਡਾ ਕੋਈ ਸਮਾਜ ਦੇ ਵਿੱਚ ਸਾਡਾ ਰੋਲ ਹੈ। ਜਿੱਦਾਂ ਤੁਸੀਂ ਅੱਜ ਵੀ ਹੈ, ਨਕਲਾਂ ਅੱਜ ਵੀ ਹਨ ਜਿਹੜੀਆਂ ਪਰੰਪਰਾ ਦੇ ਵਿੱਚੋਂ ਚੱਲੀਆਂ ਆ ਰਹੀਆਂ। ਜਿੱਦਾਂ ਸਾਡੇ ਗਰਚੇ ਪਿੰਡ ਦੇ ਇੱਕ ਰੁਲੀਆ ਸੱਜੂ ਮਰਾਸੀ ਹੁੰਦੇ ਸੀ, ਉਹਦੇ 2 ਮੁੰਡੇ ਸੀ, ਨਜੀਰਾ ਤੇ ਫਕੀਰ। ਫਕੀਰ ਤਾਂ ਚਲੋ ਨਹੀਂ ਹੁਣ ਰਿਹਾ, 14 ਮੁੰਡੇ ਬਾਹਰ ਚਲੇ ਗਏ, ਜਿਹੜਾ ਨਜੀਰਾ ਕਰ ਰਿਹਾ। ਹੁਣ ਨਕਲਾਂ ਸਾਰੀ ਰਾਤ ਕਰਦੇ ਆ, ਤੇ ਫਿਰ ਉਹ ਗੱਲ ਨਹੀਂ ਬਣਦੀ, ਉਹਨੂੰ ਲੱਗਦਾ ਕਿ ਭੰਡ ਬਣ ਕੇ ਥੋੜੇ ਸਮੇਂ 'ਚ ਜਾ ਕੇ ਮੰਗ ਲਓ। ਏਦਾਂ
ਮਤਲਬ ਇਸ ਕਲਾ ਨੂੰ ਸੰਭਾਲਣ ਦੀ ਲੋੜ ਹੈ, ਅਜੇ ਹੈ। ਪਰ ਜੇ ਇਹਨੂੰ ਸੰਭਾਲਣ ਦੇ ਲਈ ਆਪਾਂ ਥੋੜੇ ਸੀਰੀਅਸ ਹੋ ਜਾਈਏ, ਅੱਗੇ ਆਈਏ, ਕੋਈ ਇਦਾਂ ਦੇ ਇਹਨਾਂ ਦੇ ਮੇਲੇ ਆਯੋਜਿਤ ਕੀਤੇ ਜਾਣ ਜਾਂ ਇਹਨਾਂ ਦੇ ਇਵੈਂਟ, ਕਿਉਂਕਿ ਸਾਡੇ ਇੱਥੇ 2-4 ਵੱਡੇ ਇਵੈਂਟ ਲੱਗਦੇ ਆ, ਉੱਥੇ ਸਾਰੀ ਰਾਤ ਦੇ ਪ੍ਰੋਗਰਾਮ ਹੁੰਦੇ ਆ। ਮਢਾਲੀ ਦਾ ਮੇਲਾ ਉਹਨੂੰ ਕਹਿੰਦੇ ਆ, ਗੁਰਦਾਸ ਮਾਨ ਨੂੰ ਨਹੀਂ, ਨਕਲਾਂ ਦੇ ਖਾੜੇ ਵੀ ਚੱਲਦੇ ਆ, ਸਾਰੀ ਰਾਤ ਚੱਲਦੇ ਆ। ਇਹਦੇ ਬੰਗੇ ਤੇ ਉਹ ਉੱਥੇ ਵੀ ਸਾਰੀ ਰਾਤ ਪ੍ਰੋਗਰਾਮ ਚੱਲਦੇ ਆ। ਹੁਸ਼ਿਆਰਪੁਰ ਸਾਰੀ ਰਾਤ ਪ੍ਰੋਗਰਾਮ ਚੱਲਦੇ ਆ। ਨਕਲਾਂ ਦੇ ਵੱਡੇ ਗਰੁੱਪ ਆ ਜਿਹੜੇ ਕਰਦੇ ਆ। ਇੱਥੇ ਬੰਗੇ ਬਿਜਲੀ ਬੋਰਡ ਤੋਂ ਰਿਟਾਇਰ ਹੋਏ ਆ ਬਾਲ ਕ੍ਰਿਸ਼ਨ ਜੀ ਆ, ਬੱਲੀ ਦਾ ਗਰੁੱਪ ਕਹਿੰਦੇ ਆ ਉਹਨੂੰ, ਨਰੇਸ਼ ਜੀ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਹੈਗੇ ਆ। ਕਿਆ ਬਾਤ ਹੈ, ਕਦੇ ਤੁਸੀਂ ਨਕਲਾਂ ਦੇਖੋ ਤੇ ਤੁਸੀਂ ਦੰਗ ਰਹਿ ਜਾਓਗੇ ਕਿ ਨਕਲਾਂ ਇਹਨਾਂ ਨੂੰ ਕਹਿੰਦੇ ਆ। ਇੰਨੇ 4 ਬੰਦੇ ਵੱਡੀ ਉਮਰ ਦੇ 70 ਸਾਲ ਦੇ ਬੰਦੇ ਆ, ਕੁੜੀਆਂ ਵਾਲੇ ਕੱਪੜੇ ਪਾ ਕੇ ਨੱਚਦੇ ਆ, ਉਸ ਰੂਪ ਦੇ ਵਿੱਚ, ਉਸ ਜੋਸ਼ ਦੇ ਵਿੱਚ ਨੱਚਦੇ। ਉਹਨਾਂ ਨੇ ਉਸ ਪਰੰਪਰਾ ਨੂੰ ਜਿੰਦੀ ਰੱਖਿਆ ਆ। ਪਰ ਜੇ ਇਹਨੂੰ ਅੱਜ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਅਲੋਪ ਹੋ ਜਾਣ ਦੀਆਂ ਜ਼ਿਆਦਾ ਸੰਭਾਵਨਾਵਾਂ ਮੇਰੇ ਮੁਤਾਬਕ ਇਹ ਹੈ। ਜੀ ਸਿੱਧੂ ਸਾਹਿਬ, ਭਗਤ ਸਿੰਘ ਬਿਨਾਂ ਸ਼ੱਕ ਸਾਡਾ ਨਾਇਕ ਹੈ, ਪਰ ਇਸ ਵੇਲੇ ਭਗਤ ਸਿੰਘ ਸਾਡੇ ਨੌਜਵਾਨਾਂ ਨੂੰ ਜਾਂ ਸਾਡੇ ਸਮਾਜ ਨੂੰ ਕਿੰਨਾ ਕੁ ਪ੍ਰਭਾਵਿਤ ਕਰ ਰਿਹਾ ਹੈ? ਅਸੀਂ ਉਹਦੀਆਂ ਫੋਟੋਆਂ ਤੇ ਸਟicker ਲਾਉਣ ਜੋਗੇ ਰਹਿ ਗਏ ਤਾਂ ਅਸਲ ਦੇ ਵਿੱਚ ਭਗਤ ਸਿੰਘ ਸਾਡਾ ਨਾਇਕ ਹੈਗਾ ਹੁਣ ਵੀ? ਕੀ ਸਥਿਤੀ ਹੈ ਤੁਹਾਡੇ ਦੁਆਬੇ ਦੇ ਵਿੱਚ? ਸਰ ਇਸ ਤਰ੍ਹਾਂ ਆ ਵੀ ਇਹਦੇ ਬਾਰੇ 2 ਤਰ੍ਹਾਂ ਦਾ ਮਤਲਬ ਜਿਹੜਾ ਵਰਤਾਰਾ ਸਾਹਮਣੇ ਆ ਰਿਹਾ। ਇੱਕ ਵਰਤਾਰਾ ਤਾਂ ਜਿਹੜਾ ਤੁਸੀਂ ਟੀ-ਸ਼ਰਟਾਂ, ਸਟicker ਲੱਗੇ ਹੋਏ ਆ, ਪੱਗਾਂ ਬੰਨੀਆਂ ਹੋਈਆਂ ਆ, ਮੋਟਰਸਾਈਕਲਾਂ ਤੇ ਮਾਰਚ ਹੋ ਰਿਹਾ ਆ, ਇਹ ਜਿਹੜੀਆਂ ਪਾਰਟੀਆਂ ਦੇ ਯੂਥ ਵਿੰਗ ਹੈ ਉਹ ਇਸ ਤਰ੍ਹਾਂ ਦਾ ਕਰਨਾ ਚਾਹੁੰਦੇ ਆ ਵੀ ਭਗਤ ਸਿੰਘ ਦੀਆਂ ਮੁੱਛਾਂ ਖੜੀਆਂ ਕਰ ਦਈਏ, ਹੱਥ ਵਿੱਚ ਪਿਸਤੌਲ ਫੜਾ ਦਈਏ, ਮਿੱਤਰਾਂ ਦੀ ਮੁੱਛ ਦਾ ਸਵਾਲ ਹੈ। ਇਸ ਤਰ੍ਹਾਂ ਦੇ ਗੀਤ ਜਿਹੜੇ ਆ ਉਹ ਮਤਲਬ ਗਾਏ ਜਾਣ ਤੇ ਆਮ ਨੌਜਵਾਨਾਂ ਵਿੱਚ ਇਸ ਤਰ੍ਹਾਂ ਦੀ ਭਗਤ ਸਿੰਘ ਦੀ ਜਿਹੜੀ ਦਿੱਖ ਹੈ ਉਹ ਪੈਦਾ ਕਰ ਦਿੱਤੀ ਜਾਵੇ। ਜਿੰਨੀਆਂ ਵੀ ਸਾਡੀਆਂ ਲਗਭਗ ਰਾਜ ਕਰਨ ਵਾਲੀਆਂ ਪਾਰਟੀਆਂ, ਉਹਨਾਂ ਦੇ ਸਾਰੇ ਯੂਥ ਵਿੰਗ ਇਹੀ ਕੰਮ ਕਰਦੇ ਆ। ਲੇਕਿਨ ਉਹਦੇ ਪੈਰਲਲ ਜਿਹੜੇ ਸਾਹਿਤ ਨਾਲ ਲੋਕ ਜੁੜੇ ਹੋਏ ਆ, ਜਾਂ ਜਿਹੜੇ ਵਿਦਿਆਰਥੀ ਜੁਨਾ ਆ, ਜਾਂ ਨੌਜਵਾਨ ਭਾਰਤ ਸਭਾਵਾਂ ਆ, ਉਹ ਬਿਲਕੁਲ ਭਗਤ ਸਿੰਘ ਦਾ ਅਸਲੀ ਜੀਵਨ ਕੀ ਆ, ਭਗਤ ਸਿੰਘ ਦੀਆਂ ਲਿਖਤਾਂ ਆ, ਉਹਨਾਂ ਨੂੰ ਲਿਖਤਾਂ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਜਾਂਦੇ ਆ, ਉਹਨਾਂ ਨੂੰ ਪੜ੍ਹਾਉਂਦੇ ਆ, ਉਹਨਾਂ ਉੱਤੇ ਸੈਮੀਨਾਰ ਹੁੰਦੇ ਆ, ਉਹਨਾਂ ਤੇ ਬਹਿਸਾਂ ਹੁੰਦੀਆਂ ਆ। ਔਰ ਇਸ ਤਰ੍ਹਾਂ ਦੇ ਨਾਟਕ ਜਿਹੜੇ ਆ, ਚਾਹੇ ਡਾਕਟਰ ਸਾਹਿਬ ਦਾ ਲਿਖਿਆ ਆ, ਦਵਿੰਦਰ ਦਮਨ ਹੋਣਾ ਦਾ ਲਿਖਿਆ ਆ, ਪਾਲੀ ਭੁਪਿੰਦਰ ਹੋਣਾ ਦੇ ਆ, ਭਾਈ ਗੁਰਸ਼ਰਨ ਦੇ ਆ, ਮਤਲਬ ਉਹ ਉਹਨਾਂ ਨਾਟਕਾਂ ਰਾਹੀਂ ਵੀ ਵਿਚਾਰਧਾਰਾ ਜਿਹੜੀ ਆ ਭਗਤ ਸਿੰਘ ਦੀ ਜਾਂ ਉਹਨਾਂ ਦੇ ਸਾਥੀਆਂ ਦੀ ਉਹ ਲੈ ਕੇ ਜਾਂਦੇ ਆ। ਮਤਲਬ ਮੇਰੇ ਕਹਿਣ ਦਾ ਮਤਲਬ ਇਹ ਦੋਨੋਂ ਤਰ੍ਹਾਂ ਦੇ ਵਰਤਾਰਾ, ਜਿਹੜਾ ਤੁਸੀਂ ਗੱਲ ਕੀਤੀ ਉਹ ਵੀ ਤੇ ਜਿਹੜਾ ਦੂਸਰਾ ਸੱਚਮੁੱਚ ਦਾ ਹੈ ਉਹ ਵੀ ਦੁਆਬੇ ਦੇ ਵਿੱਚ ਦੋਨੋਂ ਮੌਜੂਦ ਹੈ। ਜੀ ਸਾਡੇ ਕੋਲ ਵਕਤ ਘੱਟ ਹੈ, ਇਸ ਕਰਕੇ ਮੈਂ ਦਵਿੰਦਰ ਸਾਹਿਬ ਤੁਹਾਡੇ ਤੋਂ ਆਖਰੀ ਸਵਾਲ ਕਰੂੰਗਾ, ਉਸ ਤੋਂ ਬਾਅਦ 1-2 ਸਵਾਲ ਅਸੀਂ ਦਰਸ਼ਕਾਂ ਤੋਂ ਲਵਾਂਗੇ। ਉਹ ਸਵਾਲ ਇਹ ਹੈ ਕਿ ਦੁਆਬੇ ਦੇ ਵਿੱਚ ਨਾਟਕਾਂ ਦੀ ਬਹੁਤ ਅੱਛੀ ਪਰੰਪਰਾ ਰਹੀ ਹੈ। ਚਰਨਦਾਸ ਸਿੱਧੂ ਬਹੁਤ ਵੱਡਾ ਨਾਟਕਕਾਰ ਹੈ ਜਿਹਨੇ ਦਿੱਲੀ ਦੇ ਵਿੱਚ ਆ ਕੇ ਲੰਬਾ ਸਮਾਂ ਥੀਏਟਰ ਕੀਤਾ। ਤੁਹਾਡੇ ਨਾਟਕ ਨੇ, ਤੁਸੀਂ ਇਹਦੇ ਬਾਰੇ, ਨਾਟਕ ਦੀ ਪਰੰਪਰਾ ਬਾਰੇ ਤੁਸੀਂ ਬਾਰੇ ਕੁਝ ਕਹਿਣਾ ਚਾਹੋਗੇ? ਦੁਆਬੇ ਦੇ ਵਿੱਚ ਸਭ ਤੋਂ ਵੱਡੇ ਨਾਟਕਕਾਰ ਆਪਾਂ ਡਾਕਟਰ ਹਰਚਰਨ ਸਿੰਘ ਹੈ, ਸਾਡੇ ਲਾਗੇ ਉਹਨਾਂ ਦਾ ਵੱਡੇ ਨਾਟਕਕਾਰ ਹੈ। ਗੁਰਦਿਆਲ ਸਿੰਘ ਫੁੱਲ ਦੁਆਬੇ ਦੇ ਨਾਟਕਕਾਰ ਹੈ। ਚਰਨ ਦਾ ਤੁਸੀਂ ਜ਼ਿਕਰ ਕੀਤਾ, ਬੜੇ ਦਲਿਤ ਵਿਸ਼ਿਆਂ ਤੇ ਉਹਨਾਂ ਨੇ ਖੁੱਲ ਕੇ ਲਿਖੇ ਆ, ਲੋਕਧਾਰਾ ਪ੍ਰਪੇਖ ਦੇ ਵਿੱਚ ਲਿਖੇ ਆ। ਡਾਕਟਰ ਰਵੀ ਕੈਨੇਡਾ ਦੇ ਵਿੱਚ ਕਾਵਿ ਨਾਟਕ ਵਿੱਚ ਉਹਨਾਂ ਦਾ ਕਿੱਡਾ ਉੱਚਾ ਤੇ ਕਿੱਡਾ ਵੱਡਾ ਸਥਾਨ ਹੈ। ਜੋਗਿੰਦਰ ਬਾਰਲਾ ਜੀ ਇਪਟਾ ਦੇ ਵਿੱਚ ਉਹਨਾਂ ਦੇ ਵੱਡਾ ਨਾਂ ਹੈ। ਇੱਧਰ ਰਜਿੰਦਰ ਭੋਗਲ ਜੀ ਹੈ, ਹਰਿੰਦਰ ਦੋਸਾਂਝ ਜੀ ਹੈ, ਚਲੋ ਮੇਰਾ ਵੀ ਥੋੜਾ ਬਹੁਤਾ ਕਿਹਾ ਜਾ ਸਕਦਾ। ਇਹ ਨਾਟਕ ਪਰੰਪਰਾ ਸਾਡੀ ਇੱਥੇ ਹੈਗੀ ਹੈ ਨਾਟਕ ਦੇ ਵਿੱਚ। ਇਹਦੇ ਕੀ ਪਛਾਣ ਚਿੰਨ੍ਹ ਨੇ, ਮਤਲਬ ਦੁਆਬੇ ਦੇ ਨਾਟਕ ਦੀ ਕੀ ਪਛਾਣ ਚਿੰਨ੍ਹ? ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤੀ ਹੈ ਕਿ ਕੋਈ ਵੀ ਜਿਹੜੀ ਰਚਨਾ ਹੈ, ਸਾਹਿਤ ਕਿਸੇ ਵੀ ਪਰਿਸਥਿਤੀ ਵਿੱਚੋਂ ਖਹਿ ਕੇ ਪੈਦਾ ਹੁੰਦਾ। ਜਿਹੜੇ ਦੁਆਬੇ ਨੂੰ ਆਧਾਰ ਮੰਨ ਕੇ ਲਿਖੇ ਗਏ ਤੇ ਜਿਹੜੇ ਮਸਲਿਆਂ ਦੀ ਆਪਾਂ ਗੱਲ ਕੀਤੀ ਹੈ, ਤਾਂ ਨਾਟਕ ਕੁਦਰਤੀ ਤੌਰ ਤੇ ਉਹ ਨਾਟਕ ਨਿਕਲ ਕੇ ਆਉਂਦੇ ਆ ਜਿਨ੍ਹਾਂ ਦੇ ਵਿੱਚ ਕੋਈ ਦਲਿਤ ਦੀ ਸਮੱਸਿਆ ਹੋਵੇ, ਜਿਹਦੇ ਵਿੱਚ ਕੋਈ ਪ੍ਰਵਾਸ ਦੀ ਸਮੱਸਿਆ ਹੋਵੇ, ਜਿਹਦੇ ਵਿੱਚ ਖੇਤੀ ਨਾਲ ਜੁੜੇ ਐਸੇ ਮਸਲੇ ਹੋਣ, ਖੇਤੀ ਮਜ਼ਦੂਰਾਂ ਦੇ ਕੋਈ ਐਸੇ ਮਸਲੇ ਹੋਣ, ਗਰੀਬੀ ਤੁਰਸੀਆਂ ਤੰਗੀਆਂ ਦੇ ਮਸਲੇ ਹੋਣ, ਜਿਹੜੇ ਦੁਆਬੇ ਨਾਲ ਜੁੜੇ ਆ। ਇਹ ਮੁੱਖ ਪਛਾਣ ਉਹਨਾਂ ਦੀ ਇਸ ਰੂਪ ਦੇ ਵਿੱਚ ਹੈ। ਜੀ ਆਪਣਾ ਜਸਵੰਤ ਰਾਏ ਜੀ, ਜਿਹੜਾ ਪ੍ਰਵਾਸ ਹੈ ਉਹ ਹੁਣ ਸਾਡੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ? ਤੁਸੀਂ ਖਾਸ ਤੌਰ ਤੇ ਦਲਿਤਾਂ ਦੀ ਜ਼ਿੰਦਗੀ ਨੂੰ ਪ੍ਰਵਾਸ ਕਿਵੇਂ, ਇੱਕ ਸੁਣਨ ਚ ਆਇਆ ਕਿ ਉਦੋਂ ਦਲਿਤਾਂ ਨੇ ਵੀ ਬਹੁਤ ਜ਼ਿਆਦਾ ਪ੍ਰਵਾਸ ਕੀਤਾ ਹੈ, ਜਿਹੜਾ ਆਮ ਤੌਰ ਤੇ ਮਾਲਵੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਹੋਰ ਥਾਵਾਂ ਤੇ ਨਹੀਂ ਹੈਗਾ। ਦੁਆਬੇ ਦੇ ਵਿੱਚ ਜਿਹੜੇ ਹੈਗੇ ਆ ਐਸੀ ਕਮਿਊਨਿਟੀ ਆ, ਇਹਦਾ ਬਹੁਤ ਵੱਡੇ ਤੇ ਪੱਧਰ ਤੇ ਪ੍ਰਵਾਸ ਹੋਇਆ। ਕਿ ਤੁਸੀਂ ਛੋਟਾ ਜਿਹਾ ਅੰਕੜਾ ਦੇਖੋ, 1912 ਤੋਂ 1921 ਦਾ ਨਿਊਜ਼ੀਲੈਂਡ ਦੇ ਵਿੱਚ 250 ਬੰਦੇ ਜਾਂਦੇ ਆ। 250 ਬੰਦਿਆਂ ਦੇ ਵਿੱਚੋਂ 24 ਬੰਦੇ ਆਧਰਮੀ ਆ, ਐਸੀ ਆ। ਉਹਨਾਂ 24 ਬੰਦਿਆਂ ਦੇ ਵਿੱਚੋਂ ਜਿਹੜੇ 22 ਬੰਦੇ ਆ ਉਹ ਦੁਆਬੇ ਦੇ ਆ। ਤੁਸੀਂ ਇਸ ਗੱਲ ਤੋਂ, ਇਹਨਾਂ ਅੰਕੜਿਆਂ ਤੋਂ ਦੇਖ ਸਕਦੇ ਆ ਵੀ ਕਿੰਨੇ ਬੰਦੇ ਦੁਆਬੇ ਦੇ ਬਾਹਰ ਗਏ ਵਾ।
ਦੂਜੀ ਗੱਲ, ਜਿਹੜੇ ਦੁਆਬੇ ਦੇ ਬੰਦੇ ਬਾਹਰ ਗਏ ਆ, ਉਹਨਾਂ ਦਾ ਮੇਨ ਮਕਸਦ ਕੀ ਆ? ਉਹ ਆਪਣਾ ਸਵੈਮਾਨ ਵਾਸਤੇ, ਜਿਹੜੇ ਉਹਨਾਂ ਦੇ ਘਰਾਂ ਦੇ ਕੱਚੇ ਬਨੇਰੇ ਆ ਉਹ ਪੱਕੇ ਕਰਨ ਵਾਸਤੇ, ਇੱਥੇ ਜਿਹੜੇ ਉਹਨਾਂ ਦਾ ਬਾਕੀ ਭਾਈਚਾਰਾ ਆ ਉਹਨਾਂ ਦੀ ਕਿੱਦਾਂ ਮਦਦ ਕਰ ਰਹੇ ਆ। ਹੁਣ ਇਹਨਾਂ ਦਿਨਾਂ ਦੇ ਵਿੱਚ ਸਕੂਲਾਂ ਦੇ ਉੱਪਰ ਉਹਨਾਂ ਨੇ ਬਹੁਤ ਪੈਸਾ ਖਰਚਿਆ। ਮੇਰੇ ਆਪਣੇ ਪਿੰਡ ਉਹ ਇਕੱਲੇ ਦਲਿਤ ਭਾਈਚਾਰੇ ਦੇ ਲੋਕ ਨਹੀਂ, ਜਿਹੜੇ ਬਾਕੀ ਵੀ ਮਾਨਵਵਾਦੀ ਵਿਚਾਰਧਾਰਾ ਦੇ ਬੰਦੇ ਹੈਗੇ ਆ ਬਾਹਰ, ਉਹਨਾਂ ਨੇ 34 ਲੱਖ ਰੁਪਇਆ ਇਕੱਠਾ ਕਰਕੇ ਭੇਜਿਆ ਤੇ ਇੱਕ ਵੱਡੀ ਇਮਾਰਤ ਸਕੂਲ ਦੀ ਉਸਾਰ ਹੋਈ ਆ। ਇਸ ਤੋਂ ਇਲਾਵਾ ਦੁਆਬੇ ਦੇ ਵਿੱਚ ਤੁਸੀਂ ਸੁਣਿਆ ਹੋਣਾ, ਮਾਲਪੁਰ ਦੇ ਲਾਗੇ ਖੜੌਦੀ ਪਿੰਡ ਆ। ਖੜੌਦੀ ਪਿੰਡ, ਸਾਰੇ ਪਿੰਡ ਦੇ ਵਿੱਚ ਸੀਵਰੇਜ ਵਗੈਰਾ ਪਿਆ ਸੀ, ਉਹ ਪ੍ਰਵਾਸੀਆਂ ਦੀ ਦੇਣ ਸੀ। ਤੇ ਉਸੇ ਤਰਜ਼ ਦੇ ਉੱਪਰ ਮੇਰੇ ਪਿੰਡ ਦੇ ਵਿੱਚ ਵੀ ਜਿਹੜੇ ਪ੍ਰਵਾਸੀ ਆ, ਉਹਨਾਂ ਨੇ 3 ਕਰੋੜ ਦਾ ਜਿਹੜਾ ਸਰਕਾਰ ਦੇ ਨਾਲ ਰਲ ਕੇ ਉਹ ਸਾਰੇ ਪਿੰਡ ਵਿੱਚ ਸੀਵਰੇਜ ਵਾਟਰ ਸਪਲਾਈ ਵਗੈਰਾ ਪਵਾਇਆ। ਉਹਦੇ ਵਿੱਚ 88 ਲੱਖ ਰੁਪਇਆ NRI ਦਾ ਸੀ। ਤੇ ਦੂਜਾ ਜਿਹੜੇ ਉਧਰ ਅਮਰੀਕਾ ਦੇ ਵਿੱਚ ਸਾਡਾ ਇੱਕ ਦੋਸਤ ਬੈਠਾ ਚੁੰਬਰ, ਉਹ ਮੀਡੀਆ ਦੇ ਨਾਲ ਵੀ ਦੁਆਬੇ ਦੇ ਬਹੁਤ ਸਾਰੇ ਬੰਦੇ ਜੁੜੇ ਹੋਆ। ਉਹ ਉੱਥੇ ਅੰਬੇਡਕਰ ਟਾਈਮਜ਼ ਪੇਪਰ ਕੱਢ ਰਿਹਾ, ਦੇਸ਼ ਦੁਆਬਾ ਅਖਬਾਰ ਕੱਢ ਰਿਹਾ। ਇਹਨਾਂ ਮੀਡੀਆ ਦੇ ਰਾਹੀਂ ਉਹ ਸਿਰਫ ਜਿਹੜੇ ਉੱਥੋਂ ਦੇ ਦਲਿਤ ਮਸਲੇ ਆ, ਕਿਉਂਕਿ ਜਿਹੜੇ ਮਸਲੇ ਬਾਹਰ ਜਾ ਕੇ ਵੀ, ਜਿਹੜਾ ਸਾਡਾ ਭਾਰਤ ਦੇ ਵਿੱਚ ਜਿਹੜਾ ਜਾਤੀ ਪਾਤੀ ਸਿਸਟਮ ਸੀਗਾ, ਜਿਹੜਾ ਮਨੂਵਾਦੀ ਸਿਸਟਮ ਸੀ, ਉਹਨੇ ਵਿਦੇਸ਼ ਵਿੱਚ ਜਾ ਕੇ ਵੀ ਲੋਕਾਂ ਦਾ ਖੜਾ ਨਹੀਂ ਛੱਡਿਆ। ਉੱਥੇ ਜਾ ਕੇ ਫਿਰ ਜਿਹੜੇ ਦਲਿਤ ਲੋਕ ਆ, ਉਹਨਾਂ ਨੇ ਆਪਣੇ ਵੱਖਰੇ ਗੁਰਦੁਆਰੇ, ਸਾਰੇ ਇਦਾਂ ਦੇ ਬਹੁਤ ਸਾਰੇ ਮਸਲੇ ਆ। ਤੇ ਉਹ ਲੋਕ ਇੱਧਰਲੇ ਲੋਕਾਂ ਦੇ ਮਸਲੇ ਵੀ ਚੱਕਦੇ ਆ ਤੇ ਉੱਧਰਲੇ ਲੋਕਾਂ ਦੇ ਮਸਲਿਆਂ ਨੂੰ ਵੀ ਮੀਡੀਆ ਦੇ ਵਿੱਚ ਉਠਾਉਂਦੇ ਆ। ਇਹ ਪ੍ਰਵਾਸੀਆਂ ਦੀ ਵੱਡੀ ਦੇਣ ਆ ਜੀ। ਜੀ ਸਿੱਧੂ ਸਾਹਿਬ, ਆਖਰੀ ਸਵਾਲ ਮੈਂ ਤੁਹਾਨੂੰ ਕਰ ਰਿਹਾ ਕਿ ਸੰਕਟ ਕਾਲ ਜਿਹੜਾ ਹੁਣ ਲੇਟੈਸਟ ਆਪਣਾ ਆਇਆ, ਕਰੋਨਾ ਕਾਲ, ਇਹਦੇ ਵਿੱਚ ਦੁਆਬਾ ਕਿਸੇ ਵੱਖਰੇ ਰੂਪ ਦੇ ਵਿੱਚ ਪ੍ਰਭਾਵਿਤ ਹੋਇਆ, ਜਿਵੇਂ ਪ੍ਰਵਾਸ ਨਾਲ ਜੁੜੇ ਮਸਲੇ, ਜਾਂ ਸਿੰਪਲ ਜਿਵੇਂ ਬਾਕੀ ਸੰਕਟ ਸੀ ਉਸੇ ਤਰ੍ਹਾਂ ਦੁਆਬੇ ਦੇ ਵਿੱਚ ਸੰਕਟ ਰਿਹਾ? ਨਹੀਂ ਡਾਕਟਰ ਸਾਹਿਬ, ਫਰਕ ਸੀਗਾ ਬਾਕੀਆਂ ਦੇ ਨਾਲੋਂ। ਜਿਵੇਂ ਮਾਝੇ ਔਰ ਮਾਲਵੇ ਦੇ ਵਿੱਚ ਜਿਹੜਾ ਖੇਤ ਮਜ਼ਦੂਰ ਆ, ਉਹ ਸੀਰੀ ਪ੍ਰਥਾ ਆ। ਸਾਡੇ ਇੱਥੇ ਜ਼ਿਆਦਾਤਰ ਯੂਪੀ ਬਿਹਾਰ ਤੋਂ ਲੇਬਰ ਆਉਂਦੀ ਆ, ਕੰਮ ਕਰਦੀ ਆ। ਇੱਕ ਤਾਂ ਉਹਦੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਮਜ਼ਦੂਰਾਂ ਦੀਆਂ ਸਾਰੀ ਦੁਨੀਆ ਨੇ ਕੈਮਰਿਆਂ ਦੇ ਰਾਹੀਂ ਵੇਖੀਆਂ। ਉਹਦੇ ਨਾਲ ਜਿਹੜਾ ਜਦੋਂ ਅਕਤੂਬਰ ਮਹੀਨਾ ਆ ਜਾਂਦਾ ਤਾਂ ਦੁਆਬੇ ਦੇ ਲੋਕ ਬਾਹਰੋਂ ਆਉਣੇ ਸ਼ੁਰੂ ਹੋ ਜਾਂਦੇ ਆ। ਨਵੰਬਰ, ਦਸੰਬਰ, ਜਨਵਰੀ, ਇਹ ਫਰਵਰੀ, ਮਾਰਚ ਵਾਪਸ ਜਾਂਦੇ ਆ। ਤੇ ਉਹ ਸਾਰੇ ਦੇ ਸਾਰੇ ਜਿਹਨੇ ਵਾਪਸ ਜਾਣਾ ਸੀਗਾ, ਕੁਝ ਚਲੇ ਗਏ, ਕੁਝ ਇੱਥੇ ਫਸੇ ਰਹਿ ਗਏ। ਉਹਨਾਂ ਨੇ ਬੜੀਆਂ ਦਿੱਕਤਾਂ ਜਿਹੜੀਆਂ ਭੋਗੀਆਂ, ਬੜੇ ਪਰੇਸ਼ਾਨ ਹੋਏ, ਪਰਿਵਾਰਾਂ ਨਾਲੋਂ ਟੁੱਟੇ, ਕਈ ਕੁਝ ਉਹਨਾਂ ਦੇ ਨਾਲ ਮਤਲਬ ਵਾਪਰਿਆ ਹੈਗਾ। ਤੀਜਾ ਜਿਹੜਾ ਆ, ਕਿਉਂਕਿ ਦੁਆਬੇ ਦਾ ਜਿਹੜਾ ਵਿਦਿਆਰਥੀ ਵੀ ਆ, ਉਹ ਜ਼ਿਆਦਾਤਰ ਸਾਰਾ ਬਾਹਰ ਬੈਠਾ ਹੋਇਆ ਸੀ ਜਾਣ ਨੂੰ। ਉਹਨਾਂ ਦੀ ਪੜ੍ਹਾਈ ਜਿਹੜੀ ਆ ਉਹ ਛੁੱਟ ਗਈ, ਵਿੱਚੇ ਹੀ ਬਾਹਰ ਜਾ ਨਹੀਂ ਸਕੇ। ਟਿਕਟਾਂ ਲਈਆਂ ਹੋਈਆਂ ਆ, ਉਹਨਾਂ ਦੇ ਵੀਜ਼ੇ ਲੱਗੇ ਹੋਏ ਆ, ਜਾਂ ਜਿਹੜੇ ਨਵਿਆਂ ਨੇ ਆਈਲੈਟਸ ਕਰਕੇ ਜਾਣਾ ਸੀ, ਉਹਨਾਂ ਦਾ ਵੀ ਵਿੱਚ ਵਿਚਾਲੇ ਰਹਿ ਗਿਆ। ਉਹਦੇ ਨਾਲ ਉਹ ਜਿਹੜੇ ਵਿਦਿਆਰਥੀ ਆ ਉਹ ਪਰੇਸ਼ਾਨ ਵੀ ਆ, ਡਿਪਰੈਸ਼ਨ ਵਿੱਚ ਵੀ ਆ। ਤੇ ਇਹਨੂੰ ਆਲੇ ਦੁਆਲੇ ਵੇਖ ਰਹੇ ਆ ਵੀ ਕਦੋਂ ਕਰੋਨਾ ਖਤਮ ਹੋਵੇ ਤੇ ਕਦੋਂ ਅਸੀਂ ਜਾਈਏ। ਇੱਕ ਹੋਰ ਹੋਇਆ ਵੀ ਜਿਹੜੇ ਦੁਆਬੇ ਦੇ ਦਲਿਤ ਆ ਨਾ, ਉਹ ਜ਼ਿਆਦਾਤਰ ਅਰਬ ਕੰਟਰੀ ਵਿੱਚ ਨੇ। ਤੇ ਅਰਬ ਕੰਟਰੀ ਦੇ ਵਿੱਚ ਇੱਕ ਤਾਂ ਬੰਦੇ ਸੀਗੇ ਕੰਪਨੀਆਂ ਵਿੱਚ ਕੰਮ ਕਰਦੇ। ਉਹ ਜਿਹੜੇ ਕੰਪਨੀਆਂ ਵਿੱਚ ਕੰਮ ਕਰਦੇ ਸੀਗੇ, ਉਹਨਾਂ ਨੂੰ ਤਾਂ ਉੱਥੇ ਰੋਟੀ ਪਾਣੀ ਦਾ ਪ੍ਰਬੰਧ ਹੁੰਦਾ ਰਿਹਾ। ਲੇਕਿਨ ਜਿਹੜੇ ਕੰਪਨੀਆਂ ਤੋਂ ਬਾਹਰ ਸੀਗੇ ਬੰਦੇ, ਉਹਨਾਂ ਲਈ ਇਹ ਸੰਕਟ ਖੜਾ ਹੋ ਗਿਆ। ਔਰ ਉਹ ਬਹੁਤ ਸਾਰੇ ਲੋਕ ਜਿਹੜੇ ਵਾਪਸ ਵੀ ਆਏ ਆ, ਅਜੇ ਵਾਪਸ ਆਉਣ ਦੇ ਲਈ ਸਰਕਾਰ ਨੂੰ ਜਾਂ ਲੀਡਰਾਂ ਨੂੰ ਉਹ ਜਿਹੜਾ ਸੋਸ਼ਲ ਮੀਡੀਆ ਰਾਹੀਂ ਬੇਨਤੀ ਕਰ ਰਹੇ ਆ। ਮਤਲਬ ਇਸ ਕਿਸਮ ਦਾ ਜਿਹੜਾ ਆ ਵੱਖਰਾ ਸੰਕਟ ਜਿਹੜਾ ਬਾਕੀ ਖੇਤਰਾਂ ਦੇ ਨਾਲੋਂ ਦੁਆਬੇ ਦਾ ਮੈਨੂੰ ਦੇਖਣ ਨੂੰ ਮਿਲਿਆ। ਜੀ ਮੇਰੇ ਵੱਲੋਂ ਸਵਾਲਾਂ ਦਾ ਸਿਲਸਿਲਾ ਮੈਂ ਇੱਥੇ ਬੰਦ ਕਰ ਰਿਹਾ। ਸਾਡੇ ਦਰਸ਼ਕਾਂ ਵੱਲੋਂ ਜੇ ਕੋਈ ਵੀ ਦੋਸਤ ਸਵਾਲ ਕਰਨਾ ਚਾਹੁੰਦਾ ਹੈ ਤਾਂ ਸਾਡੇ ਕੋਲੇ 5-4 ਮਿੰਟ ਅਸੀਂ ਉਹਨਾਂ ਦੇ ਸਵਾਲ ਲੈ ਸਕਦੇ ਹਾਂ। ਕੋਈ ਵੀ ਦੋਸਤ ਜੇ ਦੁਆਬੇ ਦੇ ਮਸਲਿਆਂ ਤੇ ਸਾਡੇ ਇਹਨਾਂ 3 ਚਿੰਤਕਾਂ ਨਾਲ ਕੋਈ ਸਵਾਲ ਕਰਨਾ ਚਾਹੁੰਦਾ ਹੈ। ਜੀ ਦੋਸਤੋ, ਮੈਂ ਹੁਣ ਡਾਕਟਰ ਸਰਬਜੀਤ ਕੌਰ ਸਟੋਰ ਹੋਰਾਂ ਨੂੰ। ਡਾਕਟਰ ਸਾਹਿਬ 1 ਮਿੰਟ ਮੈਂ ਗੱਲ ਕਰ ਸਕਦਾ? ਜੀ ਸਿਰਫ 1 ਮਿੰਟ ਆ ਜੀ। ਡਾਕਟਰ ਸਾਹਿਬ, ਮੈਨੂੰ ਲੱਗਦਾ ਵੀ ਜੇ ਆਪਾਂ ਇਹ ਗੱਲ ਛੱਡ ਗਏ ਤਾਂ ਇਹ ਅੱਛਾ ਨਹੀਂ ਹੋਣਾ। ਜਿਹੜਾ ਦੁਆਬੇ ਦੇ ਜਿਹੜੇ ਸਾਹਿਤ ਨੂੰ ਮਤਲਬ ਕਿੱਦਾਂ ਪ੍ਰਭਾਵਿਤ ਕੀਤਾ, ਪੂਰੇ ਸਾਹਿਤ ਨੂੰ ਦੁਆਬੇ ਦੇ ਲੋਕਾਂ ਨੇ, ਇੱਕ ਬੜੀ ਲੰਬੀ ਲਾਈਨ ਆ। ਮੈਂ ਸ਼ਾਰਟ ਦੇ ਵਿੱਚ ਉਹ ਕਹਿਣ ਦੀ ਕੋਸ਼ਿਸ਼ ਕਰਦਾ। ਜਦੋਂ ਮੈਂ ਆਤਰ ਮੂਵਮੈਂਟ ਦੀ ਗੱਲ ਕਰਦਾ ਸੀ, ਜਦੋਂ ਬਾਬੂ ਮੰਗੂ ਰਾਮ ਹੁਣੀ ਆਦ ਡੰਕਾ ਅਖਬਾਰ ਕੱਢਦੇ ਆ,
ਉਸ ਆਦਿਡਾਂਕਾ ਅਖਬਾਰ ਦੇ ਵਿੱਚ ਜਿਹੜੇ ਦਲਿਤ ਕਵੀ ਛਪਦੇ ਆ ਉਹਨਾਂ ਦੀ ਲਾਈਨ ਦੇਖੋ ਕਿੰਨੀ ਲੰਬੀ ਆ। ਉਹ ਸਾਰੇ ਬੰਦੇ ਦੁਆਬੇ ਨਾਲ ਬਿਲੋਂਗ ਕਰਦੇ ਆ, ਖਾਸ ਕਰਕੇ ਗੁਰਦਾਸ ਰਾਮ ਆਲਮ, ਚਰਨਦਾਸ ਧੜਕ ਹੁਣੀ, ਪ੍ਰੀਤਮ ਰਮਦਾਸਪੁਰੀ, ਧੰਨਾ ਸਿੰਘ ਲੰਗੇਰੀ, ਚਾਨਣ ਲਾਲ ਮਾਣਕ, ਭਗਤ ਰਾਮ ਦੀਵਾਨਾ, ਪੰਡਿਤ ਹਰੀ ਰਾਮ, ਇਹ ਵੱਡੇ ਬੰਦੇ ਆ। ਉਹਨਾਂ ਤੋਂ ਬਾਅਦ ਆ ਲਾਲ ਸਿੰਘ ਦੇਲੂ, ਉਦਾਸੀ, ਮਦਨ ਵੀਰਾ ਹੁਣੀ, ਨਵਤੇਜ, ਮੇਰਾ ਖਿਆਲ ਉਹਨਾਂ ਦੀ ਪਰੰਪਰਾ ਨੂੰ ਗਾਂ ਅੱਗੇ ਵਧਾਉਣੇ ਵਾਲੇ ਆ। ਸਵੈ ਜੀਵਨੀ ਜਿਹੜੀ ਸਾਰੀ ਆ, ਉਹਦੀ ਜਿਹੜੀ ਦਲਿਤ ਸਵੈ ਜੀਵਨੀ ਖਾਸ ਕਰਕੇ ਉਹਦੇ ਅੰਸ਼ ਦੁਆਬੇ ਦੇ ਵਿੱਚ ਪਏ ਆ। ਇੱਥੇ ਦਾ ਆਦ ਧਰਮ ਦੇ ਲਹਿਰ ਦੇ ਵਿੱਚ ਇੱਕ ਬੰਦਾ ਹੋਇਆ ਪੰਡਿਤ ਬਖਸ਼ੀ ਰਾਮ। ਪੰਡਿਤ ਬਖਸ਼ੀ ਰਾਮ ਦੀ ਜਿਹੜੀ ਸਵੈ ਜੀਵਨੀ ਆ, ਮੇਰੀ ਜੀਵਨ ਕਹਾਣੀ, ਇਸ ਤਰ੍ਹਾਂ ਹੀ ਜਾਤ ਪਾਤ ਤੋੜਕ ਮੰਡਲ ਦਾ ਸੰਤ ਰਾਮ ਬੀਏ, ਉਹਦਾ ਮੇਰਾ ਜੀਵਨ ਅਨੁਭਵ। ਰਾਜੂ ਭਾਰਤੀ ਹੁਸ਼ਿਆਰਪੁਰ ਦੇ ਵਿੱਚ ਬੈਠਾ, ਉਹਦੀ ਅਣਛਪੀ ਆ ਸਵੈ ਜੀਵਨੀ। ਮਦਨ ਵੀਰੇ ਉਹਨਾਂ ਨੇ ਕੁਝ ਅੰਸ਼ ਛਾਪੇ ਸੀ, ਮੋਚੀ ਆ ਜੀ ਸਵੈ ਜੀਵਨੀ। ਆਪਾਂ ਬਲਵੀਰ ਮਾਧੋਪੁਰੀ ਦਾ ਨਾਂ ਕਿੱਦਾਂ ਭੁੱਲ ਸਕਦੇ ਆ, ਜਿਹਦਾ ਛਾਂਗਿਆ ਰੁੱਖ ਘੱਟੋ ਘੱਟ 7-8 ਜ਼ੁਬਾਨਾਂ ਦੇ ਵਿੱਚ ਛਪਿਆ। ਪ੍ਰੇਮ ਗੋਰਖੀ ਹੋਰਾਂ ਦਾ ਗੈਰ ਹਾਜ਼ਰ ਆਦਮੀ ਕਹਾਣੀ ਦੇ ਵਿੱਚ ਗੋਰਖੀ ਹੁਣੀ, ਨਵੇਂ ਮੁੰਡੇ ਭਗਵੰਤ ਰਸੂਲਪੁਰੀ ਹੁਣੀ, ਦੇਸਰਾਜ ਕਾਲੀ, ਬਿੰਦਰ ਬਸਰਾ, ਜਿੰਦਰ, ਤ੍ਰਿਪਤਾ ਦੀ ਕਹਾਣੀ, ਭੋਰਾ ਕਥਿੰਦਾ। ਨਾਟਕ ਦੇ ਵਿੱਚ ਡਾਕਟਰ ਸਾਹਿਬ ਹੋਰਾਂ ਨੇ ਬੜੀ ਵਧੀਆ ਗੱਲ ਕੀਤੀ। ਚਰਨਦਾਸ ਸਿੱਧੂ ਹੋਰਾਂ ਦਾ ਹੁਸ਼ਿਆਰਪੁਰ ਦਾ ਕਸਬਾ ਭਾਮ ਜਿਹੜਾ, ਉੱਥੇ ਬੜਾ ਵੱਡਾ ਨਾਂ। ਸੋ ਜਿਹੜੇ ਇੱਥੇ ਛੋਟੇ ਛੋਟੇ ਪੇਪਰ ਨਿਕਲਦੇ ਰਹੇ ਆ ਡਾਕਟਰ ਸਾਹਿਬ, ਜਿੱਦਾਂ ਆਦਿਡਾਂਕਾ ਸੀ, ਉਹਦੇ ਨਾਲ ਹੀ 1951 ਦੇ ਵਿੱਚ ਉਜਾਲਾ ਪੇਪਰ ਛਪਿਆ। ਇੱਕ ਡਾਕਟਰ ਸਾਹਿਬ ਇੱਥੇ ਦਲਿਤਾਂ ਵੱਲੋਂ ਇੱਕ ਪੌਣੀ ਸਦੀ ਹੋ ਗਈ, 70-75 ਸਾਲ ਲਾਹੌਰੀ ਰਾਮ ਬਾਲੀ ਆ RPI ਦੇ, ਉਹ ਭੀਮ ਪੱਤਰਕਾ ਕੱਢ ਰਹੇ ਆ। ਸੋ ਮੈਨੂੰ ਲੱਗਦਾ ਵੀ ਜਿਹੜਾ ਇਹ ਜਿੰਨੇ ਆਦ ਕਵੀ ਜਾਂ ਇਹ ਆਦ ਲੇਖਕ ਹੋਏ ਆ, ਇਹਨਾਂ ਨੇ ਇੱਕ ਲੰਬੀ ਪਰੰਪਰਾ ਪਾਈ ਆ, ਤੇ ਬਹੁਤ ਸਾਰੇ ਲੇਖਕ ਜਿਹੜੇ ਆ ਉਹਨਾਂ ਨੇ ਦਲਿਤ ਸਾਹਿਤ ਨੂੰ ਕਿਸੇ ਨਾ ਕਿਸੇ ਵਿਧਾ ਦੇ ਵਿੱਚ ਸਾਡੇ ਸਾਹਮਣੇ ਲਿਆਂਦਾ। ਇਹ ਦੁਆਬੇ ਦੀ ਬਹੁਤ ਵੱਡੀ ਦੇਣ ਆ ਲਿਟਰੇਚਰ ਦੇ ਵਿੱਚ। ਬਹੁਤ ਖੂਬਸੂਰਤ, ਸੱਚਮੁੱਚ ਇਹਨਾਂ ਦੇ ਜ਼ਿਕਰ ਤੋਂ ਬਿਨਾਂ ਸਾਡੀ ਅੱਜ ਦੀ ਚਰਚਾ ਅਧੂਰੀ ਰਹਿਣੀ ਸੀ। ਬਹੁਤ ਵੱਡੇ ਨਾਂ ਨੇ ਜਿਹੜੇ ਦੁਆਬੇ ਦੇ ਸਾਹਿਤ ਦੇ ਬੰਦੇ ਨੇ। ਡਾਕਟਰ ਸਾਹਿਬ, ਮੇਰਾ ਇੱਕ ਸਵਾਲ ਆ ਜੀ। ਕੋਈ ਵੀ ਸੱਜਣ ਦੇ ਸਕਦਾ ਹੈ ਕਿ ਆਮ ਕਰਕੇ ਸੁਣਿਆ ਜਾਂਦਾ ਕਿ ਦੁਆਬੇ ਦਾ ਆਮ ਬੰਦਾ ਤੇ ਮਾਲਵੇ ਦਾ ਵਕੀਲ ਜੀ, ਤੇ ਇਹ ਇੱਕ ਬਰਾਬਰ ਹੁੰਦੇ ਆ, ਇਹਦੇ ਬਾਰੇ ਇਹਨਾਂ ਦਾ ਕੀ ਵਿਚਾਰ ਜੀ? ਦਵਿੰਦਰ ਸਰ, ਸ਼ੁਰੂ ਤੋਂ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਆ ਕਿ ਭੂਗੋਲਿਕ ਸਥਿਤੀਆਂ ਦੇ ਵਿੱਚੋਂ ਹੀ ਕਿਸੇ ਵੀ ਵਿਅਕਤੀਤਵ ਦਾ ਨਿਰਮਾਣ ਹੋਣਾ ਹੁੰਦਾ, ਕਿਹਾ ਜਾਂਦਾ ਕਿ ਬੜੇ ਸ਼ਾਤਰ ਦੇ ਦਿਮਾਗ ਲੋਕ ਹੈ ਦੁਆਬੇ ਦੇ। ਉਹਦਾ ਵਸੀਲਿਆਂ ਦੇ ਵਿੱਚੋਂ ਆਪਣੀ ਵਧੀਆ ਜ਼ਿੰਦਗੀ ਰੁਜ਼ਗਾਰ ਦੇ ਲਈ ਕੋਈ ਰਸਤੇ ਲੱਭਣੇ, ਖੋਜ ਕਰਨੀ, ਐਡਾ ਹੌਸਲਾ ਕਰਨਾ ਕਿ ਪ੍ਰਵਾਜ਼ ਭਰ ਲੈਣੀ, ਓਪਰੇ ਬਗਾਨੇ ਦੇਸ਼ਾਂ ਵਿੱਚ ਚਲੇ ਜਾਣਾ। ਇਸ ਗੱਲ ਦੇ ਲਈ ਕੋਈ ਮਤਲਬ ਇੱਕ ਹੌਸਲਾ ਚਾਹੀਦਾ, ਉਹ ਤਾਂ ਕੋਈ ਜਾ ਨਹੀਂ ਸਕਦਾ। ਤੇ ਕੱਲਾ ਹੌਸਲਾ ਨਹੀਂ ਚਾਹੀਦਾ, ਉਹਦੇ ਲਈ ਇੱਕ ਤਰਕ ਵੀ ਚਾਹੀਦਾ ਜੀ। ਤੇ ਤਰਕ ਜਿਹੜਾ ਹੈ ਨਾ, ਇਹ ਦੁਆਬੇ ਦੇ ਵਿੱਚ ਬੇਸ਼ੱਕ ਜਿਵੇਂ ਸਿੱਧੂ ਸਾਹਿਬ ਨੇ ਗੱਲ ਕੀਤੀ ਜੀ ਵੀ ਇੱਥੇ ਕੋਈ ਯੂਨੀਵਰਸਿਟੀਆਂ ਨਹੀਂ ਰਹੀਆਂ, ਪਰ ਇਹ ਗੱਲ ਮਸ਼ਹੂਰ ਹੈ ਇੱਥੇ ਦੀ, ਇਸ ਗੱਲ ਦੀ ਜੋ ਇਹਨਾਂ ਨੇ ਕਹੀ ਹੈ ਇਸੇ ਰੂਪ ਦੇ ਵਿੱਚ ਕਿ ਤਰਕ ਦੇ ਪੱਧਰ ਤੇ ਜਿਹੜੇ ਦੁਆਬੇ ਦੇ ਵਿੱਚ ਜਿੰਨੇ ਵੀ ਲੋਕ ਹੋਊਗੇ ਉਹ ਦੂਸਰੇ ਬੰਦਿਆਂ ਨਾਲੋਂ ਉਹ ਜ਼ਿਆਦਾ ਤੇਜ਼ ਹੋਊਗੇ। ਜੇ ਮੈਂ ਛਾਤਰ ਅੱਖਰ ਵਰਤਾਂ ਤਾਂ ਉਹ ਠੀਕ ਨਹੀਂ ਲੱਗਦਾ, ਸਬਜੈਕਟ ਨਹੀਂ ਹੈ। ਜਿੰਨੇ ਅਸੀਂ ਕਹਿੰਦੇ ਕਿ ਮਾਲਵੇ ਦੇ ਲੋਕ ਭੋਲੇ, ਕਲੈਬਰਪੁਰੀਏ ਡਾਕਟਰ ਸਾਹਿਬ, ਹੁਸ਼ਿਆਰਪੁਰੀਏ ਕਲੈਬਰਪੁਰੀਏ ਕਹਿ ਦੋ ਜੀ। ਡਾਕਟਰ ਸਾਹਿਬ ਬੜੀ ਹੋਰ ਮਾਲਵੇ ਵਾਲੇ ਗੱਲ ਕਹਿੰਦੇ, ਖਾਸ ਕਰਕੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਬੜੀ ਮਸ਼ਹੂਰ ਗੱਲ, ਉਹ ਕਹਿੰਦੇ ਜਿਹੜਾ ਦੁਆਬੇ ਦਾ ਬੰਦਾ ਹੈ ਨਾ, ਉਹ ਜੰਮਦਾ ਹੀ MA ਪਾਸ ਆ। ਕਿਉਂਕਿ ਬੰਦਾ ਜੰਮਦਾ ਹੀ MA ਪਾਸ ਆ ਜੀ, ਕਹਿੰਦੇ ਪੁਲਿਸ ਵਾਲੇ ਇਹ ਗੱਲਾਂ ਕਹਿੰਦੇ ਆ। ਉਹ ਕਹਿੰਦੇ ਜੇ ਮਾਲਵੇ ਦੇ ਬੰਦੇ ਨੂੰ ਕਿਤੇ ਥਾਣੇ ਕਚਹਿਰੀ ਕੰਮ ਕੋਈ ਪੈਂਦਾ ਤਾਂ ਉਹ ਇਕੱਲਾ ਹੀ ਜਾ ਵੜਦਾ, ਜੇਬ ਵਿੱਚ 4 ਛਿੱਲੜ ਪਾਉਂਦਾ, ਥਾਣੇ ਜਾ ਵੜਦਾ। ਤੇ ਜੇ ਦੁਆਬੇ ਦੇ ਬੰਦੇ ਨੂੰ ਕਿਤੇ ਥਾਣੇ ਕਚਹਿਰੀ ਕੰਮ ਪੈ ਜਾਵੇ, ਇਹ ਪੈਸਾ ਭਾਵੇਂ ਜੇਬ ਚ ਇੱਕ ਵੀ ਨਾ ਹੋਵੇ, 5-4 ਜਿਹੜੇ ਵਾਕਫ ਬੰਦੇ ਉਹਨਾਂ ਨੂੰ ਲੈ ਕੇ ਫਿਰ ਥਾਣੇ ਜਾਂਦਾ। ਠੀਕ ਹੈ ਗੱਲ। ਡਾਕਟਰ ਸਾਹਿਬ, ਮੈਂ ਇਹਨਾਂ ਦੀ ਗੱਲ 'ਚ ਵਾਧਾ ਕਰਨਾ ਚਾਹੁੰਦਾ। ਮੈਂ 15 ਸਾਲ ਦੁਆਬੇ ਦੇ ਵਿੱਚ ਜੌਬ ਕੀਤੀ ਹੈ, ਹੁਸ਼ਿਆਰਪੁਰ ਦਾ, ਪਠਾਨਕੋਟ, ਦਸੂਆ, ਗੜਸ਼ੰਕਰ, ਤੇ ਉੱਥੇ ਜੇ ਕੋਈ ਥਾਣੇ ਐਪਲੀਕੇਸ਼ਨ ਦਿੰਦਾ ਹੈ ਨਾ ਜੀ, ਤਾਂ ਇੰਡੀਅਨ ਪੈਨਲ ਕੋਡ ਦੀ ਧਾਰਾ ਨਾਲ ਮੈਂਸ਼ਨ ਕਰਕੇ ਦਿੰਦਾ। ਤੇ ਜਿਹੜਾ SHO ਹੈ ਨਾ ਜੀ, SHO ਨੂੰ ਐਪਲੀਕੇਸ਼ਨ ਪੜ੍ਹਨ ਤੋਂ ਬਾਅਦ ਆਪਦੇ ਦਫ਼ਤਰ ਚੋਂ ਉੱਠ ਕੇ ਰਿਟਾਇਰਿੰਗ ਰੂਮ 'ਚ ਜਾ ਕੇ ਉਹ ਧਾਰਾ ਵੇਖ ਕੇ ਆਉਣੀ ਪੈਂਦੀ ਵੀ ਧਾਰਾਵਾਂ ਠੀਕ ਲੱਗੀਆਂ। ਇਸੇ ਕਰਕੇ ਵਕੀਲ ਆ ਜੀ। ਜੀ। ਮੈਂ ਆਪ ਫੋਰੈਸਟ ਵਿੱਚ ਉੱਥੇ ਜੌਬ ਕੀਤੀ ਜੀ, 15 ਸਾਲ ਰਿਹਾ ਮੈਂ, 1992 ਤੋਂ 2007-8 ਤੱਕ।
ਤੇ ਇਹ ਸਾਰਾ ਕੁਝ ਸਾਡੇ ਨਾਲ ਆਪ ਮਤਲਬ ਜਿਹੜਾ ਹੈਗਾ ਅੱਖੀ ਸਾਹਮਣੇ ਦੇਖਦੇ ਰਹੇ ਆ। ਬਹੁਤ ਚੰਗਾ ਹੈ ਜੀ, ਦੁਆਬਾ ਦੁਆਬਾ ਹੀ ਹੈ ਜੀ, ਤੇ ਬਹੁਤ ਖੁਸ਼ੀ ਮਿਲੀ ਹੈ ਤੁਹਾਡੇ ਨੂੰ ਮਿਲ ਕੇ। ਤੇ ਮੈਂ ਆਪ ਜੌਬ ਕੀਤੀ, ਮੇਰਾ 30 ਸਾਲ ਦਾ ਜੌਬ ਦਾ ਤਜਰਬਾ ਹੈ, ਤੇ ਬਹੁਤ ਹੀ ਬਿਹਤਰੀਨ ਇਲਾਕਾ ਹੈਗਾ ਜੀ। ਬਹੁਤ ਸਿੱਖਿਅਤ ਲੋਕ ਨੇ, ਬਹੁਤ ਵਧੀਆ ਸੋਬਰ ਲੋਕ ਨੇ, ਬਹੁਤ ਸਮਾਂ ਪਾਬੰਦ ਨੇ ਜੀ, ਬਹੁਤ ਅੱਛੇ ਲੋਕ ਨੇ ਜੀ। ਧੰਨਵਾਦ ਜੀ, ਧੰਨਵਾਦ। ਡਾਕਟਰ ਸਰਬਜੀਤ ਕੌਰ ਸੋਲ ਮੈਂ ਹਾਂਜੀ ਰਾਮ ਸਿੰਘ ਜੀ ਬੋਲੋ ਜੀ। ਸਰ ਮੈਂ ਇਹ ਪੁੱਛਣਾ ਸੀਗਾ ਵੀ ਜਿਹੜੀ ਦਲਿਤ ਵਸੋਂ ਦੁਆਬੇ ਦੇ ਵਿੱਚ ਜੀ ਉਹ ਮਾਲਵੇ ਦੇ ਨਾਲ ਜ਼ਿਆਦਾ, ਉਹਦੇ ਸੰਭਾਵਿਤ ਕਾਰਨ ਕੀ ਰਹੇ ਹੋਣਗੇ ਸਰ ਹਿਸਟੋਰੀਕਲੀ, ਮਤਲਬ ਕੀ ਹੋ ਸਕਦਾ ਕਿਉਂ ਉੱਧਰ ਵਸੋਂ ਦਲਿਤ ਵਸੋਂ ਜ਼ਿਆਦਾ ਹੋਗੀ? ਜੀ ਡਾਕਟਰ ਜਸਵੰਤ ਰਾਏ ਜੀ, ਦਲਿਤ ਵਸੋਂ ਕਿਉਂ ਵੱਧਦਾ, ਕਾਰਨ ਕੀ ਰਹੇ ਇਹਦੇ? ਮੈਨੂੰ ਲੱਗਦਾ ਵੀ ਜਿਹੜੀ ਦੁਆਬੇ ਦੀ ਖੁਸ਼ਹਾਲੀ ਆ ਉਹਦੇ ਕਰਕੇ ਵੀ ਜਦੋਂ ਇੱਥੇ ਪਿੰਡਾਂ ਦੇ ਵਿੱਚ ਜਿਹੜੀ ਜਨਰਲ ਕਮਿਊਨਿਟੀ ਸੀ ਜਾਂ ਕਿਸਾਨੀ ਨਾਲ ਜੁੜੀ ਹੋਈ ਕਮਿਊਨਿਟੀ ਸੀ, ਉਹਨਾਂ ਨੇ ਦੂਜੇ ਥਾਵਾਂ ਤੋਂ ਆਲੇ ਦੁਆਲੋਂ ਵੀ ਲਿਆ ਕੇ ਇੱਥੇ ਬੰਦੇ ਵਸਾਉਣ ਦੀ ਕੋਸ਼ਿਸ਼ ਕੀਤੀ ਹੈ। ਦੂਜਾ ਇਹ ਜਿਹੜਾ ਇੱਥੇ ਐਜੂਕੇਸ਼ਨ ਵਾਲਾ ਪੱਖ ਹੈ ਜਾਂ ਦਰਿਆਵਾਂ ਦੀ ਖੁਸ਼ਹਾਲੀ ਵਾਲਾ ਪੱਖ ਆ, ਜਿੱਥੇ ਸਾਡੇ ਕੋਲ ਸਾਨੂੰ ਸਾਧਨ ਜ਼ਿਆਦਾ ਦਿਖਦੇ ਆ ਤੇ ਨੈਚੁਰਲੀ ਆ ਬੰਦਾ ਉੱਥੇ ਜਾ ਕੇ ਆਪਣਾ ਵਸੇਬਾ ਕਰਨ ਦੀ ਕੋਸ਼ਿਸ਼ ਕਰਦਾ। ਇਹ ਦੋ ਕਾਰਨ ਆ ਜਿਹਦੇ ਕਰਕੇ ਦੁਆਬੇ ਦੇ ਵਿੱਚ ਜਿਹੜੀ ਆ ਵਸੋਂ ਉਹ ਵੱਧ ਆ ਜੀ। ਹਾਂਜੀ ਡਾਕਟਰ ਸਾਹਿਬ, ਇਹਦੇ ਵਿੱਚ ਇੱਕ ਮੈਂ ਐਡ ਕਰਨਾ ਚਾਹੁੰਦਾ ਆ, ਉਹ ਇਹ ਵੀ ਚਲੋ ਇੱਕ ਤਾਂ ਪਾਣੀ ਵਾਲਾ ਮਸਲਾ ਸੀ ਵੀ ਇੱਧਰ ਪਾਣੀ ਵੱਧ ਸੀਗਾ। ਇਹ ਜਿਹੜੀ ਦੁਆਬੇ ਦੀ ਵਿਲਟ ਆ ਇਹ ਸੁਲਤਾਨੀ ਵਿਲਟ ਹੈ। ਇੱਥੇ ਨਾ ਉਹਨਾਂ ਸਿੱਖੀ ਦਾ ਜਾਂ ਹੋਰ ਧਰਮਾਂ ਦਾ ਬਹੁਤ ਵੱਡੇ ਪੱਧਰ ਤੇ ਪ੍ਰਭਾਵ ਨਹੀਂ ਹੈਗਾ। ਸਾਡੇ ਹਰ ਘਰਾਂ ਦੇ ਵਿੱਚ, ਚਾਹੇ ਉਹ ਕਿਸਾਨੀ ਦੇ ਘਰ ਹੈ ਚਾਹੇ ਦਲਿਤਾਂ ਦੇ ਆ, ਹਰੇਕ ਦੇ ਘਰ ਵੀਰਵਾਰ ਨੂੰ ਚਿਰਾਗ ਹੁੰਦਾ ਸੀਗਾ। ਤੇ ਜਿਹੜੇ ਹਿੰਦੂ ਰਾਜੇ ਸੀਗੇ ਉਹਨਾਂ ਦਾ ਜਬਰ ਜ਼ੁਲਮ ਬਹੁਤ ਜ਼ਿਆਦਾ ਸੀ। ਉਹਨਾਂ ਦੇ ਮੁਕਾਬਲੇ ਜਿਹੜੇ ਸਾਡੇ ਕੋਲ ਮੁਗਲ ਸੀਗੇ ਉਹਨਾਂ ਤੇ ਘੱਟ ਸੀਗਾ। ਇਸ ਕਰਕੇ ਵੀ ਮੇਰਾ ਖਿਆਲ ਹੈ ਜਿਹੜੀ ਆਬਾਦੀ ਆ ਉਹ ਵੱਧ ਹੈ। ਜੀ 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 ਜੀ, ਬਹੁਤ ਧੰਨਵਾਦ ਜੀ। ਮੈਂ ਡਾਕਟਰ ਸਰਬਜੀਤ ਕੌਰ ਸੋਲ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਇਹ ਸਾਡੇ ਮਹਿਮਾਨਾਂ ਦਾ ਵੀ ਧੰਨਵਾਦ ਕਰਨਗੇ ਤੇ ਜਿਹੜੇ ਬਾਕੀ ਦੋਸਤ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਕਰਨਗੇ। ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਜੀ। ਬਹੁਤ ਹੀ ਮੁੱਲਵਾਨ ਗੱਲਬਾਤ ਅੱਜ ਹੋਈ। ਸਾਡੇ ਤਿੰਨੋਂ ਹੀ ਅਦੀਬ ਔਰ ਸਾਡੀ ਸ਼ਾਇਰਾ, ਇਹਨਾਂ ਨੇ ਮੈਨੂੰ ਲੱਗਦਾ ਇੱਕ ਦੂਜੇ ਨੂੰ ਕੰਪਲੀਮੈਂਟ ਵੀ ਕੀਤਾ ਕਿ ਕਈ ਵਾਰੀ ਆਪਾਂ ਇੱਕੋ ਗੱਲ ਬਾਰੇ ਕਈ ਕੁਝ ਮਤਲਬ ਰੈਪੀਟੇਸ਼ਨ ਹੋ ਜਾਂਦੀ ਹੈ, ਪਰ ਜਿੱਥੇ ਇੱਕ ਨੇ ਛੱਡਿਆ ਦੂਸਰੇ ਨੇ ਉਹਦੇ 'ਚ ਐਡ ਆਨ ਕੀਤਾ। ਸੋ ਇਹਦੇ ਨਾਲ ਇਹ ਹੋਇਆ ਕਿ ਅਸੀਂ ਸਾਰੇ ਹੀ ਪੱਖ, ਚਾਹੇ ਉਹ ਭੂਗੋਲਿਕ ਹੈ, ਚਾਹੇ ਉਹ ਸੱਭਿਆਚਾਰਕ ਹੈ, ਸਮਾਜਿਕ ਹੈ ਜਾਂ ਧਾਰਮਿਕ ਦੀ ਵੀ ਆਪਾਂ ਗੱਲ ਕਰ ਲਈ ਆ, ਲੋਕ ਲਹਿਰਾਂ ਦੀ ਗੱਲ ਕੀਤੀ ਆ, ਸਾਹਿਤ ਦੇ ਖੇਤਰ ਵਿੱਚ ਯੋਗਦਾਨ ਦੀ ਵੀ ਆਪਾਂ ਗੱਲ ਕੀਤੀ ਆ। ਇੱਕ ਆਪਣਾ ਰਹਿ ਗਿਆ ਕਿ ਸ਼ਰਧਾ ਰਾਮ ਫਲੋਰੀ ਵੀ ਉੱਥੋਂ ਦੇ ਸੀਗੇ ਜਿਨ੍ਹਾਂ ਨੇ ਆਰਤੀ ਲਿਖੀ, ਪੰਜਾਬੀ ਬਾਤੀ। ਜੀ ਜੀ ਜੀ, ਸ਼ਰਧਾ ਰਾਮ ਫਲੋਰੀ ਜੀ। ਸੋ ਬਹੁਤ ਮੈਨੂੰ ਲੱਗਦਾ ਹੁੰਦਾ ਕਿ ਸਿਰਫ ਆਪਾਂ ਉਹਨੂੰ ਫਰੋਲਣ ਦੀ ਲੋੜ ਹੁੰਦੀ ਆ। ਜੇ ਹੁਣ ਅੱਜ ਆਪਾਂ ਗੱਲਬਾਤ ਕੀਤੀ ਤੇ ਆਪਾਂ ਇੱਕ ਇਲਾਕੇ ਦੇ ਬਾਰੇ ਦੇ ਵਿੱਚ ਬਹੁਤ ਕੁਝ ਜਾਣਿਆ, ਬਹੁਤ ਸੋਹਣੇ ਵਿਚਾਰ ਸਾਡੇ ਸਾਰੇ ਚਿੰਤਕਾਂ ਅਦੀਬਾਂ ਨੇ ਰੱਖੇ ਔਰ ਬਹੁਤ ਅੱਛੇ ਜਿਹੜੇ ਇਹਦੇ ਤੇ ਸਾਨੂੰ ਕਮੈਂਟਸ ਉਹ ਆ ਰਹੇ ਨੇ। ਵੀਨਾ ਅਰੋੜਾ ਬੜੇ ਸਾਰੇ ਕਮੈਂਟਸ ਕਰ ਰਹੇ ਨੇ, ਸ਼ਾਇਦ ਉਹ ਵੀ ਦੁਆਬੇ ਦੇ ਨਾਲ ਨੇ, ਉਹ ਦਵਿੰਦਰ ਸਰ ਨੂੰ ਵੀ ਜਾਣਦੇ ਨੇ ਤੇ ਉਹ ਉੱਥੋਂ ਕਰ ਰਹੇ ਨੇ। ਸੁਨੀਲਮ ਮੰਡ ਸ਼ਾਇਦ ਉਹ ਕਹਿ ਰਹੇ ਨੇ ਕਿ ਮੈਂ ਉੱਥੇ ਰਹੀ ਆ, ਕੰਮ ਕੀਤਾ ਆ ਅਜਮੇਰ ਸਿੱਧੂ ਜੀ ਨਾਲ, ਦਵਿੰਦਰ ਜੀ ਨਾਲ। ਸੋ ਏਦਾਂ ਮੈਨੂੰ ਲੱਗਦਾ ਯਾਦਾਂ ਤਾਜ਼ਾ ਹੋ ਜਾਂਦੀਆਂ। ਬਿਲਕੁਲ ਜੀ, ਬਿਲਕੁਲ। ਤੇ ਉਹ ਜੇਕਰ ਆਪਾਂ ਅੱਜ ਦੀ ਇਸ ਚਰਚਾ ਨੂੰ ਡਾਕਟਰ ਦੀਪ ਲਿਖਤੀ ਰੂਪ ਚ ਲੈ ਆਈਏ, ਗੱਲਾਂ ਤਾਂ ਹੋਈਆਂ ਨੇ, ਰਿਕਾਰਡਿੰਗ ਵੀ ਹੋਈ ਆ, ਤੇ ਜੇ ਇਹਨੂੰ ਲਿਖਤੀ ਰੂਪ ਚ ਲੈ ਆਈਏ ਤੇ ਇੱਕ ਬਹੁਤ ਸੋਹਣੀ ਗੱਲ ਜਿਹੜੀ ਉਹ ਆਪਣੇ ਖਿੱਤੇ ਬਾਰੇ, ਇਸ ਖਿੱਤੇ ਬਾਰੇ ਆਪਾਂ ਐਡ ਆਨ ਕਰ ਲਾਂਗੇ, ਜਿਹਦੇ ਚ ਕਿਉਂਕਿ ਵੱਖ-ਵੱਖ ਚਿੰਤਕ ਨੇ ਤੇ ਉਹ ਵੱਖਰੇ ਨਜ਼ਰੀਏ ਤੋਂ ਵੀ ਗੱਲਬਾਤ ਹੋਈ ਆ ਤੇ ਸਾਰੇ ਹੀ ਮਸਲਿਆਂ ਬਾਰੇ ਗੱਲ ਹੋਈ ਆ। ਸੋ ਮੈਂ ਵੀ ਇੱਥੇ ਰਹੀ ਆ ਜਿੱਥੇ ਆ ਅਕੈਡਮੀ ਹੈਗੀ ਆ ਫਲੋਰ ਜੀ, ਹਾਂਜੀ ਸੋਲ ਸਾਹਿਬ ਦੀ ਪੋਸਟਿੰਗ ਸੀ ਤੇ ਅਸੀਂ ਕਾਫੀ ਸਾਡਾ ਵਾਹ ਪਿਆ ਉੱਥੋਂ ਦੇ। ਸਾਡੇ ਬਹੁਤ ਸਾਰੇ ਮਿੱਤਰ ਵੀ ਨੇ ਉੱਥੇ, ਸਵਿਟਜ਼ਰਲੈਂਡ ਵੀ ਗਏ ਹੋਏ ਨੇ। ਸੋ ਮੈਨੂੰ ਲੱਗਦਾ ਹੁੰਦਾ ਕਿ ਇਲਾਕੇ ਸਾਰੇ ਹੀ ਵਧੀਆ ਹੁੰਦੇ ਆ, ਲੋਕ ਸਾਰੇ ਹੀ ਵਧੀਆ ਹੁੰਦੇ ਆ। ਆਪਾਂ ਕਹਿ ਦਿੰਦੇ ਆ ਫਲਾਣਾ ਏਦਾਂ ਫਲਾਣਾ ਏਦਾਂ, ਸੋ ਸਾਰੇ ਹੀ ਚੰਗੇ ਹੁੰਦੇ ਨੇ, ਸਿਰਫ ਇੱਕ ਆਪਣਾ ਨਜ਼ਰੀਆ ਸਹੀ ਹੁੰਦਾ, ਦ੍ਰਿਸ਼ਟੀ ਵੇਖਣ ਵਾਲੇ ਦੀ ਕਿਹੋ ਜਿਹੀ ਆ।
ਸੋ ਅੱਜ ਸਾਡੇ ਨਾਲ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਸ਼ਿਵ ਦੁਲਾਰ ਸਿੰਘ ਢਿੱਲੋਂ ਜੀ ਸਾਡੇ ਨਾਲ ਜੁੜੇ ਹੋਏ ਸੀ, ਜਿਹੜੇ DC ਨੇ ਮੇਰੇ ਖਿਆਲ ਇਸ ਵੇਲੇ ਅੰਮ੍ਰਿਤਸਰ ਨੇ, ਔਰ ਸਾਡੇ ਨਾਲ AETC ਲਾਜਪਾਲ ਜਾਖੜ ਵੀ ਜੁੜੇ ਹੋਏ ਸੀ। ਇਸੇ ਤਰ੍ਹਾਂ ਅੱਜ ਦਵਿੰਦਰਪਾਲ ਸਿੰਘ ਗੁਰਾਇਆ, ਅਮਨਸੀਰ ਸਿੰਘ, ਨਰਿੰਦਰਪਾਲ ਕੰਗ, ਦੇਸਰਾਜ ਕਾਲੀ, ਪਵਨਦੀਪ ਢਿੱਲੋਂ, ਸੁਰਾਜੀਤਾ ਗੋਗਈ, ਇਹ ਮੇਰਾ ਖਿਆਲ ਉਧਰੋਂ ਨੇ ਗੁਜਰਾਤ ਸਾਈਡ ਤੋਂ, ਪੁਸ਼ਪਿੰਦਰ ਜੋਸਨ, ਹਰਮੇਲ ਪ੍ਰੀਤ, ਸੋਨੂ ਸੋਢੀ, ਨੀਤੂ ਅਰੋੜਾ, ਡਾਕਟਰ ਦਵਿੰਦਰ ਸਿੰਘ ਬੋਹਾ, ਬਮਲਜੀਤ ਕੌਰ ਮਾਨ, ਗੁਰਮੀਤ ਖੋਖਰ, ਸਰਗੀ ਜੰਮੂ, ਪਵਨਦੀਪ ਢਿੱਲੋਂ ਇਹ ਕੈਨੇਡਾ ਤੋਂ ਨੇ, ਧਰਮ ਕਮਿਆਣਾ, ਬਲਜੀਤ ਸਿੰਘ ਰੈਨਾ ਇਹ ਜੰਮੂ ਤੋਂ ਨੇ ਸ਼ਾਇਦ, ਰਵਿੰਦਰ ਸਿੰਘ ਸਹਿਰਾ, ਵੀਨਾ ਅਰੋੜਾ, ਅਤਰਜੀਤ ਕਹਾਣੀਕਾਰ ਨੇ, ਨਰਿੰਦਰ ਸਿੰਘ ਚੱਕਲ ਇਹ UK ਤੋਂ, ਰਾਜ ਲਾਲੀ ਬਟਾਲਾ, ਜਸਪਾਲ ਘਈ, ਬੀਬਾ ਬਲਵੰਤ, ਜਗਦੀਸ਼ ਸਚਦੇਵਾ ਨਾਟਕਕਾਰ ਨੇ, ਹਰਸ਼ਰਨ ਕੌਰ, ਰਵਿੰਦਰ ਸਿੰਘ ਸਹਿਰਾ, ਅਰਤਿੰਦਰ ਸੰਧੂ, ਖੁਸ਼ਵੀਰ ਕੌਰ ਢਿੱਲੋਂ, ਚਰਨਜੀਤ ਰੰਧਾਵਾ, ਸ਼ਿੰਦਰ ਕੌਰ ਸਰਸਾ ਤੋਂ, ਹਰਦੀਪ ਕੌਰ, ਗੁਰਵਿੰਦਰ ਸਿੰਘ ਚੱਕਲ, ਹਰਜੀਤ ਕੌਰ ਬਮਰਾ, ਭੁਪਿੰਦਰ ਬੱਬਲ, ਗੁਰਪ੍ਰੀਤ, ਦੀਪ ਸੰਧੂ, ਸਤਨਾਮ ਜਹਾਨ, ਜਸਵੀਰ ਮੰਗੂਵਾਲ, ਸਤੀਸ਼ ਸਿੰਪਾ, ਔਰ ਸੁਖਦਰਸ਼ਨ ਕੌਰ, ਕਿਹਰ ਸ਼ਰੀਫ, GPS ਬੈਰਮਪੁਰ, ਜਸਪ੍ਰੀਤ ਗਿੱਲ, ਬਲਵਿੰਦਰ ਸਿੰਘ, ਸਤਿੰਦਰ ਕੌਰ ਕਾੜੋ, ਨਰਿੰਦਰ ਸਿੰਘ, ਗੁਰਜੀਤ ਛਿੰਨਾ, ਰਵਿੰਦਰ ਸਿੰਘ ਸਹਿਰਾ, ਰਜਿੰਦਰ ਕੌਰ, ਗੁਰਨੀਰ ਸਾਹਨੀ, ਸੁਨੀਲ ਚੰਦਿਆਨਵੀ, ਗੁਰਵਿੰਦਰ ਚਾਹਲ, ਸੁਭਾਸ਼ ਨੀਰਵ, ਰਾਜਵੰਤ ਬਾਜਵਾ, ਅਵਤਾਰ ਸਿੰਘ ਸੰਧੂ, ਸਤੀਸ਼ ਗੁਲਾਟੀ, ਸੁਖਿੰਦਰ ਕੌਰ ਔਲਖ, ਰਾਮ ਸਿੰਘ ਸਰਾਂ, ਪਵਨਪ੍ਰੀਤ ਖਹਿਰਾ, ਸੁਨੀਲਮ ਮੰਡ, ਇਕਵਿੰਦਰ ਕੌਰ, ਰਾਮ ਸਿੰਘ, ਜਸਪ੍ਰੀਤ ਗਿੱਲ, ਜਸਵਿੰਦਰ ਫਗਵਾੜਾ, ਬਲਵਿੰਦਰ ਚਹਿਲ, ਨਰਿੰਦਰ ਸਿੰਘ, ਹਰਦੀਪ ਮੁਹਾਲੋਂ, ਇਹ ਵੀ ਦੁਆਬੇ ਦੇ ਨੇ ਔਰ ਇਸ ਵੇਲੇ ਅਮਰੀਕਾ ਦੇ ਵਿੱਚ ਨੇ। ਇਹਨਾਂ ਨੇ ਵੀ ਬਹੁਤ ਅਗਾਂਹ ਮਤਲਬ ਬਹੁਤ ਤਰੱਕੀ ਕੀਤੀ ਹੈ। ਡਾਕਟਰ ਰਣਦੀਪ ਕੌਰ ਕਲੇਰ, ਹਰਪ੍ਰੀਤ ਕੰਗ, ਬਮਲਜੀਤ ਮਾਨ, ਹਰਜਿੰਦਰਪਾਲ ਕੌਰ, ਸੋ ਅੱਜ ਸਵਰਨਜੀਤ ਸਵੀ, ਸੋ ਇਹ ਸਾਰੇ ਅਦੀਬ ਅੱਜ ਸਾਡੇ ਨਾਲ ਜੁੜੇ ਹੋਏ ਨੇ। ਅਸੀਂ ਇਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਕਰਦੇ ਹਾਂ ਔਰ ਉਮੀਦ ਆ ਕਿ ਇਸੇ ਤਰ੍ਹਾਂ ਅਸੀਂ ਇਸ ਪ੍ਰੋਗਰਾਮ ਦੇ ਜਦੋਂ ਤੱਕ ਤੁਹਾਡਾ ਇਹਦੇ 'ਚ ਇੰਟਰਸਟ ਬਣਿਆ ਰਹੂਗਾ, ਦਿਲਚਸਪੀ, ਜਾਂ ਅਸੀਂ ਮੈਨੂੰ ਲੱਗਦਾ ਕਿ ਅਸੀਂ ਇਹ ਪ੍ਰੋਗਰਾਮ ਨੂੰ ਅੱਗੇ ਹੋਰ ਵਧਾਉਂਦੇ ਰਵਾਂਗੇ। ਸੋ ਇਹਦੇ ਨਾਲ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਸਮਾਰੋਹ ਦੇ ਸੰਬੰਧ ਦੇ ਵਿੱਚ ਵੀ ਪ੍ਰੋਗਰਾਮ ਜਿਹੜੇ ਉਹ ਨਾਲ ਚੱਲਣਗੇ। ਸੋ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜਿਹੜੀਆਂ ਗੱਲਾਂ ਅਸੀਂ ਕਰ ਪਾਉਂਦੇ ਹਾਂ, ਥੋੜੇ 'ਚ ਬਹੁਤਾ ਕਹਿਣ ਦੀ ਸਮਰੱਥਾ ਹੈ ਇਸ ਜ਼ੂਮ ਦੇ ਜ਼ਰੀਏ, ਇੰਟਰਨੈਟ ਦੇ ਜ਼ਰੀਏ। ਸੋ ਜਿੱਥੇ ਸਾਨੂੰ ਇਹਦੇ ਨੁਕਸਾਨ ਹੋਏ ਨੇ ਉੱਥੇ ਇਹਦੇ ਫਾਇਦੇ ਵੀ ਹੋਏ ਨੇ। ਸੋ ਮੈਂ ਹਰ ਵਾਰ ਕਹਿੰਦੀ ਹੁੰਦੀ ਹਾਂ ਕਿ ਜੁੜਨਾ ਬਹੁਤ ਜ਼ਰੂਰੀ ਆ, ਇੱਕ ਦੂਜੇ ਦੇ ਵਿੱਚ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਆ। ਤੇ ਇਸ ਸੰਕਟ ਕਾਲ ਦੇ ਵਿੱਚ ਜੇਕਰ ਅਸੀਂ ਇੱਕ ਦੂਜੇ ਦੀ ਬਾਂਹ ਫੜ ਕੇ ਤੁਰਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਇਹਨਾਂ ਸਾਰੀਆਂ ਮੁਸ਼ਕਿਲਾਂ ਤੋਂ ਉੱਪਰ ਉੱਠ ਕੇ ਅਸੀਂ ਉਤੀਰਨ ਹੋਵਾਂਗੇ, ਲੰਘ ਜਾਵਾਂਗੇ। ਸੋ ਮੈਂ ਡਾਕਟਰ ਕੁਲਦੀਪ ਦੀਪ ਜੀ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ, ਬੜੀ ਸ਼ਿੱਦਤ ਦੇ ਨਾਲ ਇਹ ਪ੍ਰੋਗਰਾਮ ਨੂੰ ਸੰਚਾਰਦੇ ਨੇ, ਕਿਉਂਕਿ ਉਸ ਪ੍ਰੋਗਰਾਮ ਨੂੰ, ਕੋਈ ਵੀ ਪ੍ਰੋਗਰਾਮ ਆ ਉਹਨੂੰ ਕਰਨ ਦੇ ਲਈ ਬਹੁਤ ਸਾਰਾ ਟਾਈਮ ਚਾਹੀਦਾ। ਸ਼ਿਵਨਾਥ ਦਰਦੀ ਜੀ ਫਰੀਦਕੋਟ ਤੋਂ, ਉਹ ਵੀ ਧੰਨਵਾਦ ਕਰ ਰਹੇ ਨੇ। ਸੋ ਇੱਕ ਪ੍ਰੋਗਰਾਮ ਨੂੰ ਲਿਖਣ ਲਈ ਬਹੁਤ ਸਾਰਾ ਟਾਈਮ ਚਾਹੀਦਾ ਔਰ ਹਰ ਰੋਜ਼ ਪ੍ਰੋਗਰਾਮ ਕਰਨਾ ਉਹ ਇੱਕ ਸੌਖਾ ਕੰਮ ਨਹੀਂ ਹੁੰਦਾ। ਹਰ ਬੰਦੇ ਦੇ ਨਾਲ ਟਾਈ ਅਪ ਕਰਨਾ, ਕਾਲ ਕਰਨਾ, ਫੋਨ ਕਰਨੇ, ਉਹਨੂੰ ਪਹਿਲਾਂ ਸੋਚਣਾ, ਫਿਰ ਉਹਦੇ ਬਾਰੇ ਸਵਾਲ ਪੈਦਾ ਕਰਨੇ। ਸੋ 2-3 ਘੰਟਿਆਂ ਦਾ ਇਹ ਉਪਰਾਲਾ ਹੈ ਔਰ ਮੈਂ ਬਹੁਤ ਧੰਨਵਾਦੀ ਹਾਂ ਡਾਕਟਰ ਕੁਲਦੀਪ ਦੀਪ ਜੀ ਤੁਹਾਡਾ। ਤੁਸੀਂ ਬਹੁਤ ਸੁਚਾਰੂ ਢੰਗ ਦੇ ਨਾਲ ਇਸ ਪ੍ਰੋਗਰਾਮ ਨੂੰ ਅੱਗੇ ਲਿਜਾ ਰਹੇ ਹੋ। ਸੋ ਇਹਨਾਂ ਸ਼ਬਦਾਂ ਦੇ ਨਾਲ ਆਏ ਹੋਏ ਸਾਡੇ ਅਜਮੇਰ ਸਿੱਧੂ ਜੀ, ਡਾਕਟਰ ਜਸਵੰਤ ਰਾਏ ਜੀ, ਇਹਨਾਂ ਨੂੰ ਤਾਂ ਮੈਂ ਪਹਿਲੀ ਵਾਰੀ ਮਿਲਿਆ, ਦਵਿੰਦਰ ਕੁਮਾਰ ਜੀ ਔਰ ਮੈਡਮ ਬੀਬਾ ਜੀ, ਹਾਂਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਜਮੇਰ ਜੀ ਤੁਹਾਡੀਆਂ ਕਹਾਣੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ।
मैं भी कहानी लिख रही हूँ। ठीक है जी। हाँ जी, हाँ जी। सो बहुत बहुत शुक्रिया, शुभ रात्रि। जी मैम, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਕੱਲ ਅਸੀਂ ਇੱਕ ਬਹੁਤ ਵੱਖਰੇ ਇਸ਼ੂ ਤੇ ਚਰਚਾ ਕਰ ਰਹੇ ਹਾਂ ਕਿ ਬੰਦਾ ਹੋਰ ਤਾਂ ਬਹੁਤ ਕੁਝ ਬਣ ਗਿਆ ਪਰ ਬੰਦਾ ਅਜੇ ਬੰਦਾ ਨਹੀਂ ਬਣਿਆ ਹੈਗਾ। ਬੰਦੇ ਦੀ ਬੰਦਗੀ ਜਾਂ ਬੰਦੇ ਦੇ ਕੀ ਅਰਥ ਹੁੰਦੇ ਨੇ, ਅਸੀਂ ਇੱਕ ਪਿੰਡ ਦੇ ਵਿੱਚ ਰਹਿ ਕੇ ਵਿਸ਼ਵ ਨਾਗਰਿਕ ਕਿਵੇਂ ਬਣ ਸਕਦੇ ਹਾਂ, ਇਸ ਮਸਲੇ ਤੇ ਕੱਲ ਅਸੀਂ ਗੱਲ ਕਰਾਂਗੇ। ਸਾਡਾ ਟੌਪਿਕ ਹੈ ਵਿਸ਼ਵ ਨਾਗਰਿਕਤਾ ਦਾ ਮਾਡਲ ਤੇ ਉਹਦੇ ਵਿੱਚ 3 ਪਰਸਨੈਲਿਟੀ ਅਸੀਂ ਲੈ ਰਹੇ ਹਾਂ। ਡਾਕਟਰ ਹਰਚੰਦ ਸਿੰਘ ਬੇਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋਫੈਸਰ ਨੇ, ਉਹਨਾਂ ਨੂੰ ਲੈ ਰਹੇ ਹਾਂ। ਧਰਮਿੰਦਰ ਸਿੰਘ ਉੱਭਾ ਖਾਲਸਾ ਕਾਲਜ ਦੇ ਪ੍ਰਿੰਸੀਪਲ ਨੇ ਪਟਿਆਲਾ ਦੇ, ਉਹਨਾਂ ਨੂੰ ਲੈ ਰਹੇ ਹਾਂ। ਤੇ ਇੱਕ ਮਾਸਕੋ ਤੋਂ ਅਸੀਂ ਵਿਦਵਾਨ ਲੈ ਰਹੇ ਹਾਂ, ਡਾਕਟਰ ਸੁਸ਼ੀਲ ਆਜ਼ਾਦ ਹਿੰਦੀ ਦੇ ਪ੍ਰੋਫੈਸਰ ਨੇ, ਉਹਨਾਂ ਨੂੰ ਅਸੀਂ ਲੈ ਰਹੇ ਹਾਂ। ਤੇ ਸਿਰਜਣਾ ਦੇ ਪਲਾਂ ਦੇ ਵਿੱਚ ਇੱਕ ਬਹੁਤ ਖੂਬਸੂਰਤ ਅਸੀਂ ਲੜਕੀ ਲੈ ਰਹੇ ਹਾਂ, ਵਿਦਿਆਰਥਣ ਹੈ ਪਰ ਬਹੁਤ ਅੱਛਾ ਗਾਉਂਦੀ ਹੈ, ਸ਼ਬਨਮ ਖਾਨ, ਉਹਨੂੰ ਤੁਸੀਂ ਸੁਣੋਗੇ। ਸੋ ਕੱਲ ਦਾ ਪ੍ਰੋਗਰਾਮ ਬਹੁਤ ਖੂਬਸੂਰਤ ਪ੍ਰੋਗਰਾਮ ਹੋਊਗਾ ਤੇ ਵੱਖਰੇ ਟੇਸਟ ਦਾ ਪ੍ਰੋਗਰਾਮ ਹੋਊਗਾ। ਜੁੜੇ ਰਹੋ ਇਸ ਤਰ੍ਹਾਂ ਦੋਸਤੋ। ਕੱਲ ਮਿਲਦੇ ਆਪਾਂ ਇਸੇ ਸਮੇਂ ਇਸੇ ਵਕਤ ਇੱਕ ਨਵੇਂ ਪ੍ਰੋਗਰਾਮ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ ਜੀ।